ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅਤੇ ਸਰੋਤਿਓ, ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਲੈ ਕੇ ਹਾਜ਼ਰ ਹਾਂ, ਜੋ ਕਿ ਇਸ ਟਾਈਮ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਆ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਜਿਹੜੀਆਂ ਚੋਣਾਂ ਚੱਲ ਰਹੀਆਂ ਲੋਕ ਸਭਾ ਦੀਆਂ, ਉਸ ਦੇ ਉੱਤੇ ਜਿਹੜਾ ਵਿਸ਼ੇਸ਼ ਪ੍ਰੋਗਰਾਮ ਜੋ ਤੁਹਾਡੇ ਲਈ ਅਸੀਂ ਲੈ ਕੇ ਆਉਂਦੇ ਹਾਂ। ਅਤੇ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਸੁਸ਼ੀਲ ਦੋਸਾਂਝ ਜੀ ਚੰਡੀਗੜ੍ਹ ਸਟੂਡੀਓਜ਼ ਤੋਂ। ਸੁਸ਼ੀਲ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਦੇ ਵਿੱਚ। ਬਹੁਤ ਬਹੁਤ ਮਿਹਰਬਾਨੀ ਰਾਜ ਕਰਨਵੀਰ ਸਿੰਘ ਜੀ। ਇਲੈਕਸ਼ਨ ਐਕਸਪ੍ਰੈਸ ਦੇ ਵਿੱਚ ਅੱਜ ਦੇ ਦਿਨ ਅਸੀਂ ਤੁਹਾਡੇ ਨਾਲ ਚਰਚਾ ਕਰਾਂਗੇ ਪੰਜਾਬ ਤੋਂ ਲੈ ਕੇ ਸਾਰੇ ਮੁਲਕ ਦੇ ਵਿੱਚ ਜਿਸ ਕਿਸਮ ਦਾ ਚੋਣ ਮਾਹੌਲ ਹੈ, ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਇਸ ਵੇਲੇ ਸਾਹਮਣੇ ਦਿਖਾਈ ਦੇ ਰਹੇ ਨੇ, ਜਿਨ੍ਹਾਂ ਮੁੱਦਿਆਂ ਦੇ ਉੱਤੇ ਆਪਣੇ ਆਪਣੇ ਤਰੀਕੇ ਨਾਲ ਰਾਜਨੀਤੀ ਕੀਤੀ ਜਾ ਰਹੀ ਹੈ, ਤੇ ਕਿਹੜੇ ਮੁੱਦੇ ਨੇ ਜਿਹੜੇ ਹੋਣੇ ਚਾਹੀਦੇ ਸੀ ਪਰ ਅੱਜ ਮੁੱਦੇ ਨਹੀਂ, ਤੇ ਕੁਝ ਇਮੋਸ਼ਨਲ ਕਿਸਮ ਦਾ ਮਾਹੌਲ ਵੀ ਜਿਹੜਾ ਇਸ ਵੇਲੇ ਬਣ ਗਿਆ ਖਾਸ ਤੌਰ ਤੇ ਪੰਜਾਬ ਦੀ ਚੋਣ ਵਿੱਚ, ਉਹਦਾ ਜ਼ਿਕਰ ਵੀ ਆਪਾਂ ਕਰਾਂਗੇ। ਤੁਹਾਡੇ ਵੀ ਕੁਝ ਸਵਾਲ ਹੋਣ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਰਾਜ ਕਰਨਵੀਰ ਸਿੰਘ ਹੋਰੀ ਸਾਨੂੰ ਸਟੂਡੀਓ ਦਾ ਨੰਬਰ ਦੱਸਣਗੇ ਤੇ ਅਸੀਂ ਆਪਣੀ ਸਮਝ ਦੇ ਮੁਤਾਬਕ ਤੁਹਾਡਾ ਜਿਹੜਾ ਸਵਾਲ ਹੈ ਉਹਦਾ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਾਂਗੇ। ਸੋ ਗੱਲਬਾਤ ਦਾ ਅੱਜ ਇਲੈਕਸ਼ਨ ਪ੍ਰੈਕਟਿਸ ਦੇ ਵਿੱਚ ਸਿਲਸਿਲਾ ਸ਼ੁਰੂ ਕਰਨਗੇ ਰਾਜ ਕਰਨਵੀਰ ਸਿੰਘ ਜੀ। ਜੀ ਬਿਲਕੁਲ ਸੁਸ਼ੀਲ ਜੀ, ਅਤੇ ਜਿੱਦਾਂ ਤੁਸੀਂ ਦੱਸਿਆ ਅੱਜ ਦਾ ਜਿਹੜਾ ਦਿਨ ਕਾਫੀ ਜਿਹੜਾ ਧਮਾਕਾਪੂਰਨ ਦਿਨ ਰਿਹਾ ਆ, ਖਾਸ ਕਰਕੇ ਜਿਹੜੇ ਸਿਆਸੀ ਸਮੀਕਰਨ ਆ ਉਸ ਨੂੰ ਲੈ ਕੇ, ਰਾਜਨੀਤਿਕ ਸਮੀਕਰਨ ਨੂੰ ਲੈ ਕੇ, ਚੋਣਾਂ ਨੂੰ ਲੈ ਕੇ। ਅਤੇ ਸਭ ਤੋਂ ਪਹਿਲੀ ਜਿਹੜੀ ਗੱਲ ਆ ਉਹ ਆਪਾਂ ਕਰਾਂਗੇ 1984 ਦੇ ਜਿਹੜੇ ਸਿੱਖ ਕਤਲੇਆਮ ਆ ਉਸ ਨੂੰ ਲੈ ਕੇ, ਜੋ ਕਿ ਦਿੱਲੀ ਦੇ ਵਿੱਚ ਦਿਨ ਦਿਹਾੜੇ ਲਗਾਤਾਰ ਜਿਹੜੇ ਅਜੇ ਕਈ ਦਿਨ ਉੱਥੇ ਸਿੱਖਾਂ ਦਾ ਕਤਲੇਆਮ ਹੋਇਆ, ਉਸ ਨੂੰ ਲੈ ਕੇ ਕੋਬਰਾ ਪੋਸਟ ਦੇ ਵੱਲੋਂ ਬਹੁਤ ਹੀ ਜਿਹੜੇ ਅਹਿਮ ਅਤੇ ਸਨਸਨੀਖੇਜ਼ ਜਿਹੜੇ ਖੁਲਾਸੇ ਆ ਉਹ ਸਾਹਮਣੇ ਆਏ ਆ, ਜਿਸ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਜਿਹੜੀ ਆ ਪੁਸ਼ਟੀ ਕੀਤੀ ਉਸ ਸਟਿੰਗ ਆਪਰੇਸ਼ਨ ਦੇ ਵਿੱਚ ਵੀ ਉਹਨਾਂ ਨੂੰ ਸਰਕਾਰ ਨੇ ਕਿਹਾ ਸੀਗਾ ਵੀ ਤੁਸੀਂ ਜੇ ਕੋਈ ਵੀ ਸਿੱਖਾਂ ਨੂੰ ਕੋਈ ਮਾਰਦਾ ਹੈ, ਜੇ ਉਸਨੂੰ ਫੜਦੇ ਆ ਤਾਂ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਨੀ। ਅਤੇ ਇਨਫੈਕਟ ਕਈਆਂ ਨੇ ਸਿੱਖਾਂ ਨੂੰ ਮਾਰਨ ਤੱਕ ਦੇ ਜਿਹੜੇ ਆ ਹੁਕਮ ਆ ਉਹ ਵੀ ਉਹਨਾਂ ਨੇ ਮਿਲੇ ਸੀ। ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਇਸ ਕੋਬਰਾ ਪੋਸਟ ਦੇ ਸਟਿੰਗ ਆਪਰੇਸ਼ਨ ਖੁਲਾਸੇ ਤੋਂ ਬਾਅਦ? ਦੇਖੋ, ਅਸੀਂ ਗੱਲਾਂ ਦੁਹਰਾਉਣੀਆਂ ਨਹੀਂ ਚਾਹੁੰਦੇ ਕਿਉਂਕਿ ਸਾਡੇ ਨਿਊਜ਼ ਬੁਲੇਟਿਨ ਦੇ ਵਿੱਚ ਬੜੀ ਡਿਟੇਲ 'ਚ ਅਸੀਂ ਇਹ ਸਾਰੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਜਿਹੜਾ ਜ਼ਿਕਰ ਤੁਸੀਂ ਕੀਤਾ ਉਹਦੇ 'ਚ ਕੋਬਰਾ ਪੋਸਟ ਜਿਹੜਾ ਇੱਕ ਖੋਜੀ ਕਿਸਮ ਦੀ ਵੈਬਸਾਈਟ ਹੈ ਜਾਂ ਪੋਰਟਲ ਹੈ, ਉਹਨੇ ਜਿਹੜਾ ਸਟਿੰਗ ਆਪਰੇਸ਼ਨ ਕੀਤਾ ਉਹਨੇ ਵਿਸ਼ੇਸ਼ ਤੌਰ ਤੇ ਉਹਨਾਂ ਲੋਕਾਂ ਨਾਲ ਗੱਲ ਕੀਤੀ ਹੈ ਜਿਹੜੇ ਉਸ ਵੇਲੇ ਦਿੱਲੀ ਪੁਲਿਸ ਦੇ ਵਿੱਚ ਵੱਖ ਵੱਖ ਥਾਣਿਆਂ ਦੇ ਚੀਫ ਸਨ, ਜਿਹਨੂੰ ਆਪਾਂ SHO ਕਹਿੰਦੇ ਹਾਂ ਜੀ। ਤੇ ਉਹਨਾਂ ਨੇ ਲਗਭਗ ਜਿਹਦੇ 'ਚ ਖਾਸ ਤੌਰ ਤੇ ਜਿਹੜੇ ਇਲਾਕੇ, ਖਾਸ ਤੌਰ ਤੇ ਪੰਜਾਬੀ ਇਲਾਕੇ ਜਾਂ ਸਿੱਖ ਇਲਾਕੇ, ਜਿਹੜੀ ਬਹੁਤ ਗਿਣਤੀ ਉੱਥੇ ਸਿੱਖਾਂ ਦੀ ਰਹਿੰਦੀ ਸੀ, ਉਹ ਇਲਾਕੇ ਕਲਿਆਣਪੁਰੀ, ਦਿੱਲੀ ਛਾਉਣੀ, ਮਹਿਰੌਲੀ, ਕ੍ਰਿਸ਼ਨਾ ਨਗਰ ਤੇ ਸ਼੍ਰੀਨਿਵਾਸਪੁਰੀ, ਇੱਥੋਂ ਦੇ ਜਿਹੜੇ ਥਾਣਾ ਅਫਸਰ ਰਹੇ, SHO ਰਹੇ, ਉਹਨਾਂ ਨਾਲ ਗੱਲਬਾਤ ਕੀਤੀ। ਸਟਿੰਗ ਆਪਰੇਸ਼ਨ ਦੇ ਵਿੱਚ ਜਿਹੜੇ ਪੱਤਰਕਾਰ ਸ਼ਾਮਲ ਸੀ ਉਹਨਾਂ ਨੇ, ਤੇ ਇਹਨਾਂ ਸਾਰਿਆਂ ਨੇ ਲਗਭਗ ਇੱਕੋ ਗੱਲ ਕਹੀ ਵੀ ਉਸ ਵੇਲੇ ਦੇ ਹਾਈ ਲੈਵਲ ਦੇ ਪੁਲਿਸ ਅਫਸਰਾਂ ਦੀ ਸਰਕਾਰ ਦੇ ਨਾਲ ਮਿਲੀ ਭੁਗਤ ਸੀ, ਜਿਹਦੇ ਕਰਕੇ ਸਾਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਵੀ ਕੇਂਦਰਾ ਜ਼ਿੰਦਾਬਾਦ ਕਹਿ ਕੇ ਦੰਗਾ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਦੇ ਖਿਲਾਫ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕਰਨੀ, ਸਗੋਂ ਉਹਨਾਂ ਨੂੰ ਕੁਝ ਨਹੀਂ ਕਹਿਣਾ, ਮੂਕ ਦਰਸ਼ਕ ਬਣ ਕੇ ਰਹਿਣਾ ਤੇ ਕੁਝ ਸਮਾਂ ਖੁੱਲ੍ਹ ਕੇ ਖੇਡਣ ਦੀ ਉਹਨਾਂ ਨੂੰ ਆਗਿਆ ਦੇਣੀ ਜੀ। ਹੁਣ ਨਾਲ ਦੀ ਨਾਲ ਜਿਹੜੀ ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜੇ ਇਹ ਲੋਕ ਸੀ ਜਿਹੜੇ ਇਹ ਸਾਰਾ ਕੁਝ ਮਾਰ ਕੱਟ ਕਰ ਰਹੇ ਸੀ, ਸਾੜ ਫੂਕ ਕਰ ਰਹੇ ਸੀ, ਲੁੱਟਾਂ ਖੋਹਾਂ ਕਰ ਰਹੇ ਸੀ, ਇਹਦੇ ਵਿੱਚ ਕੁਝ ਥਾਂ ਤੇ ਪੁਲਿਸ ਨੇ ਵੀ ਉਹਨਾਂ ਦਾ ਸਾਥ ਦਿੱਤਾ ਜੀ। ਲੁੱਟ ਖੋਹ ਦੇ ਵਿੱਚ, ਮਾਰ ਕਟਾਈ ਦੇ ਵਿੱਚ ਪੁਲਿਸ ਦਾ ਇੱਕ ਹਿੱਸਾ ਵੀ ਸ਼ਾਮਲ ਰਿਹਾ। ਰੋਕਣ ਦੀ ਗੱਲ ਬਹੁਤ ਦੂਰ, ਮੂਕ ਦਰਸ਼ਕ ਬਣੇ ਰਹਿਣਾ ਉਹ ਵੀ ਗੱਲ ਇੱਕ ਪਾਸੇ ਰਹਿ ਗਈ। ਕੁਝ ਪੁਲਿਸਮੈਨ ਜਿਹੜੇ ਆ ਉਹ ਨਾਲ ਉਹਨਾਂ ਲੋਕਾਂ ਦੇ ਸ਼ਾਮਲ ਹੋਏ, ਲੁਟੇਰਿਆਂ ਦੇ, ਕਾਤਲਾਂ ਦੇ ਨਾਲ ਜੀ। ਤੇ ਫਿਰ ਓਵਰਆਲ ਜਿਹੜੀਆਂ ਰਿਕਾਰਡ ਹੋਣੀਆਂ ਸੀ ਸੂਚਨਾਵਾਂ, ਸਿਰਫ 2% ਰਿਕਾਰਡ ਹੋਈਆਂ ਸਾਰੀਆਂ। ਜਿਹੜੇ ਪੀੜਤ ਲੋਕ ਸੀ ਉਹਨਾਂ ਦੇ ਕੇਸ ਹੀ ਨਹੀਂ ਦਰਜ ਕੀਤੇ ਗਏ, ਜਾਂ ਜੇ ਕੋਈ ਕੇਸ ਦਰਜ ਹੋਇਆ ਤੇ ਉਹ ਲੁੱਟ ਖਸੁੱਟ ਦਾ ਕੇਸ ਵੱਖਰਾ ਹੋਣਾ ਚਾਹੀਦਾ ਹੁੰਦਾ ਤੇ ਸਾੜ ਫੂਕ ਦਾ ਵੱਖਰਾ, ਕਤਲ ਦਾ ਵੱਖਰਾ। ਇੱਕੋ ਥਾਂ ਤੇ ਉਹ ਕੇਸ ਜਿਹੜਾ ਆ ਰਸਮੀ ਤੌਰ ਦੇ ਉੱਤੇ ਦਰਜ ਕਰ ਲਿਆ ਗਿਆ।
FIR ਦਰਜ ਕਰਕੇ ਖਾਨਾ ਪੂਰਤੀ ਕੀਤੀ ਗਈ ਜੀ। ਤੇ ਉਸ ਵੇਲੇ ਦੇ ਜਿਹੜੇ ਵੱਡੇ ਪੁਲਿਸ ਅਫਸਰਾਂ ਨਾਲ ਜਦੋਂ ਗੱਲ ਕੀਤੀ ਗਈ ਹਿਡਨ ਕੈਮਰੇ ਦੇ ਨਾਲ, ਜਿਹੜਾ ਕੋਬਰਾ ਪੋਸਟ ਵਾਲਿਆਂ ਨੇ, ਜਿਹੜੇ SHO ਸੀ ਉਹਨਾਂ ਨੇ ਤਾਂ ਗੱਲਾਂ ਮੰਨੀਆਂ, ਪਰ ਜਿਹੜੇ ਵੱਡੇ ਪੁਲਿਸ ਅਫਸਰ ਹੈ ਉਹ ਸਵਾਲਾਂ ਨੂੰ ਟਾਲ ਗਏ ਜਾਂ ਕਿਸੇ ਵੀ ਕਿਸਮ ਦੀ ਜਾਣਕਾਰੀ ਨਾ ਹੋਣ ਦੀ ਜਿਹੜੀ ਗੱਲ ਹੈ ਉਹ ਕਰਦੇ ਰਹੇ। ਸੋ ਇਹਦੇ ਤੋਂ ਇਹ ਗੱਲ ਸਾਫ਼ ਹੋ ਗਈ ਕਿ ਦਿੱਲੀ ਦੇ ਵਿੱਚ ਜੋ ਕੁਝ ਵੀ 84 ਦੇ ਵਿੱਚ ਹੋਇਆ ਉਹਦੇ ਵਿੱਚ ਮਿਲੀ ਭੁਗਤ ਜਿਹੜੀ ਆ ਬਹੁਤ ਜ਼ਿਆਦਾ ਸੀ। ਜੀ ਜੀ। ਇਸ ਗੱਲ ਨੂੰ ਧਿਆਨ 'ਚ ਸਾਨੂੰ ਰੱਖਣਾ ਪਏਗਾ ਵੀ ਇਹ ਗੱਲਾਂ ਜਿਹੜੀਆਂ ਕੋਬਰਾ ਪੋਸਟ ਹੁਣ ਸਾਹਮਣੇ ਲਿਆਉਂਦੀਆਂ, ਇਹ ਗੱਲਾਂ ਕੋਈ ਪਹਿਲੀ ਵਾਰ ਨਹੀਂ ਆਈਆਂ। ਇਹ ਗੱਲਾਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਜੋ ਕੁਝ ਵੀ ਹੋਇਆ, ਪਰ ਹੁਣ ਐਵੀਡੈਂਸ ਦੇ ਤੌਰ ਤੇ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ, ਵਰਤ ਸਕਦੇ ਹੋ। ਉਹ ਲੋਕਾਂ ਦੇ ਬਿਆਨ ਜਿਹੜੇ SHO ਜਿਹੜੇ ਓਪਨਲੀ ਹਿਡਨ ਕੈਮਰੇ ਦੇ ਸਾਹਮਣੇ ਕਹਿ ਰਹੇ ਹੈ, ਤਾਂ ਜਿਹੜੇ ਲੋਕ ਕੇਸ ਲੜ ਰਹੇ ਨੇ ਪੀੜਤ ਧਿਰ ਦਾ, ਉਹਨਾਂ ਦੇ ਕੋਲ ਇੱਕ ਐਵੀਡੈਂਸ ਹੋ ਸਕਦਾ ਹੈ। ਪਰ ਇਹ ਗੱਲ ਨਾਲ ਦੀ ਨਾਲ ਹੈ ਜਿਹੜੀ ਮੈਂ ਜ਼ਿਕਰ ਕੀਤਾ ਕਿ ਪਿਛਲੇ 30 ਸਾਲਾਂ ਤੋਂ ਇਨਸਾਫ ਦੀ ਉਡੀਕ ਦੇ ਵਿੱਚ ਜਿਹੜੇ ਲੋਕ ਬੈਠੇ ਹੈ, ਉਹਨਾਂ ਦੀ ਤੀਜੀ ਪੀੜ੍ਹੀ ਸਾਡੇ ਸਾਹਮਣੇ ਆ ਗਈ ਹੈ। ਉਹਨਾਂ ਦੀ ਜਿਹੜੀ ਤੀਜੀ ਪੀੜ੍ਹੀ ਹੈ ਉਹਨਾਂ ਬੱਚਿਆਂ ਵਾਸਤੇ ਕਿਸੇ ਕਿਸਮ ਦਾ ਸੁਰੱਖਿਅਤ ਮਾਹੌਲ ਅੱਜ ਵੀ ਨਹੀਂ, ਚਾਹੇ ਦਿੱਲੀ ਦੇ ਵਿੱਚ ਹੈ ਚਾਹੇ ਦੇਸ਼ ਦੇ ਕਿਸੇ ਹਿੱਸੇ 'ਚ ਵੀ ਉੱਜੜ ਕੇ ਚਲੇ ਗਏ। ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਹੈ ਉਹਨਾਂ ਦਾ ਉਸ ਵੇਲੇ ਵਰਤਮਾਨ ਤਾਂ ਤਬਾਹ ਹੋਇਆ ਜੀ, ਉਹਨਾਂ ਦਾ ਭਵਿੱਖ ਵੀ ਐਸਾ ਤਬਾਹ ਹੋਇਆ ਕਿ ਅੱਜ ਕਿਤੇ ਵੀ ਉਹਨਾਂ ਵਾਸਤੇ ਸਿੱਖਿਆ ਤੋਂ ਲੈ ਕੇ ਸਿਹਤ ਸਹੂਲਤ ਤੱਕ ਜਾਂ ਰਿਹਾਇਸ਼ ਤੱਕ ਜਾਂ ਜਿਹਨੂੰ ਅਸੀਂ ਪੁਨਰਵਾਸ ਕਹਿੰਦੇ ਉਹਦੀ ਵਿਵਸਥਾ ਨਹੀਂ ਕੀਤੀ ਗਈ। ਤੇ ਹੁਣ ਲਾਜ਼ਮੀ ਤੌਰ ਦੇ ਉੱਤੇ ਇਹ ਜਿਹੜਾ ਕੋਬਰਾ ਪੋਸਟ ਦਾ ਸਟਿੰਗ ਆਪਰੇਸ਼ਨ ਹੈ, ਇਹ ਕੁਝ ਲੋਕਾਂ ਵਾਸਤੇ ਜ਼ਰੂਰ ਇੱਕ ਪੁਲ ਮੁਹੱਈਆ ਕਰਵਾ ਸਕਦਾ ਹੈ ਜਿਹੜੇ ਲੋਕ ਲੜ ਰਹੇ ਆ ਆਪਣੇ ਹੱਕਾਂ ਲਈ, ਵੀ ਇਹਦੇ ਵਿੱਚ ਸ਼ਾਮਲ ਜਿਹੜੇ ਲੋਕ ਹੈ ਪੁੱਛਗਿੱਛ ਦੇ ਵਿੱਚ, ਉਹਨਾਂ ਨੂੰ ਇੱਕ ਐਵੀਡੈਂਸ ਲੈ ਕੇ ਉਹਨਾਂ ਦੀ ਗਵਾਹੀ ਜਿਹੜੀ ਹੈ ਉਹ ਅਦਾਲਤਾਂ ਦੇ ਵਿੱਚ ਜਾ ਸਕਦੀ ਹੈ ਤੇ ਜਿਹੜੇ ਲੋਕ ਕਸੂਰਵਾਰ ਹੈ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਇੱਕ ਅਹਿਮ ਦਸਤਾਵੇਜ਼ ਦੇ ਤੌਰ ਤੇ ਸਾਰੀਆਂ ਚੀਜ਼ਾਂ ਪੇਸ਼ ਹੋ ਸਕਦੀਆਂ। ਪਰ ਫਿਰ ਸਾਡੀ ਇਹੀ ਗੱਲ ਹੈ ਕਿ ਕੋਬਰਾ ਪੋਸਟ ਦਾ ਜਿਹੜਾ ਇਹ ਖੁਲਾਸਾ ਆ, ਨੰਬਰ ਇੱਕ ਤਾਂ ਇਹ ਕੋਈ ਨਵੀਂ ਗੱਲ ਨਹੀਂ, ਪਤਾ ਪਹਿਲੇ ਸਾਰਾ ਕੁਝ ਹੈ, ਸਰਕਾਰਾਂ ਨੂੰ ਵੀ ਪਤਾ, ਸਿਆਸੀ ਲੀਡਰਸ਼ਿਪ ਨੂੰ ਵੀ ਪਤਾ ਹੈ, ਪਰ ਨਾਲ ਦੀ ਨਾਲ ਇਹਦੀ ਜਿਹੜੀ ਟਾਈਮਿੰਗ ਹੈ, ਜਿਸ ਟਾਈਮ ਦੇ ਉੱਤੇ ਖੁਲਾਸਾ ਕੀਤਾ ਗਿਆ, ਇਹ ਟਾਈਮਿੰਗ ਰਾਜਨੀਤਿਕ ਤੌਰ ਦੇ ਉੱਤੇ ਜਦੋਂ ਚੋਣਾਂ ਚੱਲ ਰਹੀਆਂ ਇਸ ਵੇਲੇ, ਉਹ ਕਿਸੇ ਇੱਕ ਖਾਸ ਧਿਰ ਨੂੰ ਜਿਹੜਾ ਲਾਭ ਪਹੁੰਚਾ ਸਕਦੀ ਹੈ ਇਹਦੀ ਇਹ ਟਾਈਮਿੰਗ। ਜਿਹੜੇ ਪੀੜਤ ਲੋਕ ਹੈ ਉਹਨਾਂ ਦਾ ਇਨਸਾਫ ਫਿਰ ਕਿਤੇ ਪਿੱਛੇ ਰਹਿ ਸਕਦਾ। ਪੀੜਤ ਧਿਰ ਜਿਹੜੀ ਹੈ, ਪੀੜਤ ਲੋਕ ਜਿਹੜੇ ਹੈ, ਪੀੜਤ ਟੱਬਰ ਜਿਹੜੇ ਹੈ, ਪੀੜਤ ਬੱਚੇ ਜਿਹੜੇ ਹੈ, ਉਹਨਾਂ ਨੂੰ ਸ਼ਾਇਦ ਇਨਸਾਫ ਜਿਹੜਾ ਹਾਲੇ ਵੀ ਨਾ ਮਿਲੇ, ਪਰ ਫੌਰੀ ਤੌਰ ਦੇ ਉੱਤੇ ਕੋਬਰਾ ਪੋਸਟ ਦੀ ਜਿਹੜੀ ਟਾਈਮਿੰਗ ਹੈ ਇਸ ਖੁਲਾਸੇ ਦੀ, ਇਹ ਇੱਕ ਖਾਸ ਰਾਜਨੀਤਿਕ ਧਿਰ ਨੂੰ ਲਾਭ ਜ਼ਰੂਰ ਦੇ ਸਕਦੀ ਹੈ ਇਹਨਾਂ ਚੋਣਾਂ ਦੇ ਵਿੱਚ। ਯਾਨੀ ਇਹ ਜਿਹੜਾ ਬੜਾ ਇਮੋਸ਼ਨਲ ਤੇ ਬੜਾ ਭਾਵਨਾਤਮਕ ਤੌਰ ਤੇ ਬੜਾ ਜਿਹੜਾ ਸਾਡੀ ਨਿੱਜ ਦੇ ਨਾਲ ਜੁੜਿਆ ਹੋਇਆ, ਸਾਡੇ ਭਾਈਚਾਰੇ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ। ਇਹ ਮਾਮਲਾ ਇਨਸਾਫ ਵੱਲ ਕਦਮ ਜਿਹੜੇ ਆ ਵਧਣ ਨਾ ਵਧਣ ਵੱਖਰੀ ਗੱਲ ਹੈ, ਪਰ ਵੋਟਾਂ ਵਾਸਤੇ ਜਿਹੜਾ ਆ ਇੱਕ ਜ਼ਰੂਰੀ ਮਾਮਲਾ ਬਣਾ ਦਿੱਤਾ ਗਿਆ, ਜਿਹਦੇ ਵਿੱਚੋਂ ਵੋਟਾਂ ਦਾ ਜਿਹੜਾ ਛਾਬਾ ਜਿਹੜਾ ਆ ਉਹਦੇ ਛੱਤ ਪਾ ਕੇ ਕੁਝ ਲੋਕ ਵੋਟਾਂ ਕੱਢਣਗੇ। ਜਿਹੜੀ ਇਸ ਮਸਲੇ ਨੂੰ ਵੀ ਵੋਟਾਂ ਦਾ ਇੱਕ ਟੂਲ ਬਣਾ ਦਿੱਤਾ ਗਿਆ, ਸਾਡੀ ਇਹ ਸਮਝ ਹੈ। ਜੀ ਬਿਲਕੁਲ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਵੀ ਜਿਹੜੀਆਂ ਸਿਆਸੀ ਪਾਰਟੀਆਂ ਹਮੇਸ਼ਾ ਹੀ ਵੋਟਾਂ ਦੀ ਜਿਹੜੀ ਰਾਜਨੀਤੀ ਕਰਦੀ ਆ ਤੇ ਆਉਣ ਵਾਲੇ ਸਮੇਂ 'ਚ ਸ਼ਾਇਦ ਕਰਦੀਆਂ ਵੀ ਰਹਿਣਗੀਆਂ। ਤੇ ਜਿਹੜੀ ਅਗਲਾ ਅੱਜ ਦੇ ਦਿਨ ਜਿਹੜਾ ਅਹਿਮ ਖੁਲਾਸਾ ਜਿਹੜਾ ਸਾਹਮਣੇ ਆਇਆ ਆ, ਜਿਸ ਦੇ ਵਿੱਚ ਸਾਬਕਾ DGP ਸ਼ਸ਼ੀ ਕਾਂਤ, ਉਹਨਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਇੱਕ ਧਮਾਕਾ ਕੀਤਾ ਆ, ਜਿਸ ਦੇ ਵਿੱਚ ਉਹਨਾਂ ਨੇ 6 ਜਾਣਿਆਂ ਦੇ ਜਿਹੜੇ ਨਾਮ ਲਏ ਆ, 6 ਤੋਂ 7 ਜਾਣਿਆਂ ਦੇ ਜਿਹਨੇ ਨਾਮ ਲਏ ਆ, ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜੀ 3 ਪੇਜਾਂ ਦੀ ਲਿਸਟ ਉਹਨਾਂ ਨੇ ਪਹਿਲੋਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ, ਚੀਫ ਮਿਨਿਸਟਰ ਹੋਣਾ ਨੂੰ ਦਿੱਤੀ ਸੀ ਵੀ ਜਿਹੜੇ ਨਸ਼ੇ ਦੇ ਸੌਦਾਗਰ ਆ ਉਹਨਾਂ ਦੇ ਜਿਹੜੇ ਨਾਮ ਅੱਜ ਉਹਨਾਂ ਨੇ ਜਿਹੜੇ ਸਾਰਿਆਂ ਦੇ ਸਾਹਮਣੇ ਪ੍ਰੈਸ ਕਾਨਫਰੰਸ 'ਚ ਦਿੱਤੇ ਆ। ਸਭ ਤੋਂ ਪਹਿਲਾਂ ਦੱਸੋ ਜੀ ਉਹ ਕੌਣ ਨੇ ਤੇ ਇਸ ਦੇ ਨਾਲ ਜਿਹੜਾ ਇਸ ਟਾਈਮ ਜਿਹੜਾ ਸਿਆਸੀ ਸਮੀਕਰਨ ਆ ਉਹ ਕਿਸ ਤਰੀਕੇ ਦੇ ਨਾਲ ਬਦਲ ਸਕਦਾ ਹੈ ਤੇ ਇਹ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਦੇ ਲਈ ਇਹ ਇੱਕ ਅਹਿਮ ਗੱਲ ਆ, ਅਹਿਮ ਖਬਰ ਆ, ਇਹ ਕਿਵੇਂ ਬਣਦੀ ਆ? ਦਰਅਸਲ ਇੱਕ ਸਵਾਲ ਦੇ ਵਿੱਚ ਹੀ ਬਹੁਤ ਸਾਰੇ ਸਵਾਲ ਬੈਠੇ ਨੇ ਜੀ। ਨੰਬਰ ਇੱਕ ਤਾਂ ਇਹਦੀ ਡਿਟੇਲ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਸ਼ਸ਼ੀ ਕਾਂਤ ਜਿਹੜੇ ਪੰਜਾਬ ਦੀਆਂ ਜੇਲ੍ਹਾਂ ਦੇ DGP ਰਹਿ ਚੁੱਕੇ ਆ,
ਉਹ ਕਾਫੀ ਸਮੇਂ ਤੋਂ ਇਹ ਮੁੱਦਾ ਉਠਾਉਂਦੇ ਰਹੇ ਆ, ਜਿਹੜਾ ਜ਼ਿਕਰ ਤੁਸੀਂ ਵੀ ਕੀਤਾ ਕਿ ਕਿਵੇਂ ਇੱਕ ਸੂਚੀ 4 ਸਫ਼ਿਆਂ ਦੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦੇਣ ਦਾ ਵੀ ਉਹ ਦਾਅਵਾ ਕਰਦੇ ਰਹੇ, ਅੱਜ ਵੀ ਦਾਅਵਾ ਕੀਤਾ ਉਹਨਾਂ ਨੇ ਜੀ। ਪਰ ਉਹਨਾਂ ਨੇ ਬਾਦਲ ਸਾਹਿਬ ਦੇ ਲਫ਼ਜ਼ਾਂ ਦੇ ਵਿੱਚ ਦੱਸੀ ਗੱਲ ਵੀ ਜਦੋਂ ਇਹ ਡਰੱਗ ਦਾ ਧੰਦਾ ਕਰਨ ਵਾਲਿਆਂ ਦੀ ਸੂਚੀ ਦਿੱਤੀ ਮੈਂ ਬਾਦਲ ਸਾਹਿਬ ਨੂੰ, ਤਾਂ ਬਾਦਲ ਸਾਹਿਬ ਕਹਿੰਦੇ ਏਦਾਂ ਦੇ ਕੰਮ ਤੁਸੀਂ ਨਾ ਕਰਿਆ ਕਰੋ ਜੀ। ਯਾਨੀ ਬਾਦਲ ਸਾਹਿਬ ਨੇ ਉਲਟਾ ਕੋਈ ਐਕਸ਼ਨ ਲੈਣ ਦੀ ਥਾਂ ਦੇ ਉੱਤੇ ਅਜਿਹਾ ਕੰਮ ਨਾ ਕਰਨ ਦੀ ਨਸੀਹਤ ਦਿੱਤੀ ਸ਼ਸ਼ੀ ਕਾਂਤ ਨੂੰ ਵੀ ਤੁਸੀਂ ਛੱਡੋ ਪਰੇ ਕਿਹੜੇ ਕੰਮਾਂ 'ਚ ਪੈ ਗਏ। ਹੁਣ ਇਸ ਵੇਲੇ 98 ਲੀਡਰਾਂ ਦੀ ਜਿਹੜੀ ਸੂਚੀ ਆ ਬਾਦਲ ਸਾਹਿਬ ਨੂੰ ਸੌਂਪਣ ਦੀ ਗੱਲ ਕਹੀ ਹੈ ਸ਼ਸ਼ੀ ਕਾਂਤ ਨੇ ਜੀ ਜੀ। ਤੇ ਨਾਲ ਸ਼ਸ਼ੀ ਕਾਂਤ ਨੇ ਜਿਹੜੇ ਓਪਨਲੀ ਨਾਂ ਲਏ ਹੈ ਉਹਦੇ 'ਚ 2 ਤਾਂ ਪੰਜਾਬ ਦੇ ਇਸ ਵੇਲੇ ਮੌਜੂਦਾ ਮੰਤਰੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈ, ਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਮੰਤਰੀ ਪੰਜਾਬ ਸਰਕਾਰ 'ਚ ਰਿਹਾ ਜੀ। ਉਹ ਜਿਹੜੇ 2 ਮੰਤਰੀ, ਇੱਕ ਦਾ ਨਾਂ ਗੁਲਜ਼ਾਰ ਸਿੰਘ ਰਣੀਕੇ ਲਿਆ ਉਹਨਾਂ ਨੇ ਤੇ ਇੱਕ ਦਾ ਨਾਂ ਅਜੀਤ ਸਿੰਘ ਕਹਾੜ, ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਭਤੀਜੇ ਜਿਮੀ ਕਾਲੀਆ ਦਾ ਨਾਂ ਲਿਆ, 2 ਅਕਾਲੀ ਐਮਐਲਏ ਵੀਰ ਸਿੰਘ ਲੋਕੋਕੇ ਤੇ ਵਿਰਸਾ ਸਿੰਘ ਬਲਟੋਆ ਦਾ ਨਾਂ ਲਿਆ, ਤੇ ਇੱਕ ਕਾਂਗਰਸੀ ਐਮਐਲਏ ਅੰਮ੍ਰਿਤਸਰ ਤੋਂ ਓਪੀ ਸੋਨੀ ਦਾ ਨਾਂ ਵੀ ਜਿਹੜਾ ਉਹਨਾਂ ਨੇ ਲਿਆ ਜੀ। ਹੁਣ ਇਹ ਨਾਂ ਉਹਨਾਂ ਨੇ ਲਏ ਹੈ, ਜਿਹੜੇ ਨਾਵਾਂ ਬਾਰੇ ਉਹਨਾਂ ਨੇ ਕਿਹਾ ਕਿ ਇਹ ਲੋਕ ਜਿਹੜੇ ਹੈ ਉਹ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਨੈਟਵਰਕ ਹੈ ਉਹਨੂੰ ਚਲਾਉਣ ਵਾਲੇ ਹੈ। ਨਾਲ ਸ਼ਸ਼ੀ ਕਾਂਤ ਨੇ ਇਹ ਵੀ ਦੱਸਿਆ ਕਿ ਜਦੋਂ ਉਹਨਾਂ ਨੂੰ ਪੰਜਾਬ ਦਾ ਡੀਜੀਪੀ ਜ਼ਿਲ੍ਹਾ ਬਣਾਇਆ ਗਿਆ ਤੇ ਉਹਨਾਂ ਨੇ ਜੇਲ੍ਹਾਂ ਦਾ ਦੌਰਾ ਕੀਤਾ ਤੇ ਦੇਖਿਆ ਕਿ ਅੰਦਰ ਤਾਂ ਜੇਲ੍ਹਾਂ 'ਚ ਖੁੱਲ੍ਹੇਆਮ ਸਮੈਕ ਵਿਕ ਰਹੀ ਹੈ। ਜੀ ਜੀ। ਕਪੂਰਥਲਾ ਜੇਲ੍ਹ ਦਾ ਉਹਨਾਂ ਜ਼ਿਕਰ ਕੀਤਾ ਕਿ ਰੋਜ਼ 1 ਕਿਲੋ ਸਮੈਕ ਉੱਥੇ ਵਿਕਦੀ ਸੀ, ਕਿ ਜੇਲ੍ਹਾਂ ਦੇ ਅੱਧੇ ਤੋਂ ਜ਼ਿਆਦਾ ਕੈਦੀ ਨਸ਼ਿਆਂ ਦੇ ਆਦੀ ਬਣ ਚੁੱਕੇ ਸੀ, ਤੇ 70 ਕਰੋੜ ਰੁਪਏ ਦੀ ਸਮੈਕ ਉਸ ਵੇਲੇ ਜਦੋਂ ਪੰਜਾਬ ਜੇਲ੍ਹਾਂ ਦੇ ਡੀਜੀਪੀ ਸੀ ਸ਼ਸ਼ੀ ਕਾਂਤ, ਉਹਨਾਂ ਦਾ ਦਾਅਵਾ ਹੈ ਕਿ 70 ਕਰੋੜ ਰੁਪਏ ਦੀ ਸਮੈਕ ਉਸ ਵੇਲੇ ਰੋਜ਼ ਵਿਕਦੀ ਸੀ ਪੰਜਾਬ ਦੀਆਂ ਜੇਲ੍ਹਾਂ 'ਚ। ਜੀ ਜੀ। ਤੇ ਇਹਨੂੰ ਬੜੇ ਸੀਰੀਅਸਲੀ ਲੈ ਕੇ ਉਦੋਂ ਦੇ ਐਸਡੀਐਮ ਸੀਗੇ ਕੋਟਕਪੂਰਾ ਤੱਕ, ਉਹਨਾਂ ਨੇ ਇੱਕ ਰਿਪੋਰਟ ਤਿਆਰ ਕਰਵਾਈ ਸੀ ਜਿਸ 'ਚ ਦੇਖਿਆ ਗਿਆ ਕਿ ਜੇਲ੍ਹਾਂ 'ਚ ਬੰਦ 85% ਕੈਦੀ ਨਸ਼ਿਆਂ ਦੇ ਆਦੀ ਹੈ। ਔਰ ਸਵਾਲ ਇਹ ਪੈਦਾ ਹੋ ਗਿਆ ਕਿ ਜੇ ਇਹ ਸਾਰਾ ਕੁਝ ਸੀ ਤੇ ਉਦੋਂ ਉਹਨਾਂ ਨੇ ਸ਼ਸ਼ੀ ਕਾਂਤ ਹੋਰਾਂ ਨੇ ਇਹਦੇ ਤੇ ਇਸ ਰੂਪ 'ਚ ਗੱਲ ਕਿਉਂ ਨਹੀਂ ਕੀਤੀ ਜਿਸ ਰੂਪ 'ਚ ਅੱਜ ਉਹ ਗੱਲ ਕਰ ਰਹੇ ਜੀ ਜੀ ਜੀ। ਤਾਂ ਇਹਦਾ ਜਵਾਬ ਵੀ ਸ਼ਸ਼ੀ ਕਾਂਤ ਦਿੰਦੇ ਆ ਇਹ ਕਹਿ ਕੇ ਵੀ ਉਸ ਵੇਲੇ ਮੈਂ ਸਰਵਿਸ ਵਿੱਚ ਸੀਗਾ ਤੇ ਮਜਬੂਰ ਸੀ, ਪਰ ਹੁਣ ਮੇਰੀ ਆਤਮਾ ਕਹਿੰਦੇ ਮੈਨੂੰ ਰੋਜ਼ ਕੋਸਦੀ ਹੈ ਤੇ ਮੇਰੀ ਜ਼ਮੀਰ ਮੈਨੂੰ ਝਕਝੋਰਦੀ ਹੈ ਵੀ ਤੂੰ ਇੰਨੇ ਸਮੇਂ ਤੱਕ ਚੁੱਪ ਕਿਉਂ ਬੈਠਾ ਰਿਹਾ, ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ 'ਚ ਧੱਸ ਚੁੱਕੀ ਹੈ, ਹੁਣ ਤੈਨੂੰ ਬੋਲਣਾ ਚਾਹੀਦਾ। ਜੀ ਜੀ। ਨਾਲ ਹੀ ਸ਼ਸ਼ੀ ਕਾਂਤ ਨੇ ਇਹ ਕਿਹਾ ਕਿ ਉਹਦੀ ਜਾਨ ਨੂੰ ਖਤਰਾ ਹੈ, ਇਸ ਕਰਕੇ ਉਹਨਾਂ ਨੇ ਇਹ ਜਿਹੜੀ ਸੂਚੀ ਆ ਉਹ ਤਾਂ ਦਿੱਤੀ ਆਪਣੇ ਵਕੀਲ ਨੂੰ, ਨਾਲ ਜਿਹੜੇ ਪੁਖਤਾ ਕਿਸਮ ਦੇ ਐਵੀਡੈਂਸ ਜਾਂ ਸਬੂਤ ਆ ਉਹ ਵੀ ਆਪਣੇ ਵਕੀਲ ਨੂੰ ਦੇ ਦਿੱਤੀ ਹੈ, ਤੇ ਉਹਨੂੰ ਕਿਹਾ ਕਿ ਜੇ ਮੈਨੂੰ ਕੁਝ ਹੋ ਜਾਵੇ ਇਹ ਸੂਚੀ ਤੁਸੀਂ ਸਬੂਤ ਦੇ ਤੌਰ ਤੇ ਲੋਕਾਂ 'ਚ ਆਮ ਕਰ ਦਿਓ, ਲੋਕਾਂ 'ਚ ਜਨਤਕ ਕਰ ਦਿਓ, ਜਿਹੜੀ ਪਬਲਿਕਲੀ ਕਰ ਦਿਓ। ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਇਸ਼ੂ ਬਣ ਗਈ ਜੀ। ਵੱਖਰੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਦੋਸ਼ ਲਾਏ ਆ ਉਹਦੇ ਵੱਡੀ ਲੀਡਰਸ਼ਿਪ ਵੱਲੋਂ ਤਾਂ ਹਾਲੇ ਕੋਈ ਬੋਲਿਆ ਨਹੀਂ, ਪਰ ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਦੇ ਇਹਨਾਂ ਦੋਸ਼ਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੈਕਟਰੀ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਇੱਕ ਬਿਆਨ ਦਿੱਤਾ ਕਿ ਇਹ ਤਾਂ ਇੱਕ ਹਤਾਸ਼ ਕਿਸਮ ਦੇ ਬੰਦੇ ਵੱਲੋਂ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਜਿਹੜੇ ਹੈ ਇਹ ਦੋਸ਼ ਲਾਏ ਗਏ ਆ। ਹੋਰ ਇਹਦੇ 'ਚ ਕੋਈ ਗੱਲ ਵੀ ਹੈ ਨਹੀਂ, ਕਿਉਂਕਿ ਸ਼ਸ਼ੀ ਕਾਂਤ ਦਾ ਫੁੱਲ ਫਲੈਜ ਜਿਹੜਾ ਡੀਜੀਪੀ ਬਣਨ ਦਾ ਸੁਪਨਾ ਪੂਰਾ ਨਹੀਂ ਸੀ ਹੋਇਆ। ਹੁਣ ਇਹ ਬੜੀ ਅਜੀਬ ਜਿਹੀ ਗੱਲ ਹੈ ਵੀ ਇੱਕ ਬੰਦੇ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਕਹਿਣਾ ਕਿ ਇੱਕ ਬੰਦੇ ਦਾ ਫੁੱਲ ਫਲੈਜ ਡੀਜੀਪੀ ਬਣਨ ਦਾ ਸੁਪਨਾ ਪੂਰਾ ਨਹੀਂ ਹੋਇਆ ਤੇ ਉਹ ਸਰਕਾਰ ਤੇ ਦੋਸ਼ ਲਾ ਰਿਹਾ। ਅਸੀਂ ਇਹਦੇ ਵਿੱਚੋਂ ਗੱਲ ਕਰਨੀ ਇਹ ਚਾਹੁੰਦੇ ਹਾਂ ਵੀ ਸ਼ਸ਼ੀ ਕਾਂਤ ਨੇ ਕਿਹਾ ਕਿ ਉਹਨੇ 98 ਲੋਕਾਂ ਦੀ ਸੂਚੀ ਉਸ ਵੇਲੇ ਵੀ ਜਦੋਂ ਪੰਜਾਬ ਜਿਹਨਾਂ ਦੇ ਡੀਜੀਪੀ ਸੀ ਉਸ ਵੇਲੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਸੀ। ਜੀ ਜੀ। ਇਹਦਾ ਮਤਲਬ ਹੈ ਕਿ ਉਹ ਸੂਚੀ ਜਿਹੜੀ ਆ ਬਕਾਇਦਾ ਸਰਕਾਰੀ ਰਿਕਾਰਡ 'ਚ ਹੋਏਗੀ ਤੇ ਜਿਹੜੀ ਸ਼ਸ਼ੀ ਕਾਂਤ ਦਾ ਜਿਹੜਾ ਦਫ਼ਤਰ ਰਿਹਾ ਹੋਏਗਾ ਉਸ ਵੇਲੇ ਉੱਥੇ ਵੀ ਰਿਕਾਰਡ 'ਚ ਪਈ ਹੋਗੀ, ਖੁਦ ਸ਼ਸ਼ੀ ਕਾਂਤ ਕੋ ਵੀ ਹੋਏਗੀ, ਉਹਦੀ ਤਾਰੀਖ ਵੀ ਲਿਖੀ ਹੋਏਗੀ। ਤਾਂ ਐਵੀਡੈਂਸ ਦੇ ਤੌਰ ਤੇ ਉਹ ਚੀਜ਼ਾਂ ਜਿਹੜੀਆਂ ਦੇਖੀਆਂ ਜਾ ਸਕਦੀਆਂ ਵੀ ਕੀ ਸੱਚਮੁੱਚ ਸ਼ਸ਼ੀ ਕਾਂਤ ਸੱਚ ਬੋਲ ਰਿਹਾ। ਤੁਸੀਂ ਸਮਝਦੇ ਆ ਕਿ ਸ਼ਸ਼ੀ ਕਾਂਤ ਇਸ ਮਾਮਲੇ 'ਚ ਸੱਚ ਬੋਲ ਰਹੇ ਆ, ਉਹ ਝੂਠ ਨਹੀਂ ਬੋਲ ਰਹੇ। ਜੇ ਉਹਨਾਂ ਨੇ 4 ਸਫ਼ਿਆਂ ਦੀ ਚਿੱਠੀ ਬਾਦਲ ਸਾਹਿਬ ਨੂੰ ਨਾ ਦਿੱਤੀ ਹੁੰਦੀ ਤਾਂ ਫਿਰ ਉਹਨਾਂ ਨੇ ਨਹੀਂ ਸੀ ਕਹਿਣਾ, ਕਿਉਂਕਿ ਇਹ ਸਰਕਾਰੀ ਰਿਕਾਰਡ ਦੇ ਮਾਮਲੇ ਨੇ, ਸਰਕਾਰੀ ਰਿਕਾਰਡ ਤੋਂ ਕਿਸੇ ਵੇਲੇ ਵੀ ਗੱਲ ਸਾਬਤ ਹੋ ਜਾਏਗੀ ਇਹ ਸੱਚ ਹੈ ਜਾਂ ਝੂਠ ਹੈ ਜੀ। ਦੂਜੀ ਗੱਲ ਇਹ ਹੈ ਕਿ
ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਕਾਰੋਬਾਰ ਹੈ, ਇਹ ਸਾਡੀ ਆਪਣੀ ਧਾਰਨਾ ਦੀ ਸ਼ੁਰੂ ਤੋਂ ਵੀ ਬਿਨਾਂ ਸਰਕਾਰ ਦੇ ਵਿੱਚ ਕਰਪਟ ਅਨਸਰ ਜਿਹੜੇ ਬੈਠੇ ਆ ਉਹਨਾਂ ਦੀ ਸਰਪ੍ਰਸਤੀ, ਮੈਂ ਸਾਰੀ ਸਰਕਾਰ ਨੂੰ ਜਾਂ ਸਾਰੇ ਕਿਸੇ ਇੱਕ ਪਾਰਟੀ ਨੂੰ ਨਹੀਂ ਕਹਿ ਰਿਹਾ, ਸਾਰੀ ਪਾਰਟੀ ਕਦੇ ਵੀ ਇੱਕੋ ਜਿਹੀ ਨਹੀਂ ਹੁੰਦੀ, ਸਾਰੀ ਪਾਰਟੀ ਇਮਾਨਦਾਰਾਂ ਦੀ ਨਹੀਂ ਹੋ ਸਕਦੀ, ਸਾਰੀ ਪਾਰਟੀ ਬੇਈਮਾਨਾਂ ਦੀ ਨਹੀਂ ਹੋ ਸਕਦੀ ਜੀ। ਹਰ ਪਾਰਟੀ ਦੇ ਵਿੱਚ ਇੱਕ ਹਿੱਸਾ ਹੈ ਜਿਹੜਾ ਕਰਪਟ ਹੈ, ਪਰ ਹੈਰਾਨੀ ਜਾਂ ਦੁੱਖ ਇਸ ਗੱਲ ਦਾ ਹੈ ਕਿ ਉਸ ਕਰਪਟ ਹਿੱਸੇ ਨੂੰ ਜਿਹੜੀ ਸਭ ਤੋਂ ਟੌਪ ਲੀਡਰਸ਼ਿਪ ਹੁੰਦੀ ਹੈ ਉਹਨੂੰ ਆਪਣੀ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਦੀ ਥਾਂ ਤੇ ਉਹਨੂੰ ਸਰਪ੍ਰਸਤੀ ਦਿੰਦੀ ਹੈ। ਇਸ ਕਰਕੇ ਸ਼ੰਕੇ ਉੱਠਦੇ ਆ, ਸਵਾਲ ਉੱਠਦੇ ਆ। ਸੋ ਸਾਡੀ ਇਹ ਧਰਨਾ ਹੈ ਵੀ ਕਰਪਟ ਕਿਸਮ ਦਾ ਐਲੀਮੈਂਟ ਜਿਹੜਾ ਕਿ ਹਰ ਪੋਲੀਟੀਕਲ ਪਾਰਟੀ 'ਚ ਬੈਠਾ ਹੈ ਜਾਂ ਸਰਕਾਰ ਦੇ ਵਿੱਚ ਬੈਠਾ ਹੈ, ਤੇ ਇੱਕ ਕਰਪਟ ਕਿਸਮ ਦਾ ਐਲੀਮੈਂਟ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ 'ਚ ਹੈ, ਤੇ ਪੂਰੇ ਦਾ ਪੂਰਾ ਜਿਹੜਾ ਸਮਗਲਰਾਂ ਦਾ ਜਾਲ ਹੈ, ਇਹਨਾਂ ਤਿੰਨਾਂ ਦਾ ਜਿਹੜਾ ਨੈਟਵਰਕ ਹੈ, ਇਹਨੇ ਪੰਜਾਬ ਨੂੰ ਬਰਬਾਦ ਕੀਤਾ ਹੋਇਆ ਤੇ ਸਰਕਾਰ ਦੇ ਕਰਪਟ ਅਨਸਰ ਦੀ ਸਰਪ੍ਰਸਤੀ ਤੋਂ ਬਿਨਾਂ ਪੋਸੀਬਲ ਹੀ ਨਹੀਂ ਹੈ ਜੀ। ਸੋ ਇਸ ਕਰਕੇ ਇਨਵੋਲਵਮੈਂਟ ਤਾਂ ਹੈ। ਗੁਲਜ਼ਾਰ ਸਿੰਘ ਰਣੀਕੇ ਦੀ ਹੈ ਜਾਂ ਨਹੀਂ ਹੈ, ਜਾਂ ਜਿਹੜੇ ਦੂਜੇ ਮੰਤਰੀ ਹੈ ਉਹਨਾਂ ਦੀ ਇਹਦੇ 'ਚ ਹੈ ਜਾਂ ਨਹੀਂ ਹੈ, ਅਸੀਂ ਇਹਦੇ ਤੇ ਨਹੀਂ ਜਾਂਦੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਉਹ ਵੀ ਜੇ ਹੋਈ ਉਹਨਾਂ ਦੀ ਮਿਲੀ ਭੁਗਤਾ ਉਹ ਵੀ ਸਾਬਤ ਹੋ ਜਾਏਗੀ ਅੱਜ ਨਹੀਂ ਤਾਂ ਕੱਲ। ਪਰ ਜੇ ਸਰਕਾਰਾਂ ਜਿਹੜੀਆਂ ਇਸ ਵੇਲੇ ਹੈਗੀਆਂ ਆ ਉਹ ਇਹਦੇ ਤੇ ਐਕਸ਼ਨ ਨਹੀਂ ਲੈਣਗੀਆਂ, ਇੱਥੇ ਕੋਈ ਕਾਰਵਾਈ ਨਹੀਂ ਕਰਨਗੀਆਂ, CBI ਦੀ ਜਾਂਚ ਉਹ ਜਿਹੜੀ ਆ ਮੰਗੀ ਜਾ ਰਹੀ ਉੱਤੇ ਡਿੱਕੇ ਡਾਏ ਜਾਣਗੇ ਤੇ ਅਦਾਲਤਾਂ ਵੀ ਇੱਥੇ ਸੁਸਤ ਚਾਲੇ ਚੱਲਣਗੀਆਂ, ਤਾਂ ਫਿਰ ਇਹ ਮਸਲੇ ਜਿਹੜੇ ਇੱਦਾਂ ਦੇ ਇੱਦਾਂ ਰਹਿਣਗੇ। ਇਹਨਾਂ ਮਸਲਿਆਂ ਤੋਂ ਪਾਰ ਜਾਣ ਵਾਸਤੇ ਜਿਹੜਾ ਇੱਕ ਤਾਂ ਪੰਜਾਬ ਦਾ ਜਾਗਰੂਕ ਸਮਾਜ ਹੈ ਜੀ, ਜਿਹੜਾ ਵੱਖ-ਵੱਖ NGOs ਦੇ ਵਿੱਚ ਕੰਮ ਕਰਨ ਵਾਲੇ ਲੋਕ ਹੈ, ਭਾਵੇਂ ਚਾਹੇ ਜਨਤਕ ਜਥੇਬੰਦੀਆਂ ਵਾਲੇ ਲੋਕ ਹੈ, ਉਹਨਾਂ ਨੂੰ ਇਹ ਮੁੱਦਾ ਆਪਣੇ ਏਜੰਡੇ ਤੇ ਲੈਣਾ ਪਏਗਾ। ਪੰਜਾਬ ਦੇ ਪਿੰਡ ਦੇ ਵਿੱਚ ਜਿਹੜੇ ਲੋਕ ਬੈਠੇ ਆ, ਜਿਹੜੇ ਪਰੇਸ਼ਾਨ ਆ ਕਿ ਪਿੰਡ ਦੇ ਵਿੱਚ ਉਹਨਾਂ ਦੇ ਬੱਚੇ ਤਬਾਹ ਹੋ ਰਹੇ ਆ, ਉਹਨਾਂ ਪਿੰਡ ਵਾਲਿਆਂ ਨੂੰ ਆਪਣੀ ਪੰਚਾਇਤਾਂ ਦੀ ਮਦਦ ਦੇ ਨਾਲ ਇਸ ਮੁੱਦੇ ਨੂੰ ਚੁੱਕਣਾ ਪਏਗਾ, ਇੱਕ ਲਹਿਰ ਬਣਾਉਣੀ ਪਏਗੀ, ਤਾਂ ਪੰਜਾਬ ਦੀ ਸਿਆਸੀ ਲੀਡਰਸ਼ਿਪ ਇਹਦੇ ਤੇ ਜਿਹੜੀ ਹੈ ਮਜਬੂਰ ਹੋਏਗੀ ਕੁਝ ਨਾ ਕੁਝ ਐਕਸ਼ਨ ਲੈਣ ਵਾਸਤੇ, ਤੇ ਜਿਹੜੇ ਗਲਤ ਐਲੀਮੈਂਟ ਉਹਨਾਂ ਦੇ ਵਿੱਚ ਬੈਠੇ ਉਹਨਾਂ ਨੂੰ ਬਾਹਰ ਕਰਨ ਵਾਸਤੇ ਮਜਬੂਰ ਹੋਏਗੀ। ਓਵਰਆਲ ਇਹ ਜਿਹੜਾ ਮਾਮਲਾ ਆ, ਇਹ ਮਾਮਲਾ ਵੀ ਟਾਈਮਿੰਗ ਦਾ ਜਿਹੜਾ ਇਸ਼ੂ ਹੈ ਆਪਣੇ ਆਪ 'ਚ ਇੰਪੋਰਟੈਂਟ ਹੈਗਾ ਇਹਦੇ 'ਚ, ਕਿਉਂਕਿ ਟਾਈਮਿੰਗ ਜਿਹੜੀ ਹੈ ਇਸ ਵੇਲੇ ਪੰਜਾਬ ਦੇ ਵਿੱਚ 6 ਦਿਨ ਰਹਿ ਗਏ ਵੋਟਾਂ ਪੈਣ ਦੇ ਵਿੱਚ। ਜੀ ਬਿਲਕੁਲ, ਅੱਜ 23 ਤਰੀਕ ਹੋ ਗਈ, 30 ਤਰੀਕ ਨੂੰ ਵੋਟਾਂ ਪੈਣੀਆਂ। ਸੋ ਇਹ ਟਾਈਮਿੰਗ ਵੀ ਕਿਸੇ ਨੂੰ ਸੂਟ ਕਰੇਗੀ, ਕਿਸੇ ਨੂੰ ਨਹੀਂ ਸੂਟ ਕਰੇਗੀ ਜੀ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਸ਼ਸ਼ੀਕਾਂਤ ਦੇ ਇਸ ਖੁਲਾਸੇ ਦੀ ਟਾਈਮਿੰਗ ਪਰੇਸ਼ਾਨ ਕਰ ਰਹੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਇਸ ਟਾਈਮਿੰਗ ਤੋਂ ਲਾਭ ਮਿਲ ਸਕਦਾ ਹੈ। ਸੋ ਇਹ ਸਥਿਤੀ ਜਿਹੜੀ ਹੈ ਇਸ ਖੁਲਾਸੇ ਦੇ ਨਾਲ ਜਿਹੜੀ ਹੈ ਬਣੀ ਹੈ। ਤੇ ਦੂਜੀ ਗੱਲ, ਸ਼ਸ਼ੀਕਾਂਤ ਨੂੰ ਖੁਦ ਬਹੁਤ ਜ਼ਿਆਦਾ ਅਵੇਅਰ ਰਹਿਣ ਦੀ ਜ਼ਰੂਰਤ ਰਹੇਗੀ, ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਜਦੋਂ ਓਪਨ ਹੁੰਦੇ ਹੈ, ਜਿਹੜਾ ਬੰਦਾ ਇਹਨਾਂ ਮਾਮਲਿਆਂ ਨੂੰ ਉਜਾਗਰ ਕਰਦਾ ਤੇ ਉਹਦੀ ਜਾਨ ਨੂੰ ਖਤਰਾ ਤਾਂ ਇੱਧਰੋਂ ਨਾ ਉੱਧਰੋਂ ਬਣ ਹੀ ਜਾਂਦਾ ਹੈ। ਜੀ ਬਿਲਕੁਲ, ਜਿਹੜਾ ਜੀ ਇਹ ਗੱਲ ਬਿਲਕੁਲ ਠੀਕ ਆ। ਅਤੇ ਇਸੇ ਦੇ ਨਾਲ ਹੀ ਜਿਹੜੀ ਆ ਜੁੜੀ ਹੋਈ ਗੱਲ ਆ, ਜਿਸ ਦੇ ਵਿੱਚ ਜਿਹੜੇ ਸ਼ਸ਼ੀਕਾਂਤ ਆ ਹੁਣਾਂ ਨੇ ਇਸ ਖੁਲਾਸਿਆਂ ਦੇ ਵਿੱਚ ਜਿਹੜਾ ਉੱਥੇ ਦਾ ਸੌਦਾ ਸਿਰਸੇ ਵਾਲਾ ਜਿਹੜਾ ਡੇਰਾ ਆ ਉਸ ਦਾ ਵੀ ਨਾਮ ਜਿਹੜਾ ਇਸ ਦੇ ਵਿੱਚ ਆ ਰਿਹਾ ਆ, ਵੀ ਉਹ ਵੀ ਜਿਹੜਾ ਇਸ ਚੀਜ਼ ਦੇ ਵਿੱਚ ਸ਼ਾਮਿਲ ਸੀ। ਇਸ ਦੇ ਉੱਤੇ ਕੀ ਚੱਲ ਰਿਹਾ ਹੈ? ਦੇਖੋ ਗੱਲ ਇਹ ਹੈ, ਇਹਦੇ ਤੇ ਹਾਲੇ ਕਿਸੇ ਕਿਸਮ ਦਾ ਕੋਈ ਵੀ ਜਿਹੜਾ ਜਵਾਬ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਂ ਸੁਖਬੀਰ ਬਾਦਲ ਵੱਲੋਂ ਨਹੀਂ ਆਇਆ। ਪਹਿਲਾਂ ਤਾਂ ਦੱਸਦਾ ਕਿ ਉਹ ਦਾਅਵਾ ਕੀ ਹੈ। ਸ਼ਸ਼ੀਕਾਂਤ ਹੋਰਾਂ ਨੇ ਜਿਸ ਨਸ਼ਿਆਂ ਦੀ ਗੱਲ ਕੀਤੀ, ਉੱਥੇ 2007 ਦੇ ਵਿੱਚ ਜਿਹੜਾ ਡੇਰਾ ਸੱਚਾ ਸੌਦਾ ਦਾ ਵਿਵਾਦ ਹੋਇਆ ਸੀ, ਜਿਹਦੇ ਤੁਹਾਨੂੰ ਯਾਦ ਹੋਏਗਾ ਵੀ ਪੰਜਾਬ ਦੇ ਵਿੱਚ ਇੱਕ ਕਿਸਮ ਦਾ ਬਹੁਤ ਵੱਡਾ ਤਣਾਅ ਦੀ ਸਥਿਤੀ ਬਣ ਗਈ ਸੀ ਜੀ। ਜਿਹੜੇ ਪ੍ਰੇਮੀ ਹੈ ਸੱਚੇ ਸਾਧ ਦੇ ਸੌਦੇ ਸਾਧ ਦੇ, ਉਹ ਤੇ ਇੱਧਰ ਜਥੇਬੰਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਉਹਨਾਂ ਦੇ ਖੜਕਣ ਜਿਹੜੇ ਟਕਰਾਅ ਸੀ, ਖਾਸ ਤੌਰ ਤੇ ਮਾਲਵਾ ਬਹੁਤ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਹੋਇਆ ਸੀ ਇਹਦੇ ਨਾਲ, ਕਿਉਂਕਿ ਉਸ ਵੇਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਵਰਗੀ ਪੋਸ਼ਾਕ ਪਾ ਕੇ ਜਾਮੇ ਹਿੰਸਾ ਪਿਆਉਣ ਦਾ ਇੱਕ ਕੁਕਰਮ ਜਿਹੜਾ ਆ ਕੀਤਾ ਸੀ ਸਾਧ ਨੇ, ਉਸਨੇ ਸੱਚੇ ਸੌਦੇ ਵਾਲੇ ਨੇ ਜੀ। ਹੁਣ ਇਸ ਮਸਲੇ ਤੇ ਸ਼ਸ਼ੀਕਾਂਤ ਦਾ ਇਹ ਦਾਅਵਾ ਵੀ ਇਹਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਦਾ ਹੱਥ ਸੀ ਜੀ। ਦੋਸ਼ ਇਹ ਲਾਇਆ ਸ਼ਸ਼ੀਕਾਂਤ ਨੇ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੋਸ਼ਾਕ ਨਾਲ ਮਿਲਦੀ ਜੁਲਦੀ ਪੋਸ਼ਾਕ ਇੱਕ ਸਾਜ਼ਿਸ਼ ਦੇ ਤਹਿਤ ਬਣਵਾਈ ਗਈ ਤੇ ਡੇਰੇ ਦੇ ਅੰਦਰ ਪਹੁੰਚਾਈ ਗਈ। ਸ਼ਸ਼ੀਕਾਂਤ ਇਹ ਕਹਿ ਰਿਹਾ ਹੈ ਕਿ ਇਹਦੇ ਪੋਸਟਰ ਬਣਵਾਏ ਗਏ, ਸਾਰੇ ਪੰਜਾਬ ਤੋਂ ਪੋਸਟਰ ਲਾਏ ਗਏ ਜੀ। ਇਸ ਗੱਲ ਦਾ ਮਾਹੌਲ ਤਿਆਰ ਕੀਤਾ ਗਿਆ ਵੀ ਡੇਰੇ ਦੇ ਹਮੈਤੀ ਜਿਹੜੇ ਡੇਰਾ ਪ੍ਰੇਮੀ ਹੈ, ਜਿਹੜੇ ਸਿੱਖ ਜਥੇਬੰਦੀਆਂ ਦੇ ਕਾਰਕਨ ਜਿਹੜੇ ਉਹਨਾਂ ਦੇ ਝਗੜੇ ਹੋਣ, ਤੇ ਫਿਰ ਝਗੜੇ ਹੋਏ ਵੀ ਇਹ ਬਕਾਇਦਾ ਇੱਕ ਪਲਾਨਡ ਜਿਹੜੀ ਯੋਜਨਾ ਸੀ, ਇੱਕ ਸਾਜ਼ਿਸ਼ ਸੀ
ਜਿਹਦੇ ਕਰਕੇ ਸਾਰਾ ਕੁਝ ਹੋਇਆ। ਜੀ ਜੀ। ਤੇ ਕੁਝ ਪੁਲਿਸ ਅਫਸਰਾਂ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦੇਣ 'ਚ ਮਦਦ ਵੀ ਕੀਤੀ ਹੈ। ਉਹ ਕਿਹੜੇ ਪੁਲਿਸ ਅਫਸਰ ਸੀ? ਉਹਨਾਂ ਦੇ ਨਾਂ ਸ਼ਸ਼ੀਕਾਂਤ ਨੇ ਦੱਸੇ ਜੀ। ਅਸੀਂ ਸਮਝਦੇ ਵੀ ਸ਼ਸ਼ੀਕਾਂਤ ਦੇ ਜਿਹੜੇ ਇਲਜ਼ਾਮ ਹੈ ਇਹ ਥੋੜਾ ਵਿਸਥਾਰ ਦੀ ਮੰਗ ਕਰਦੇ ਹੈ। ਸ਼ਸ਼ੀਕਾਂਤ ਨੂੰ ਇਹਦੇ ਤੇ ਜਿਹੜੇ ਉਹਨਾਂ ਦੇ ਕੋਲ ਕੁਝ ਸਬੂਤ ਦੇ ਤੌਰ ਤੇ ਕੁਝ ਚੀਜ਼ਾਂ ਉਹ ਸਾਹਮਣੇ ਲਿਆਉਣੀਆਂ ਚਾਹੀਦੀਆਂ, ਕਿਉਂਕਿ ਇਹ ਬਹੁਤ ਸੀਰੀਅਸ ਕਿਸਮ ਦਾ ਇਲਜ਼ਾਮ ਹੈ ਸੁਖਬੀਰ ਸਿੰਘ ਬਾਦਲ ਤੇ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹਦਾ ਹਾਲੇ ਕੋਈ ਜਵਾਬ ਨਹੀਂ ਦਿੱਤਾ। ਇਸ ਵੇਲੇ ਸੱਚਾ ਸੌਦਾ ਜਿਹੜਾ ਆ ਉਹ ਪੰਜਾਬ ਦੀਆਂ ਚੋਣਾਂ ਦੇ ਵਿੱਚ ਚੁੱਪ ਰਹਿ ਕੇ ਵੀ ਬਹੁਤ ਵੱਡਾ ਰੋਲ ਅਦਾ ਕਰ ਰਿਹਾ। ਖਾਸ ਤੌਰ ਤੇ ਬਠਿੰਡੇ ਦੀ ਸੀਟ ਜਿਹੜੀ ਹੈ, ਬਠਿੰਡੇ ਦੀ ਸੀਟ ਦੇ ਉੱਤੇ ਬਹੁਤ ਵੱਡੀ ਗਿਣਤੀ ਆ ਸਾਹਿਬ ਦੇ ਜਿਹੜੇ ਪ੍ਰੇਮੀ ਉਹਨਾਂ ਦੀ, ਉੱਥੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਚੋਣ ਹੈ ਇਹਨਾਂ ਇਫੈਕਟ ਹੋ ਸਕਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਹੋਰੀ ਇਹਦਾ ਜਵਾਬ ਦੇਣਗੇ। ਸੁਖਬੀਰ ਸਿੰਘ ਬਾਦਲ ਤੇ ਇਲਜ਼ਾਮ ਲਾਏ ਗਏ ਨੇ ਕਿ ਉਹ ਸਾਜ਼ਿਸ਼ ਉਹਨਾਂ ਨੇ ਘੜੀ ਹੈ। ਅਸੀਂ ਇਹਦੇ ਨਾਲ ਇਤਫਾਕ ਇਸ ਕਰਕੇ ਨਹੀਂ ਹਾਲੇ ਰੱਖ ਸਕਦੇ ਕਿਉਂਕਿ ਸਾਡੇ ਕੋਲ ਕਿਸੇ ਕਿਸਮ ਦਾ ਪ੍ਰੂਫ ਨਹੀਂ ਹੈ। ਜੀ ਜੀ। ਅਸੀਂ ਬਿਨਾਂ ਸਬੂਤ ਤੋਂ ਅਸੀਂ ਅੱਗੇ ਵੀ ਕਹਿੰਦੇ ਹਾਂ ਕਿ ਸਾਡਾ ਪੰਜਾਬੀ ਰੇਡੀਓ USA ਦਾ ਧਾਰਨਾ ਰਹੀ ਹੈ ਹੁਣ ਤੱਕ ਵੀ ਬਿਨਾਂ ਐਵੀਡੈਂਸ, ਬਿਨਾਂ ਸਬੂਤ ਤੋਂ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦੇ, ਨਾ ਹੀ ਅਸੀਂ ਨਿੱਜੀ ਤੌਰ ਦੇ ਉੱਤੇ ਕਿਸੇ ਦੇ ਉੱਤੇ ਚਿੱਕੜ ਸਿੱਟਣ ਦੇ ਹਾਮੀ ਹੈ। ਸੋ ਅਲਟੀਮੇਟਲੀ ਸਮਝਦੇ ਹਾਂ ਕਿ ਸ਼ਸ਼ੀਕਾਂਤ ਹੋਰਾਂ ਕੋਲ ਇਸ ਮੁੱਦੇ ਦੇ ਉੱਤੇ ਕੁਝ ਹੋਰ ਸਬੂਤ ਹੈਗੇ ਹੈ ਤਾਂ ਉਹਨਾਂ ਨੂੰ ਮੀਡੀਆ ਦੇ ਵਿੱਚ ਵੀ ਤੇ ਨਾਲ ਨਾਲ ਜਿਹੜੇ ਕਾਨੂੰਨ ਦੇ ਕੋਲ ਵੀ ਜਿਹੜੇ ਆ ਉਹ ਸਾਰੇ ਐਵੀਡੈਂਸ ਪਹੁੰਚਾਉਣੇ ਚਾਹੀਦੇ ਹੈ। ਤੇ ਦੂਜੀ ਗੱਲ, ਜੇ ਸੁਖਬੀਰ ਸਿੰਘ ਬਾਦਲ ਉਹਨਾਂ ਤੱਕ ਇਹ ਗੱਲ ਤਾਂ ਲਾਜ਼ਮੀ ਤੌਰ ਤੇ ਗਈ ਹੈ ਕਿ ਉਹਨਾਂ ਨੂੰ ਵੀ ਆਪਣੇ ਪੱਖ ਦੇ ਵਿੱਚ ਆਪਣਾ ਤਰਕ, ਆਪਣੀ ਦਲੀਲ ਦੇਣੀ ਚਾਹੀਦੀ ਹੈ ਵੀ ਜਿਹੜੇ ਦੋਸ਼ਾਂ ਤੇ ਲੱਗੇ ਆ ਕਿ ਉਹਨਾਂ ਦੋਸ਼ਾਂ ਦੇ ਵਿੱਚ ਬਿਲਕੁਲ ਸੱਚਾਈ ਨਹੀਂ, ਉਹਨਾਂ ਕੋਲ ਇਹਦੇ ਪੱਖ ਦੇ ਵਿੱਚ ਜੇ ਕੁਝ ਐਵੀਡੈਂਸ ਹੈ ਉਹਨਾਂ ਨੂੰ ਦੇਣੇ ਚਾਹੀਦੇ ਆ। ਸੋ ਅਲਟੀਮੇਟਲੀ ਇਹ ਇਸ਼ੂ ਵੀ ਜਿਹੜਾ ਕਿਉਂਕਿ ਬਹੁਤ ਇਮੋਸ਼ਨਲ ਇਸ਼ੂ ਆ, ਧਰਮ ਦੇ ਨਾਲ ਜਾਂ ਇੱਕ ਕਹਿ ਲਓ ਵੀ ਇੱਕ ਅਦਾਰੇ ਦੇ ਨਾਲ, ਇੱਕ ਪਾਰਟੀ ਨਾਲ ਜੁੜਿਆ ਹੋਇਆ ਇਸ਼ੂ ਆ ਜਿਹਦੇ ਤੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਤਣਾਅ ਦੀ ਸਥਿਤੀ ਪਹਿਲਾਂ ਪੈਦਾ ਹੋ ਚੁੱਕੀ ਹੈ ਜੀ। ਉਹ ਤਣਾਅ ਦੀ ਸਥਿਤੀ ਦੁਬਾਰਾ ਪੈਦਾ ਹੋਵੇ ਅਸੀਂ ਇਹ ਬਿਲਕੁਲ ਨਹੀਂ ਚਾਹਾਂਗੇ। ਤੇ ਅਸੀਂ ਇਹ ਚਾਹਾਂਗੇ ਕਿ ਇਸ ਮੁੱਦੇ ਨੂੰ ਵੀ ਜਿਹੜਾ ਆ ਬਹੁਤ ਹੀ ਗੰਭੀਰਤਾ ਦੇ ਨਾਲ ਸਰਕਾਰ ਨੂੰ ਵੀ ਲੈਣਾ ਚਾਹੀਦਾ ਤੇ ਜਾਂਚ ਏਜੰਸੀਆਂ ਨੂੰ ਵੀ ਲੈਣਾ ਚਾਹੀਦਾ ਤੇ ਜਿਹੜੇ ਡੇਰਾ ਪ੍ਰੇਮੀ ਹੈ ਤੇ ਇੱਧਰੋਂ ਜਿਹੜੀ ਸਿੱਖ ਜਥੇਬੰਦੀ ਦੇ ਕਾਰਕੁਨ ਹੈ ਉਹਨਾਂ ਨੂੰ ਵੀ ਇਸ ਮੁੱਦੇ ਦੇ ਉੱਤੇ ਮੈਨੂੰ ਲੱਗਦਾ ਭੜਕਣਾ ਨਹੀਂ ਚਾਹੀਦਾ। ਹਾਲੇ ਬਹੁਤ ਕਹਿ ਲਓ ਵੀ ਅਸੀਂ ਨੁਕਸਾਨ ਉਠਾ ਚੁੱਕੇ ਹਾਂ, ਖਾਸ ਤੌਰ ਤੇ ਪੰਜਾਬ ਵਾਲੇ। ਪੰਜਾਬ ਦੇ ਜੰਮੇ ਨੂੰ ਨਿੱਤ ਮਹਿਮਾਨ ਦੀ ਗੱਲ ਹੈ ਕਿ 1947 ਤੋਂ ਲੈ ਕੇ ਤੇ ਫਿਰ 84 ਤੋਂ ਲੈ ਕੇ ਹੁਣ ਤੱਕ ਬਹੁਤ ਵੱਡਾ ਪੰਜਾਬ ਨੇ ਨੁਕਸਾਨ ਕਰਾਇਆ। ਪੰਜਾਬ 50 ਸਾਲ ਪਿੱਛੇ ਚਲਾ ਗਿਆ ਤੇ ਇਸ ਤਰ੍ਹਾਂ ਦੇ ਜਿਹੜੇ ਫਿਰਕਾ ਪ੍ਰਸਤੀ ਵਾਲੀਆਂ ਜਿਹੜੀਆਂ ਚੀਜ਼ਾਂ ਜਿਹਦੇ ਕਰਕੇ ਜੇਕਰ ਸੰਤ ਬੱਲਾ ਵਾਲਿਆਂ ਦਾ ਦੁਆਬੇ ਦੇ ਵਿੱਚ ਐਡੇ ਵੱਡੇ ਪੱਧਰ ਤੇ ਰੌਲਾ ਪੈ ਜਾਂਦਾ ਵੀ ਦੁਆਬਾ ਸੜਨ ਲੱਗ ਪੈਂਦਾ, ਕਦੇ ਡੇਰਾ ਸੱਚਾ ਸਾਧ ਜਿਹੜਾ ਸੌਦੇ ਵਾਲਾ ਸਾਧ ਹੈ ਉਹਦੇ ਕਰਕੇ ਮਾਲਵਾ ਸੜਨ ਲੱਗ ਪੈਂਦਾ। ਇਹਦੇ ਤੋਂ ਬਚਾ ਰਵੇ, ਜਿਹੜੀ ਵੀ ਗੱਲ ਕੀਤੀ ਜਾਵੇ ਸੰਜਮ ਦੇ ਨਾਲ ਕੀਤੀ ਜਾਵੇ ਤੇ ਵਿਦ ਪ੍ਰੂਫ ਕੀਤੀ ਜਾਵੇ। ਇਸ ਗੱਲ ਦੇ ਅਸੀਂ ਧਾਰਨੀ ਅਤੇ ਹਾਮੀ ਹੈ ਜੀ। ਜੀ ਤੇ ਬਿਲਕੁਲ ਜੀ, ਇਹ ਜਿਹੜੇ ਖੁਲਾਸਿਆਂ ਦੇ ਨਾਲ ਜਿਹੜੀ ਆ ਹੋਰ ਜਿਹੜੀ ਆਪਾਂ ਇੱਕ ਦੋ ਗੱਲਾਂ ਕਰਾਂਗੇ, ਫਿਰ ਉਸ ਤੋਂ ਬਾਅਦ ਆਪਾਂ ਬ੍ਰੇਕ ਵੀ ਲਵਾਂਗੇ ਤੇ ਉਸ ਤੋਂ ਬਾਅਦ 'ਚ ਹੋਰ ਗੱਲਾਂ ਕਰਾਂਗੇ। ਤੇ ਅਗਲੀ ਜਿਹੜੀ ਗੱਲ ਮੈਂ ਇਸ ਦੇ ਨਾਲ ਜੁੜੀ ਹੋਈ ਕਰਨਾ ਚਾਹੁੰਦਾ ਹਾਂ ਵੀ ਹੁਣ ਇਹ ਨਸ਼ਿਆਂ ਦਾ ਜਿਹੜਾ ਇਸ ਟਾਈਮ ਜਿਹੜਾ ਮਸਲਾ ਆ ਬਹੁਤ ਵੱਡਾ ਇੱਕ ਅਹਿਮ ਮਸਲਾ ਹੈ ਇਸ ਟਾਈਮ ਪੰਜਾਬ ਦੇ ਲਈ, ਵਿਸ਼ੇਸ਼ ਕਰਕੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ CNN ਜੋ ਕਿ ਇੱਥੇ ਅਮਰੀਕਾ ਦਾ ਮੀਡੀਆ ਹੈ ਉਸ ਨੇ ਇੱਕ ਜਿਹੜੇ ਰਿਪੋਰਟਰ ਜਰਨਲਿਸਟ ਉਹ ਆਏ ਆ, ਉਹਨਾਂ ਨੇ ਦੌਰਾ ਕੀਤਾ ਆ ਪੰਜਾਬ ਦਾ। ਉਹਨਾਂ ਨੇ ਦੱਸਿਆ ਵੀ 70% ਜਿਹੜਾ ਇਸ ਟਾਈਮ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਦੇ ਵਿੱਚ ਲੱਗੀ ਹੋਈ ਆ, ਨਸ਼ਿਆਂ ਦੀ ਮਾਰ ਹੇਠ ਆ। ਅਤੇ ਅਗਲਾ ਸਵਾਲ ਆ ਵੀ ਇਸ ਟਾਈਮ ਪੰਜਾਬ ਦੇ ਵਿੱਚ ਕਿਹੜੀਆਂ ਉਹ ਪਾਰਟੀਆਂ ਹੈਗੀਆਂ ਆ ਜਿਹੜੀਆਂ ਪੰਜਾਬ ਦੇ ਜਿਹੜੇ ਇਹ ਵਾਲੇ ਇਸ਼ੂ ਨਸ਼ਿਆਂ ਨੂੰ ਲੈ ਕੇ, ਨੌਜਵਾਨਾਂ ਦੇ ਰੁਜ਼ਗਾਰ ਨੂੰ ਲੈ ਕੇ, ਪੰਜਾਬ ਦੇ ਉੱਤੇ ਜਿਹੜਾ ਐਡਾ ਵੱਡਾ ਕਰਜ਼ਾ ਆ ਉਸ ਨੂੰ ਲੈ ਕੇ ਉਹ ਚੋਣਾਂ ਦੇ ਮੈਦਾਨ ਦੇ ਵਿੱਚ ਲੜ ਰਹੀਆਂ ਆ। ਬਹੁਤ ਹੀ ਮਹੱਤਵਪੂਰਨ ਸਵਾਲ ਹੈ ਇਹ ਰਾਜਕਰਨਵੀਰ ਜੀ ਤੁਹਾਡਾ। ਦੇਖੋ, ਅਸੀਂ ਪਿਛਲੇ ਕਾਫੀ ਸਮੇਂ ਤੋਂ ਦੇਖ ਰਹੇ ਤੇ ਅਸੀਂ ਕਹਿੰਦੇ ਵੀ ਆਏ ਹਾਂ ਵੀ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਨੇ ਜਾਣਬੁੱਝ ਕੇ ਕਈ ਵਾਰ ਉਹ ਮੁੱਦੇ ਜਿਹੜੇ ਆ ਸਾਹਮਣੇ ਲਿਆਂਦੇ ਆ ਜਾਂ ਰੱਖੇ ਆ ਜਿਹੜੇ ਮੁੱਦੇ ਜਿਹੜੇ ਆ ਚਰਚਾ ਦਾ ਵਿਸ਼ਾ ਜ਼ਿਆਦਾ ਬਣਦੇ ਆ ਤੇ ਜਿਹੜੇ ਬੇਸਿਕ ਇਸ਼ੂ ਆ ਪੰਜਾਬੀਆਂ ਦੇ ਉਹਨਾਂ ਮੁੱਦਿਆਂ ਨੂੰ ਜਾਂ ਬੇਸਿਕ ਜਿਹੜੇ ਬੁਨਿਆਦੀ ਜਿਹੜੀ ਲੋੜਾਂ ਆ ਪੰਜਾਬੀਆਂ ਦੀਆਂ ਉਹਨਾਂ ਨੂੰ ਢੱਕ ਲੈਂਦੇ ਆ। ਔਰ ਮਿਸਾਲ ਦੇ ਤੌਰ ਤੇ ਤੁਸੀਂ ਜਿਹੜੀ ਗੱਲ ਕੀਤੀ ਨਸ਼ਿਆਂ ਦਾ ਜਿਹੜਾ ਇਸ਼ੂ ਆ ਬਹੁਤ ਇੰਪੋਰਟੈਂਟ ਇਸ਼ੂ ਹੈ। ਪਰ ਬੜਾ ਦੁੱਖ ਦਾ ਕਹਿਣਾ ਪੈ ਰਿਹਾ ਵੀ ਪੰਜਾਬ ਦੀ ਕਿਸੇ ਵੀ ਸਿਆਸੀ ਪਾਰਟੀ ਨੇ ਜਿਹੜੇ ਆਪਣੇ ਚੋਣ ਮੈਨੀਫੈਸਟੋ ਜਾਰੀ ਕੀਤੇ ਆ ਉਹਨਾਂ ਚੋਣ ਮੈਨੀਫੈਸਟੋ ਦੇ ਵਿੱਚ ਮੁੱਖ ਏਜੰਡੇ ਦੇ ਤੌਰ ਤੇ ਨਸ਼ਿਆਂ ਨੂੰ ਨਹੀਂ ਲਿਆ ਜੀ। 2-2 ਸਤਰਾਂ ਲਿਖ ਕੇ ਖਾਨਾ ਪੂਰਤੀ ਕੀਤੀ ਗਈ ਹੈ ਜਿਹੜੇ ਲੋਕਾਂ ਦੇ ਬੁਨਿਆਦੀ ਮਸਲੇ ਉਹਨਾਂ ਤੇ, ਚਾਹੇ ਪੰਜਾਬ ਦੀ
ਜਿਹੜੀ ਨੌਜਵਾਨ ਪੀੜ੍ਹੀ ਉਹਦੇ ਰੁਜ਼ਗਾਰ ਦਾ ਮਸਲਾ ਹੈ, ਚਾਹੇ ਪੰਜਾਬ ਦਾ ਜਿਹੜਾ ਭਵਿੱਖ ਹੈ ਉਹਦੀ ਪੜ੍ਹਾਈ ਦਾ ਮਸਲਾ ਹੈ, ਸਿੱਖਿਆ ਤੋਂ ਲੈ ਕੇ ਸਿਹਤ ਤੱਕ, ਸਿਹਤ ਤੋਂ ਲੈ ਕੇ ਰੁਜ਼ਗਾਰ ਤੱਕ, ਰੁਜ਼ਗਾਰ ਤੋਂ ਲੈ ਕੇ ਨਸ਼ਿਆਂ ਦੇ ਇਸ਼ੂ ਤੱਕ, ਇਹ ਮੁੱਦੇ ਜਿਹੜੇ ਆ ਸਿਰਫ ਤੇ ਸਿਰਫ ਰਸਮੀ ਤੌਰ ਤੇ ਸ਼ਿੰਗਾਰ ਬਣੇ ਨੇ ਚੋਣ ਮੈਨੀਫੈਸਟੋ ਦੇ ਵਿੱਚ 2-2 ਸਤਰਾਂ ਦੇ ਰੂਪ ਦੇ ਵਿੱਚ। ਜੀ ਮੁੱਖ ਏਜੰਡੇ ਦੇ ਤੌਰ ਤੇ ਉਹ ਮੁੱਦੇ ਲਏ ਗਏ ਆ ਜਿਨ੍ਹਾਂ ਮੁੱਦਿਆਂ ਦਾ ਸਿੱਧੇ ਤੌਰ ਤੇ ਇਹ ਤਾਂ ਨਹੀਂ ਵੀ ਕੋਈ ਨਹੀਂ ਦਖਲ ਨਹੀਂ ਹੈ ਸਾਡੀ ਜ਼ਿੰਦਗੀ ਦੇ ਵਿੱਚ, ਪਰ ਉਹ ਮੁੱਦੇ ਜਿਹੜੇ 30 ਸਾਲ ਤੋਂ ਜਿਹੜੇ ਆ ਜਿਨ੍ਹਾਂ ਨੂੰ ਜਾਣਬੁੱਝ ਕੇ ਲਟਕਾਇਆ ਗਿਆ ਤੇ ਜਿਨ੍ਹਾਂ ਨੂੰ ਵੋਟ ਦੇ ਟੂਲ ਦੇ ਤੌਰ ਤੇ ਜਿਹੜਾ ਲਗਾਤਾਰ ਬਣਾਏ ਰੱਖਿਆ ਗਿਆ। ਮਿਸਾਲ ਦੇ ਤੌਰ ਤੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਧਰ ਹਾਲੇ ਉਹ ਇੱਕ ਟੀਵੀ ਨੂੰ ਇੰਟਰਵਿਊ ਦੇ ਰਹੇ ਸੀ, ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਲੀਨ ਚਿੱਟ ਦਿੱਤੀ ਜਗਦੀਸ਼ ਟਾਈਟਲਰ ਨੂੰ। ਉਹ ਮੁੱਦਾ ਅੰਮ੍ਰਿਤਸਰ ਦੇ ਵਿੱਚ ਭਖ ਗਿਆ ਬਹੁਤ ਜ਼ਿਆਦਾ। ਜਿੱਦਣ ਇਹ ਭਖਿਆ ਮੁੱਦਾ, ਉਹ ਤੋਂ ਦੂਏ ਦਿਨ ਬਾਅਦ ਚੋਣ ਮੈਨੀਫੈਸਟੋ ਜਾਰੀ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ, ਤੇ ਉਹਦੇ ਚ ਮੁੱਖ ਤੌਰ ਤੇ ਮੁੱਦਾ ਇਹੀ ਬਣਾ ਲਿਆ ਗਿਆ ਵੀ 84 ਜਿਹੜੀ ਹੈ ਉਹਦੇ ਤੇ SIT ਬਣਾਈ ਜਾਏਗੀ, ਸਪੈਸ਼ਲ ਜਾਂਚ ਟੀਮ ਬਣਾਈ ਜਾਏਗੀ ਤੇ ਪੀੜਤਾਂ ਨੂੰ ਇਨਸਾਫ ਦਿੱਤਾ ਜਾਏਗਾ। 30 ਸਾਲ ਬਾਅਦ ਯਾਦ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਪੀੜਤ ਧਿਰ ਨੂੰ ਇਨਸਾਫ ਦਿਵਾਉਣਾ ਹੈ। ਜੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ, ਹਰਿਆਣੇ ਦੇ ਵਿੱਚ ਚੁਟਾਲੇ ਦੀ ਸਰਕਾਰ ਰਹੀ, ਇੱਕੋ ਵੇਲੇ ਦਿੱਲੀ ਦੇ ਵਿੱਚ NDA ਦੀ ਸਰਕਾਰ ਰਹੀ ਜਿਹਦੇ ਵਿੱਚ ਅਕਾਲੀ ਦਲ ਸ਼ਾਮਲ ਸੀ। ਕਿਉਂ ਨਹੀਂ ਇਨਸਾਫ ਦਿੱਲੀ ਵਾਲਿਆਂ ਨੂੰ ਦਿੱਤਾ ਗਿਆ ਜਾਂ ਪੰਜਾਬੀਆਂ ਨੂੰ ਦਿੱਤਾ ਗਿਆ ਜਾਂ ਸਿੱਖ ਭਾਈਚਾਰੇ ਨੂੰ ਦਿੱਤਾ ਗਿਆ? 30 ਸਾਲ ਬਾਅਦ ਵੀ ਸਾਡੇ ਕੋਲ ਉਹੀ ਮੁੱਦਾ। ਇਹਦਾ ਮਤਲਬ ਅਸੀਂ ਫੇਲ ਹੋਏ ਆ, ਨਾਕਾਮ ਹੋਏ ਆ। ਅਸੀਂ ਆਪਣੀ ਫੇਲਰ ਮੰਨਣ ਦੀ ਥਾਂ ਦੇ ਉੱਤੇ ਇਸ ਮੁੱਦੇ ਨੂੰ ਦੂਜੇ ਤਰੀਕੇ ਦੇ ਨਾਲ ਜ਼ਮੀਨੀ ਪੱਧਰ ਤੇ ਅਮਲੀ ਰੂਪ ਚ ਲਾਗੂ ਕਰਾਉਣ ਦੀ ਥਾਂ ਦੇ ਉੱਤੇ ਆਪਣੇ ਚੋਣ ਮੈਨੀਫੈਸਟੋ ਦਾ ਸ਼ਿੰਗਾਰ ਬਣਾ ਰਹੇ ਤੇ ਪੰਜਾਬ ਦੇ ਬੇਸਿਕ ਇਸ਼ੂ ਜਿਹੜੇ ਆ ਉਹਨਾਂ ਇਸ਼ੂਜ਼ ਨੂੰ ਜਿਹੜਾ ਤੁਸੀਂ ਦਰਕਨਾਰ ਕਰ ਰਹੇ ਹੋ ਜਾਣਬੁੱਝ ਕੇ, ਕਿਉਂਕਿ ਉਹਦੇ ਚ ਤੁਹਾਡੇ ਕੋਲ ਜਵਾਬਦੇਹੀ ਕੋਈ ਨਹੀਂ। ਇਹਨੂੰ ਤੁਸੀਂ ਇਮੋਸ਼ਨਲ ਇਸ਼ੂ ਬਣਾ ਰਹੇ ਹੋ। ਇਹ ਸਾਰਿਆਂ ਨੇ ਬਣਾਇਆ, ਇਹ ਕੇਵਲ ਸ਼੍ਰੋਮਣੀ ਅਕਾਲੀ ਦਲ ਦਾ ਮਸਲਾ ਨਹੀਂ। ਕਾਂਗਰਸ ਪਾਰਟੀ ਵੀ ਏਦਾਂ ਕਰਦੀ ਹੈ, ਬਾਕੀ ਭਾਰਤੀ ਜਨਤਾ ਪਾਰਟੀ ਵੀ ਏਦਾਂ ਕਰਦੀ ਹੈ। ਜਿਹੜੇ ਬੁਨਿਆਦੀ ਇਸ਼ੂ ਆ ਪੰਜਾਬੀਆਂ ਦੇ ਜਾਂ ਮੁਲਕ ਦੇ ਆਵਾਮ ਦੇ, ਉਹਨਾਂ ਇਸ਼ੂਜ਼ ਦੇ ਉੱਤੇ ਸਿਰਫ ਤੇ ਸਿਰਫ ਰਸਮ ਅਦਾਇਗੀ ਕੀਤੀ ਜਾਂਦੀ ਹੈ ਤੇ ਭਾਵਨਾਤਮਕ ਤੌਰ ਤੇ ਉੱਠਣ ਵਾਲੇ ਜਿਹੜੇ ਮੁੱਦੇ ਆ ਉਹਨਾਂ ਨੂੰ ਫੋਰਫਰੰਟ ਤੇ ਲਿਆਇਆ ਜਾਂਦਾ। ਇਹ ਸਿਆਸਤ ਹੈ ਇਸ ਵੇਲੇ ਭਾਰਤ ਦੀ। ਜੀ ਬਿਲਕੁਲ। ਤੇ ਨਸ਼ਿਆਂ ਦੇ ਨਾਲ ਮੇਰਾ ਇੱਕ ਹੋਰ ਸਵਾਲ ਹੋਵੇਗਾ, ਫਿਰ ਉਸ ਤੋਂ ਬਾਅਦ ਆਪਾਂ ਇੱਕ ਬ੍ਰੇਕ ਵੀ ਲਵਾਂਗੇ। ਅੱਜ ਦੀ ਜਿਹੜੀ ਇਹ ਅਖਬਾਰ, ਜਿਹੜੀ ਅਜੀਤ ਅਖਬਾਰ ਆ, ਜਿਸ ਨੂੰ ਮੰਨਿਆ ਹੀ ਜਾਂਦਾ ਵੀ ਉਹ ਇਸ ਟਾਈਮ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਹੀ ਵਜੋਂ ਉਹਨਾਂ ਦੇ ਲਈ ਜਿਹੜਾ ਕੰਮ ਕਰ ਰਹੀ ਆ, ਉਹਨਾਂ ਦੇ ਜਿਹੜੇ ਫਰੰਟ ਪੇਜ ਦੇ ਉੱਤੇ 2 ਐਸੀਆਂ ਜਿਹੜੀਆਂ ਖਬਰਾਂ ਉਹ ਸਾਹਮਣੇ ਆ, ਜਿਸ ਦੇ ਵਿੱਚ ਪਹਿਲੀ ਖਬਰ ਇਹ ਕਹਿੰਦੀ ਆ ਵੀ ਅਮਲੀਆਂ ਵੱਲੋਂ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕਰਨ ਦਾ ਐਲਾਨ। ਦੂਜੇ ਪਾਸੇ ਵੀ ਪੰਜਾਬ ਦੇ ਅਮਲੀ ਔਖੇ ਹੋ ਰਹੇ ਆ ਵੀ ਰਾਜਸਥਾਨ ਤੋਂ ਪੋਸਟ ਤੇ ਪਾਬੰਦੀ ਲੱਗ ਗਈ ਆ। ਕੀ ਇਹ ਅਖਬਾਰ ਦੇ ਜ਼ਰੀਏ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਦ ਕਿ ਆਪਾਂ ਸਾਰੇ ਜਾਣੇ ਜਾਣਦੇ ਆ ਵੀ ਨਸ਼ੇ ਸ਼ਰੇਆਮ ਉੱਥੇ ਵਿਕ ਰਹੇ ਆ? ਤੇ ਕੀ ਇਹ ਦਿਖਾਉਣਾ ਚਾਹੁੰਦੇ ਆ ਵੀ ਕੀ ਵਾਕਿਆ ਹੀ ਸਰਕਾਰ ਨੇ ਨਸ਼ਿਆਂ ਦੇ ਉੱਤੇ ਰੋਕ ਲਾਤੀ ਆ? ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ? ਨਸ਼ਿਆਂ ਦੇ ਉੱਤੇ ਰੋਕ ਪੰਜਾਬ ਦੇ ਵਿੱਚ ਜੇ ਲਾਈ ਹੁੰਦੀ ਤਾਂ ਪੰਜਾਬ ਦੀ ਜਵਾਨੀ ਜਾਂ ਤਬਾਹ ਨਾ ਹੋ ਰਹੀ ਹੁੰਦੀ। ਅਸੀਂ ਸ਼ਸ਼ੀਕਾਂਤ ਦੀਆਂ ਗੱਲਾਂ ਨਾ ਕਰ ਰਹੇ ਹੁੰਦੇ ਜੀ। ਕਿਸੇ ਨੂੰ ਕਲੀਨ ਚਿੱਟਾਂ ਦੇਣੀਆਂ ਕਿਸੇ ਇੱਕ ਖਾਸ ਮੀਡੀਆ ਵੱਲੋਂ, ਇਹ ਪੰਜਾਬ ਦੇ ਵਿੱਚ ਹੋ ਰਿਹਾ ਹੈ। ਪੰਜਾਬ ਦਾ ਜਿਹੜਾ ਪ੍ਰਿੰਟ ਮੀਡੀਆ ਹੈ ਤੇ ਪੰਜਾਬ ਦਾ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈ, ਇੱਕ ਅੱਧੀ ਧਿਰ ਨੂੰ ਛੱਡ ਕੇ ਸਾਰੀਆਂ ਕਿਤੇ ਨਾ ਕਿਤੇ ਇਨਵੋਲਵ ਹੈ। ਸਰਕਾਰੀ ਸਰਪ੍ਰਸਤੀ ਉਹਨਾਂ ਨੂੰ ਮਿਲੀ ਹੋਈ ਹੈ। ਇਸ ਕਰਕੇ ਉਹਦੇ ਮੁਤਾਬਕ ਜਿਹੜੀ ਹੈ ਖਬਰਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਜਦੋਂ ਪੰਜਾਬ ਦੇ ਨਸ਼ਿਆਂ ਦਾ ਮਾਮਲਾ ਹੈ ਤੇ ਪੰਜਾਬ ਦੇ ਵਿੱਚ 3 ਤਰ੍ਹਾਂ ਦੇ ਨਸ਼ੇ ਜਿਹੜੇ ਵਰਤੇ ਜਾਂਦੇ। ਇੱਕ ਰਵਾਇਤੀ ਨਸ਼ੇ ਹੈ, ਇੱਕ ਉਹ ਨਸ਼ੇ ਹੈ ਜਿਹੜੇ ਸਮੈਕ ਵਗੈਰਾ, ਤੇ ਇੱਕ ਸਿੰਥੈਟਿਕ ਡਰੱਗਸ ਜਿਹੜੀਆਂ ਹੈਗੀਆਂ। ਜਿਹੜੇ ਰਵਾਇਤੀ ਨਸ਼ਿਆਂ ਦਾ ਮਾਮਲਾ, ਉਹਦੇ ਜਿਹੜਾ ਅਮਲੀਆਂ ਦੇ ਸੰਘਰਸ਼ ਦਾ ਇਸ਼ੂ ਹੈ, ਉਹਨੂੰ ਵੀ ਥੋੜਾ ਧਿਆਨ ਨਾਲ ਦੇਖਣ ਵਾਲੀ ਜ਼ਰੂਰਤ ਹੈ ਕਿ ਜਿਹੜਾ ਇਸ ਵੇਲੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਿਹਾ ਉਹ ਸਿੰਥੈਟਿਕ ਡਰੱਗ ਤੇ ਸਮੈਕ, ਜਿਹਨੂੰ ਅਸੀਂ ਚਿੱਟਾ ਵੀ ਕਈ ਵਾਰੀ ਕਹਿੰਦੇ ਆ, ਉਹਦਾ ਜਿਹੜਾ ਭਾਵਨਾ ਖਾਸ ਤੌਰ ਤੇ ਦੁਆਬੇ ਦੇ ਵਿੱਚ ਵੱਡੇ ਪੱਧਰ ਤੇ ਹਰ ਘਰ ਦੇ ਵਿੱਚ ਬੱਚੇ ਜਿਹੜੇ ਆ ਇਹਦੇ ਚ ਇਨਵੋਲਵ ਹੋ ਰਹੇ ਆ ਤੇ ਬਰਬਾਦੀ ਵੱਲ ਵੱਧ ਰਹੇ ਆ। ਤੇ ਪੰਜਾਬੀ ਜਿਹੜੇ ਆ ਖਾਸ ਤੌਰ ਤੇ ਦੁਆਬੇ ਵਾਲੇ ਪੰਜਾਬੀ ਉੱਥੇ, ਕਿਉਂਕਿ ਪੈਸਾ ਬਾਹਰੋਂ, ਪੈਸੇ ਦੀ ਆਮਦ ਕਾਫੀ ਹੈ, ਐਨਰਾਈਜ਼ ਭੈਣ ਭਰਾ ਜਿਹੜੇ ਆਪਣੇ ਪਰਿਵਾਰਾਂ ਨੂੰ ਪੈਸੇ ਘੱਲਦੇ ਆ, ਪੈਸੇ ਦੀ ਬਹੁਤਾਤ ਜਿਹੜੀ ਹੈ ਉਹ ਫਿਰ ਇਸ ਪਾਸੇ ਵੱਲੋਂ ਨੌਜਵਾਨਾਂ ਨੂੰ ਲਾ ਰਹੀ ਹੈ। ਇਹ ਗੱਲ ਵੀ ਸੋਚਣ ਵਾਲੀ ਹੈ ਸਾਡੇ NRI ਭੈਣ ਭਰਾਵਾਂ ਵਾਸਤੇ, ਖਾਸ ਤੌਰ ਦੇ ਉੱਤੇ ਵੀ ਦੁਆਬੇ ਦੇ ਵਿੱਚ ਇਹ ਹਾਲ ਜੇ ਹੋ ਰਿਹਾ ਕਿ ਉਹ ਪੈਸੇ ਦੀ ਬਹੁਤਾਤ ਕਰਕੇ ਵੀ ਹੋ ਰਿਹਾ। ਕਿਉਂਕਿ ਇੱਕ ਸਧਾਰਨ ਬੱਚਾ ਵੀ ਜਿਹੜਾ ਹੈ ਉਹ 5000 ਰੁਪਏ ਦਾ ਰੋਜ਼ ਦਾ ਨਸ਼ਾ, ਇਸ ਕਿਸਮ ਦਾ ਨਸ਼ਾ ਕਰ ਰਿਹਾ ਇਸ ਵੇਲੇ। ਜਿਹਦੇ ਕੋਲ ਪੈਸੇ ਨਹੀਂ,
ਉਹ 5 ਪੁੜੀਆਂ ਲੈਂਦਾ ਤੇ 5 'ਚ 4 ਵੇਚਦਾ ਤੇ ਇੱਕ ਪੁੜੀ ਕਮਿਸ਼ਨ ਦੇ ਤੌਰ ਤੇ ਆਪਣੇ ਕੋਲ ਰੱਖਦਾ, ਯਾਨੀ ਨਸ਼ਿਆਂ ਦਾ ਨੈਟਵਰਕ ਇੱਦਾਂ ਚੱਲਿਆ ਹੈ। ਜਿਹੜਾ ਅਮਲੀਆਂ ਦੇ ਸੰਘਰਸ਼ ਦਾ ਮਸਲਾ ਉਹ ਵੱਖਰਾ ਇਸ ਕਰਕੇ ਹੈ ਕਿਉਂਕਿ ਉਹ ਰਵਾਇਤੀ ਨਸ਼ਿਆਂ ਵਾਲੇ ਲੋਕ ਆ, ਪੋਸਟ ਵਾਲੇ, ਡੋਲਿਆਂ ਵਾਲੇ, ਅਫੀਮ ਵਾਲੇ। ਹੁਣ ਇਹਦੇ ਤੇ ਵੀ ਸਰਕਾਰ ਦੀ ਜਿਹੜੀ ਪਹੁੰਚ ਹੈ ਉਹ ਸਾਇੰਟੀਫਿਕ ਨਹੀਂ ਹੈ। ਉਹ ਇਸ ਕਰਕੇ ਸਾਇੰਟੀਫਿਕ ਨਹੀਂ, ਰਾਜਸਥਾਨ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਪੋਸਟ ਦੀਆਂ, ਇਕੱਲੇ ਰਾਜਸਥਾਨ 'ਚ ਨਹੀਂ, ਭਾਰਤ ਦੇ 12-13 ਸੂਬਿਆਂ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਪੋਸਟ ਦੇ ਠੇਕੇ ਆ, ਜਿੱਦਾਂ ਆਪਣੇ ਪੰਜਾਬ ਸ਼ਰਾਬ ਦੇ ਠੇਕੇ ਆ। ਜਿਹੜੇ ਅਮਲੀ ਮੰਗ ਕਰ ਰਹੇ ਉਹ ਇਹ ਮੰਗ ਕਰ ਰਹੇ ਆ ਵੀ ਸਾਨੂੰ ਜਿਹੜੀ 200 ਰੁਪਏ ਦੀ ਚੀਜ਼ ਹੈ ਰਾਜਸਥਾਨ ਤੋਂ ਸਮਗਲ ਹੋ ਕੇ ਆਉਂਦੀ ਹੈ ਤੇ 1000-1200 ਦੀ ਪੈਂਦੀ ਹੈ। ਇਸ ਕਰਕੇ ਪੰਜਾਬ 'ਚ ਵੀ ਉਹ ਸਰਕਾਰੀ ਤੌਰ ਤੇ ਠੇਕੇ ਖੋਲ੍ਹੇ ਜਾਣ ਪੋਸਟ ਦੇ। ਹੁਣ ਸਰਕਾਰ ਦੀ ਜਿਹੜੀ ਅਪਰੋਚ ਹੈ ਸਮਗਲਿੰਗ ਨੂੰ ਉਤਸ਼ਾਹਿਤ ਕਰਨ ਦੀ। ਉਹ ਸਮਗਲਿੰਗ ਵੱਡੇ ਪੱਧਰ ਤੇ ਹੋ ਰਹੀ ਹੈ ਕਿਉਂਕਿ ਸਮਗਲਰ ਜਿਹੜੇ ਆ ਉਹਨਾਂ ਦਾ ਇੱਕ ਨੈਟਵਰਕ ਹੈ ਇਹਨਾਂ ਨਸ਼ਿਆਂ ਨੂੰ ਅੱਗੇ ਵਧਾਉਣ ਦੇ ਵਿੱਚ। ਸੋ ਅਸੀਂ ਨਸ਼ਿਆਂ ਦੀ ਕਿਸੇ ਵੀ ਲੈਵਲ ਦੇ ਉੱਤੇ ਕਦੇ ਵੀ ਹਮਾਇਤ ਕਰ ਨਹੀਂ ਸਕਦੇ, ਪਰ ਉਹਦੇ ਬਾਵਜੂਦ ਇੱਕ ਸਾਇੰਟੀਫਿਕ ਪਾਲਿਸੀ ਤਾਂ ਗਵਰਨਮੈਂਟ ਨੂੰ ਬਣਾਉਣੀ ਪਏਗੀ। ਜੇ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਸਕਦੇ, ਜਿਹੜੀ ਸ਼ਰਾਬ ਘਰ ਦੇ ਵਿੱਚ ਬਰਬਾਦੀ ਦਾ ਕਾਰਨ ਬਣ ਰਹੀ ਹੈ, ਤਾਂ ਜਿਹੜੇ ਇਸ ਕਿਸਮ ਦੇ ਰਵਾਇਤੀ ਨਸ਼ੇ ਕਰਨ ਵਾਲੇ ਲੋਕ ਹੈ ਜਿਹੜੇ ਨਹੀਂ ਹੁਣ ਉਸ ਨਸ਼ੇ ਤੋਂ ਹਟ ਸਕਦੇ, ਤੇ ਉਹਨਾਂ ਵਾਸਤੇ ਕੋਈ ਉਚੇਚ ਕਰਕੇ ਇੱਕ ਸੀਮਾ ਨਿਰਧਾਰਿਤ ਕਰਕੇ ਇਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ। ਪਰ ਸਰਕਾਰ ਕਰੇਗੀ ਨਹੀਂ ਕਿਉਂਕਿ ਸਰਕਾਰ ਦੇ ਵਿੱਚ ਬੈਠਾ ਕਰਪਟ ਕਿਸਮ ਦਾ ਐਲੀਮੈਂਟ ਜਿਹੜਾ ਆ ਉਹ ਸਮਗਲਰਿੰਗ ਦਾ ਜਿਹੜਾ ਨੈਟਵਰਕ ਹੈ ਉਹਦੇ ਸਿਰ ਦੇ ਉੱਤੇ ਬੈਠਾ ਹੋਇਆ, ਜਿਹਦੇ ਕਰਕੇ ਉਹਨਾਂ ਦੇ ਧੰਦੇ ਵੱਧ ਖੁੱਲ ਰਹੇ। ਜੀ ਬਿਲਕੁਲ ਸਰੋਤਿਓ, ਕੁਛ ਕੁ ਅਸੀਂ ਜਿਹੜੇ ਸਵਾਲ ਸੁਸ਼ੀਲ ਦੋਸਾਂਝ ਹੁਣਾਂ ਕੋਲੋਂ ਪੁੱਛਾਂਗੇ। ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਆ ਤਾਂ ਜਿਹੜੇ ਕੁਛ ਸਵਾਲਾਂ ਤੋਂ ਬਾਅਦ ਜਿਹੜਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਾਡੇ ਸਟੂਡੀਓ ਦੇ ਫੋਨ ਨੰਬਰ 408-272-5200 4082725200 ਦੇ ਉੱਤੇ। ਅਤੇ ਅਗਲੀ ਗੱਲ ਸੁਸ਼ੀਲ ਜੀ ਆਪਾਂ ਕਰਦੇ ਹਾਂ, ਜਿਸ ਦੇ ਵਿੱਚ ਤੁਸੀਂ ਜ਼ਿਕਰ ਵੀ ਕੀਤਾ ਸੀ ਉਸ ਗੱਲ ਦਾ, ਅੰਮ੍ਰਿਤਸਰ ਦੇ ਜਿਹੜੇ ਚੋਣ ਮੈਦਾਨ ਆ ਉਸ ਨੂੰ ਲੈ ਕੇ, ਜਿੱਥੇ ਕਿ ਇਸ ਟਾਈਮ ਜਿਹੜੇ ਸਿਆਸੀ ਸਮੀਕਰਨ ਆ ਕੁਛ ਨਵੇਂ ਜਿਹੜੇ ਉਪਜ ਰਹੇ ਆ, ਕਾਰਨ ਜਿਸ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਵੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੁਣਾਂ ਵੱਲੋਂ ਜਿਹੜਾ ਬਿਆਨ ਇੱਕ ਜਾਰੀ ਹੋਇਆ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਟਾਈਟਲਰ ਨੂੰ ਜਿਹੜੀ ਕਲੀਨ ਚਿੱਟ ਦੀ ਗੱਲ ਆਈ ਸੀ, ਉਸ ਨੂੰ ਲੈ ਕੇ ਇਸ ਟਾਈਮ ਕੀ ਨਵੇਂ ਸਮੀਕਰਨ ਬਣ ਰਹੇ ਆ? ਜਦੋਂ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਗਏ, ਉਦੋਂ ਇੱਕਦਮ ਸਥਿਤੀਆਂ ਬਦਲੀਆਂ। ਅਰੁਣ ਜੇਤਲੀ ਜਦੋਂ ਆਏ ਉਮੀਦਵਾਰ ਦੇ ਤੌਰ ਤੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਵੱਲੋਂ, ਉਦੋਂ ਅਰੁਣ ਜੇਤਲੀ ਨੂੰ ਵੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੀ ਪਤਾ ਕਿ ਅੰਮ੍ਰਿਤਸਰ ਤੋਂ ਕਾਂਗਰਸ ਵਾਲਿਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਮੀਦਵਾਰ ਬਣਾ ਲੈਣਾ ਜੀ। ਤੇ ਬਾਦਲ ਸਾਹਿਬ ਉਚੇਚ ਕਰਕੇ ਨਵਜੋਤ ਸਿੰਘ ਸਿੱਧੂ ਦੀ ਥਾਂ ਦੇ ਉੱਤੇ ਅਰੁਣ ਜੇਤਲੀ ਨੂੰ ਖੁਦ ਲੈ ਕੇ ਆਏ ਆ ਅੰਮ੍ਰਿਤਸਰ ਦੇ ਵਿੱਚ। ਤੇ ਜਦੋਂ ਕੈਪਟਨ ਅਮਰਿੰਦਰ ਆਏ ਤੇ ਕੈਪਟਨ ਅਮਰਿੰਦਰ ਨੇ ਆਉਂਦੇ ਸਥਿਤੀਆਂ ਬਦਲ ਦਿੱਤੀਆਂ ਉੱਥੇ। ਨੰਬਰ 1 ਤਾਂ ਉਹਨੇ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਬਾਗੀ ਧੜੇ ਸੀ ਉਹਨਾਂ ਨੂੰ ਇੱਕ ਕਰ ਦਿੱਤਾ, ਕਾਂਗਰਸ ਅੰਮ੍ਰਿਤਸਰ ਦੇ ਵਿੱਚ ਇੱਕਜੁੱਟ ਦਿਖਣ ਲੱਗ ਪਈ ਜੀ। ਨੰਬਰ 2, ਉਹਨੇ ਕੁਝ ਏਦਾਂ ਦੇ ਇਸ਼ੂ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ, ਜਿਹਦੇ ਕਰਕੇ ਜਿਹੜੀ ਸਿੱਖ ਮਾਨਸਿਕਤਾ ਵਾਲੀ ਵੋਟ ਹੈ ਉਹ ਲਗਭਗ ਸਾਰੀ ਦੀ ਸਾਰੀ ਕੈਪਟਨ ਅਮਰਿੰਦਰ ਦੇ ਪੱਖ 'ਚ ਮੁੜਦੀ ਦਿਖਾਈ ਦਿੱਤੀ ਜੀ। ਮਿਸਾਲ ਦੇ ਤੌਰ ਤੇ ਨੰਬਰ 1 ਮਸਲਾ ਉਹਨੇ ਚੱਕਿਆ ਕੈਪਟਨ ਅਮਰਿੰਦਰ ਸਿੰਘ ਨੇ ਕਿ ਇਹ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਸੀ, ਉਸ ਹਮਲੇ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਸ ਹਮਲੇ ਤੋਂ ਬਾਅਦ ਸਭ ਤੋਂ ਜ਼ਿਆਦਾ ਰਿਐਕਟ ਜਾਂ ਗੁੱਸਾ ਜੇ ਕਿਸੇ ਨੇ ਦਿਖਾਇਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਦਿਖਾਇਆ। MP ਸੀਗੇ, ਆਪਣਾ ਰਿਜ਼ਾਈਨ ਕਰਤਾ MP ਤੋਂ, ਕਾਂਗਰਸ ਵੱਲੋਂ ਵੀ ਰਿਜ਼ਾਈਨ ਕਰ ਦਿੱਤਾ, ਯਾਨੀ ਆਪਣੇ ਆਪ ਨੂੰ ਇੱਕ ਉਹ ਜਿਹੜਾ ਹਮਲਾ ਹੋਇਆ ਸੀ ਉਹਦੇ ਵਿਰੋਧ ਦੇ ਵਿੱਚ ਸਭ ਤੋਂ ਬਿਹਤਰ ਤਰੀਕੇ ਨਾਲ ਖੜਨ ਵਾਲਾ ਸਾਬਤ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ। ਇਹਦਾ ਅਸਰ ਹੋਇਆ ਉੱਥੇ ਜੀ ਵੋਟਰ ਤੇ, ਖਾਸ ਤੌਰ ਤੇ ਸਿੱਖ ਵੋਟਰ ਤੇ। ਦੂਜਾ, ਭੋਪਾਲ ਗੈਸ ਕਾਂਡ ਦਾ ਮਸਲਾ ਚੱਕਿਆ ਕਿ ਭੋਪਾਲ ਗੈਸ ਕਾਂਡ ਦੇ ਵਿੱਚ ਜਿਹੜੀ ਕੰਪਨੀ ਜਿਹੜੀ ਜ਼ਿੰਮੇਵਾਰ ਸੀ, ਉਸ ਕੰਪਨੀ ਦੀ ਵਕਾਲਤ ਕਰਦੇ ਰਹੇ ਅਰੁਣ ਜੇਤਲੀ, ਜਿਹੜੇ BJP ਦੇ ਕੈਂਡੀਡੇਟ ਹੈ। ਇਹਦਾ ਵੀ ਨੁਕਸਾਨ ਅਰੁਣ ਜੇਤਲੀ ਨੂੰ ਉੱਥੇ ਹੁੰਦਾ ਦਿਖਾਈ ਦੇ ਰਿਹਾ ਸੀ ਜੀ। ਸੋ ਇੱਕ ਬਹੁਤ ਵੱਡਾ ਧਰੁਵੀਕਰਨ ਦੇਖਿਆ ਅਸੀਂ ਅੰਮ੍ਰਿਤਸਰ ਦੇ ਵਿੱਚ ਵੀ। ਨੰਬਰ 1 ਤਾਂ ਮਸਲਾ ਚੱਕਦਾ ਕੈਪਟਨ ਅਮਰਿੰਦਰ ਸਿੰਘ ਤੇ ਸਾਥੀਆਂ ਨੇ ਕਿ ਇੱਥੇ ਇੱਕ ਸਿੱਖ ਉਮੀਦਵਾਰ ਸੀ ਗੁਰੂ ਕੀ ਨਗਰੀ 'ਚ, ਨਵਜੋਤ ਸਿੰਘ ਸਿੱਧੂ, ਉਹਦੀ ਥਾਂ ਤੇ ਇੱਕ ਹਿੰਦੂ ਉਮੀਦਵਾਰ ਨੂੰ ਲਿਆਂਦਾ ਗਿਆ BJP ਵੱਲੋਂ। ਤੇ ਪਹਿਲਾਂ ਤਾਂ ਇੱਥੇ ਚਾਹੀਦਾ ਹੀ ਸ਼੍ਰੋਮਣੀ ਅਕਾਲੀ ਦਲ ਲੜਦਾ ਜਿੱਥੇ ਉਹ ਲੜਨੀ ਸੀ। ਦੂਜਾ, ਜੇ ਇੱਕ ਸਿੱਖ ਉਮੀਦਵਾਰ ਸੀ ਉਹਨੂੰ ਬਾਹਰ ਕਿਉਂ ਕੀਤਾ ਗਿਆ? ਸੋ ਸਿੱਖ ਮਾਨਸਿਕਤਾ ਦੀ ਵੋਟ ਆਪਣੇ ਵੱਲ ਕਰਨ ਦੀ ਕੋਸ਼ਿਸ਼ ਜਿਹੜੇ ਸਫਲ ਹੁੰਦੇ ਦਿਖਾਈ ਦੇ ਰਹੇ ਸੀ। ਸਿੱਖਾਂ ਦੀ ਵੋਟਾਂ ਦਾ ਧਰੁਵੀਕਰਨ ਜਿਹੜਾ ਕੈਪਟਨ ਅਮਰਿੰਦਰ ਦੇ ਪੱਖ 'ਚ ਦਿਖਾਈ ਦੇ ਰਿਹਾ ਸੀ ਜੀ। ਪਰ 4 ਦਿਨ ਪਹਿਲਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ACTV ਨੂੰ ਇੱਕ ਇੰਟਰਵਿਊ ਦਿੱਤੀ, ਉਹਦੇ ਵਿੱਚ ਉਹਨੇ ਇਹ ਕਹਿ ਦਿੱਤਾ ਕਿ ਜਦੋਂ 84 ਵਾਪਰਿਆ ਦਿੱਲੀ ਦੇ ਵਿੱਚ, ਸਭ ਤੋਂ ਪਹਿਲਾਂ ਪਹੁੰਚਣ ਵਾਲਾ ਮੈਂ ਸੀ ਦਿੱਲੀ, ਤੇ ਉੱਥੇ ਲੋਕਾਂ ਨੇ ਜਿਹੜੀਆਂ ਗੱਲਾਂ ਸੁਣਾਈਆਂ ਜਾਂ ਮੈਂ ਜੋ ਸੁਣਿਆ
ਉਹਦੇ 'ਚ ਸੱਜਣ ਕੁਮਾਰ ਦਾ ਨਾਮ ਵੀ ਉਹਨੇ ਲਿਆ, ਕੁਝ ਹੋਰ ਕਾਂਗਰਸੀਆਂ ਦਾ ਨਾਮ ਵੀ ਲਿਆ ਕਿ ਇਹ ਲੋਕ ਜਿਹੜੇ ਆ ਇਹਦੇ ਕਸੂਰਵਾਰ ਆ। ਪਰ ਜਗਦੀਸ਼ ਟਾਈਟਲ ਬਾਰੇ ਉਹਨੇ ਕਹਿ ਦਿੱਤਾ ਕਿ ਜਗਦੀਸ਼ ਟਾਈਟਲ ਦਾ ਨਾਮ ਕਿਤੇ ਨਹੀਂ ਸੁਣਿਆ, ਯਾਨੀ ਇੱਕ ਕਿਸਮ ਦੀ ਕਲੀਨ ਚਿੱਟ ਹੁੰਦੀ ਸੀ ਜੀ। ਜਿਸ ਤੋਂ ਬਾਅਦ ਸਥਿਤੀ ਜਿਹੜੀ ਇੱਕਦਮ ਚੇਂਜ ਹੋਈ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਬੈਠਿਆ ਬਿਠਾਇਆ ਮੁੱਦਾ ਮਿਲ ਗਿਆ ਕੈਪਟਨ ਨੂੰ ਘੇਰਨ ਵਾਸਤੇ, ਤੇ ਉਹਦਾ ਕਹਿ ਲਓ ਵੀ ਨਤੀਜਾ ਹੋਇਆ ਕਿ ਦਿੱਲੀ ਤੱਕ ਮੁਜ਼ਾਹਰੇ ਕਰਵਾਏ ਗਏ ਸ਼੍ਰੋਮਣੀ ਅਕਾਲੀ ਦਲ ਵੱਲੋਂ। ਅੰਮ੍ਰਿਤਸਰ ਦੇ ਵਿੱਚ ਹੀ ਮੁਜ਼ਾਹਰੇ ਹੋਏ, ਕੈਪਟਨ ਅਮਰਿੰਦਰ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਯਾਨੀ ਉਹ ਜਿਹੜੀ ਸਿੱਖ ਵੋਟ ਸਾਰੀ ਦੀ ਸਾਰੀ ਦੀਦੀ ਸੀ ਕੈਪਟਨ ਦੇ ਪੱਖ 'ਚ, ਉਹਨੂੰ ਮੋੜਾ ਦੇਣ ਦੀ ਇੱਕ ਕੋਸ਼ਿਸ਼ ਕੀਤੀ ਜਿਹਦੇ 'ਚ ਕਾਫੀ ਹੱਦ ਤੱਕ ਸਫਲ ਹੋਏ ਨੇ ਜੀ ਜੀ। ਯਾਨੀ ਸਿੱਖ ਵੋਟ ਜਿਹੜੀ ਵੱਡੋਂ ਪੈਣ ਜਾ ਰਹੀ ਸੀ ਕੈਪਟਨ ਅਮਰਿੰਦਰ ਨੂੰ, ਉਹ ਥੋੜੀ ਟੁੱਟੀ ਹੈ ਕੈਪਟਨ ਅਮਰਿੰਦਰ ਨਾਲੋਂ। ਸੋ ਇਹਦਾ ਨੁਕਸਾਨ ਕੈਪਟਨ ਅਮਰਿੰਦਰ ਨੂੰ ਹੋ ਸਕਦਾ। ਦੂਜਾ ਨੁਕਸਾਨ ਕੈਪਟਨ ਅਮਰਿੰਦਰ ਨੂੰ ਆਮ ਆਦਮੀ ਪਾਰਟੀ ਦਾ ਦਿਖਾਈ ਦੇ ਰਿਹਾ, ਜਿੱਥੋਂ ਡਾਕਟਰ ਦਲਜੀਤ ਸਿੰਘ ਆਮ ਆਦਮੀ ਪਾਰਟੀ ਦੇ ਉੱਥੋਂ ਅੰਮ੍ਰਿਤਸਰ ਤੋਂ ਉਮੀਦਵਾਰ ਹੈ। ਜਿੰਨੀਆਂ ਵੱਧ ਤੋਂ ਵੱਧ ਵੋਟਾਂ ਉਹ ਲੈ ਕੇ ਜਾਣਗੇ, ਉਹਦਾ ਬਹੁਤਾ ਨੁਕਸਾਨ ਸ਼ਾਇਦ ਉਹ ਕੈਪਟਨ ਅਮਰਿੰਦਰ ਨੂੰ ਕਰਨਗੇ। ਪਰ ਕੈਪਟਨ ਅਮਰਿੰਦਰ ਨੂੰ ਰਾਹਤ ਇਸ ਗੱਲ ਦੀ ਹੈ ਵੀ ਨਵਜੋਤ ਸਿੰਘ ਸਿੱਧੂ ਉੱਥੇ ਹਾਲੇ ਤੱਕ ਆਇਆ ਨਹੀਂ, ਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਜਿਹੜੀ ਹੈ ਕਿਤੇ ਕਿਤੇ ਇੱਦਾਂ ਦੇ ਬਿਆਨ ਦੇ ਦਿੰਦੀ ਹੈ ਜਿਹਨਾਂ ਬਿਆਨਾਂ ਕਰਕੇ ਉਹਨੂੰ ਜੇਤਲੀ ਦੀ ਸਥਿਤੀ ਕਸੂਤੀ ਬਣ ਜਾਂਦੀ ਹੈ। ਜਿੱਦਾਂ ਅੱਜ ਦਾ ਤੁਸੀਂ ਖਬਰਾਂ ਸੁਣਿਆ ਵੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੇਰੇ ਪਤੀ ਨੂੰ ਨਰਿੰਦਰ ਮੋਦੀ ਦੀ ਰੈਲੀ ਲਈ ਬੁਲਾਇਆ ਨਹੀਂ ਗਿਆ ਕਿਉਂਕਿ ਅਕਾਲੀ ਨਹੀਂ ਚਾਹੁੰਦੇ ਕਿ ਮੇਰਾ ਪਤੀ ਜਿਹੜਾ ਸੱਚ ਬੋਲਦਾ ਇੱਥੇ ਆ ਕੇ ਕੋਈ ਸੱਚ ਬੋਲੇ। ਇਹਦਾ ਨੁਕਸਾਨ ਜਿਹੜਾ ਜ਼ਰੂਰ ਅਰੁਣ ਜੇਤਲੀ ਨੂੰ ਹੋਣ ਜਾ ਰਿਹਾ, ਤੇ ਇਹ ਜਿਹੜੀ ਨੁਕਸਾਨ ਕੈਪਟਨ ਨੂੰ ਹੁਣ ਹੋ ਰਿਹਾ ਉਹਦੀ ਭਰਪਾਈ ਉੱਧਰੋਂ ਹੋ ਸਕਦੀ ਹੈ। ਸੋ ਲੜਾਈ ਬਹੁਤ ਜ਼ਿਆਦਾ ਨੈਕ ਟੂ ਨੈਕ ਦਿਖਾਈ ਦੇ ਰਹੀ ਹੈ, ਬਹੁਤ ਦਿਲਚਸਪ ਦਿਖਾਈ ਦੇ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਬਾਦਲਾਂ ਦੀ ਜਿਹੜੀ ਜ਼ਿਆਦਾ ਚਹੇਤੀ ਜਿਹੜੀ ਸੀਟ ਹੈਗੀ ਆ ਬਠਿੰਡੇ ਦੀ ਸੀਟ, ਉਸ ਦੇ ਵਿੱਚ ਜਿਹੜੀਆਂ ਇਹ ਖਬਰਾਂ ਇਸ ਟਾਈਮ ਸਾਹਮਣੇ ਬਾਹਰ ਆ ਰਹੀਆਂ ਵੀ ਜਿਹੜੀ ਹਰਸਿਮਰਤ ਕੌਰ ਬਾਦਲ ਆ ਉਸ ਨੂੰ ਕਈ ਪਿੰਡਾਂ ਦੇ ਵਿੱਚ ਜਿਹੜਾ ਬਾਈਕਾਟ ਆ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ। ਇਸ ਦੇ ਉੱਤੇ ਕੀ ਚੱਲ ਰਿਹਾ? ਆਮ ਜਿਹੜੀ ਤੁਸੀਂ ਲੋਕਾਂ ਨਾਲ ਗੱਲ ਕਰੋ ਬਠਿੰਡੇ 'ਚ ਵੀ ਦੱਸੋ ਬਠਿੰਡੇ ਦੀ ਸੀਟ ਦਾ ਰਿਜ਼ਲਟ ਕੀ ਨਿਕਲੇਗਾ ਜੀ, ਤੇ ਆਮ ਬੰਦਾ ਉੱਥੇ ਇਹ ਕਹਿੰਦਾ ਹੈ ਕਿ ਬੀਬੀ ਬਾਦਲ ਨੇ ਜਿੱਤਣਾ ਨਹੀਂ, ਪਰ ਬਾਦਲਾਂ ਨੇ ਬੀਬੀ ਬਾਦਲ ਨੂੰ ਜਿਤਵਾ ਲੈਣਾ ਜੀ। ਤੁਸੀਂ ਇਸ ਗੱਲ ਨੂੰ ਸਮਝੋ ਵੀ ਸਧਾਰਨ ਬੰਦਾ ਵੀ ਉੱਥੇ ਇਹ ਕਹਿ ਰਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਜਿੱਤਦੀ ਨਹੀਂ ਹੈ ਜੀ ਜੀ ਜੀ, ਪਰ ਬਾਦਲਾਂ ਨੇ ਉਹਨੂੰ ਜਿਤਵਾ ਲੈਣਾ। ਇਹਦਾ ਭਾਵ ਇਹ ਹੈ ਕਿ ਹਰ ਤਰ੍ਹਾਂ ਦਾ ਹੱਥਕੰਡਾ ਵਰਤ ਕੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਜੀ। ਦੇ ਕਈ ਹਿੱਸਿਆਂ ਦੇ ਵਿੱਚ ਫੋਨ ਕੀਤੇ ਆ ਮੇਰੇ ਦੋਸਤ ਮਿੱਤਰ ਜਿੱਥੇ ਕਿਤੇ ਵੀ ਹੈਗੇ, ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡੇ ਹਲਕੇ ਦਾ ਕੀ ਹਾਲ ਹੈ। ਕਹਿੰਦੇ ਸਾਡੇ ਹਲਕੇ ਦਾ ਹਾਲ ਜਿਹੜਾ ਆ ਉਹ ਕਿਸੇ ਮਤਲਬ ਹਲਕੇ ਦੇ ਵਿੱਚ ਤਾਂ ਹੈ, ਪਰ ਬਹੁਤੇ ਹਲਕਿਆਂ ਦੇ ਵਿੱਚ ਦੋਸਤਾਂ ਨੇ ਸਾਨੂੰ ਇਹੀ ਦੱਸਿਆ ਵੀ ਜਿਹੜੀ ਅਕਾਲੀ ਲੀਡਰਸ਼ਿਪ ਉਹ ਸਾਰੀ ਸ਼ਿਫਟ ਹੋ ਗਈ ਆ ਬਠਿੰਡੇ 'ਚ ਜੀ ਜੀ। ਵੀ ਅਕਾਲੀ ਲੀਡਰਸ਼ਿਪ ਬਾਕੀ ਸੀਟਾਂ ਦੇ ਉੱਤੇ ਅੰਮ੍ਰਿਤਸਰ ਤੋਂ ਬਿਨਾਂ, ਯਾਨੀ ਬਠਿੰਡੇ ਤੋਂ ਬਾਅਦ ਅੰਮ੍ਰਿਤਸਰ ਤੋਂ ਬਿਨਾਂ ਬਾਕੀ ਕਿਸੇ ਸੀਟ ਦੇ ਉੱਤੇ ਜਿਹੜਾ ਆ ਪੂਰਾ ਜ਼ੋਰ ਉੱਦਾਂ ਨਹੀਂ ਲਾ ਰਹੀ ਅਕਾਲੀ ਲੀਡਰਸ਼ਿਪ ਜਿੱਦਾਂ ਅੰਮ੍ਰਿਤਸਰ ਬਠਿੰਡੇ 'ਚ ਲਾਇਆ ਜਾ ਰਿਹਾ। ਯਾਨੀ ਚੰਡੀਗੜ੍ਹ ਤੋਂ ਵੀ ਬਹੁਤ ਸਾਰੇ ਜਿਹੜੇ ਅਕਾਲੀ ਆਗੂ ਆ ਜਿਹੜੇ ਉੱਧਰ ਸ਼ਿਫਟ ਹੋ ਚੁੱਕੇ ਆ, ਬਠਿੰਡੇ ਜਾ ਕੇ ਬੈਠੇ ਆ। ਬਠਿੰਡੇ ਸਾਰਾ ਤਾਣ ਲੱਗਾ ਹੋਇਆ, ਪਰ ਬਠਿੰਡੇ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਉਹ ਇਹ ਆ ਰਹੀਆਂ ਕਿ ਬਠਿੰਡੇ ਦੇ ਕੋਈ ਬਿਲਕੁਲ ਤਾਜ਼ੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਤੇ 350 ਪਿੰਡ ਆ ਬਠਿੰਡੇ ਦੀ ਸੀਟ ਤੇ ਜਿਨ੍ਹਾਂ ਨੇ ਲਗਭਗ ਇਹ ਫੈਸਲਾ ਕਰ ਲਿਆ ਮੁਕੰਮਲ ਬਾਈਕਾਟ ਕਰਨ ਦਾ ਬੀਬੀ ਹਰਸਿਮਰਤ ਕੌਰ ਬਾਦਲ ਦਾ ਜੀ ਜੀ। ਫਿਰ ਸਵਾਲ ਇਹ ਉੱਠਦਾ ਵੀ ਕੀ ਸਰਕਾਰੀ ਸਾਧਨਾਂ ਦੀ ਵਰਤੋਂ ਤੇ ਦੁਰਵਰਤੋਂ ਤੋਂ ਲੈ ਕੇ ਹਰ ਹੱਥਕੰਡਾ ਅਪਣਾਇਆ ਜਾਵੇ ਬੀਬੀ ਬਾਦਲ ਨੂੰ ਜਿਤਾਉਣ ਵਾਸਤੇ, ਤਾਂ ਕੀ ਬੀਬੀ ਬਾਦਲ ਫਿਰ ਵੀ ਜਿੱਤ ਜਾਣਗੇ? ਤੇ ਉਹਦੇ 'ਚ ਇਹ ਹੈ ਕਿ ਜਿਹੜੇ ਮੁਕਾਬਲੇ 'ਚ ਕੈਂਡੀਡੇਟ ਆ ਮਨਪ੍ਰੀਤ ਸਿੰਘ ਬਾਦਲ, ਉਹਨਾਂ ਦੀ ਸਿਚੁਏਸ਼ਨ ਇਹ ਹੈ ਜੋ ਪਿਛਲੇ ਕੁਝ ਦਿਨਾਂ ਤੱਕ ਇਹ ਸੀ ਵੀ ਕਾਂਗਰਸੀ ਖੁੱਲ੍ਹ ਕੇ ਉਹਨਾਂ ਨਹੀਂ ਸੀ ਚੱਲ ਰਹੇ, ਪਰ ਜਦੋਂ ਹੁਣ ਇਹ ਪਤਾ ਲੱਗ ਰਿਹਾ ਹੈ ਕਿ ਬੀਬੀ ਬਾਦਲ ਨੂੰ ਜਿਤਾਉਣ ਵਾਸਤੇ ਹਰ ਹਰਬਾ ਵਰਤਿਆ ਜਾ ਰਿਹਾ ਤਾਂ ਕਾਂਗਰਸੀ ਵੀ ਖੁੱਲ੍ਹ ਕੇ ਜਿਹੜੇ ਆ ਮਨਪ੍ਰੀਤ ਬਾਦਲ ਦਾ ਤੁਰ ਪਏ ਆ ਜੀ। ਨੁਕਸਾਨ ਉੱਥੇ ਮਨਪ੍ਰੀਤ ਬਾਦਲ ਨੂੰ ਇਹ ਹੋ ਰਿਹਾ ਕਿ ਮਨਪ੍ਰੀਤ ਨਾਂ ਦਾ ਇੱਕ ਬੰਦਾ ਪਿੰਡ ਬਾਦਲ ਤੋਂ ਖੜਾ ਕਰ ਦਿੱਤਾ ਗਿਆ ਤੇ ਪਤੰਗ ਦਾ ਉਹਨੂੰ ਚੋਣ ਨਿਸ਼ਾਨ ਦਵਾ ਦਿੱਤਾ ਗਿਆ। ਉਹਦਾ ਇੱਕ ਨੁਕਸਾਨ ਮਨਪ੍ਰੀਤ ਬਾਦਲ ਨੂੰ ਹੋ ਸਕਦਾ ਹੈ, ਪਰ ਲੋਕ ਅੱਕੇ ਹੋਏ ਆ ਪਿੰਡਾਂ ਦੇ, ਤੇ ਅੱਕ ਕੇ ਉਹ ਮਨਪ੍ਰੀਤ ਬਾਦਲ ਦੇ ਹੱਕ ਦੇ ਵਿੱਚ ਵੱਡੇ ਪੱਧਰ ਤੇ ਵੋਟਿੰਗ ਕਰ ਸਕਦੇ ਆ। ਪਰ ਦੂਜਾ ਨੁਕਸਾਨ ਮਨਪ੍ਰੀਤ ਬਾਦਲ ਨੂੰ ਇਹ ਹੈ ਕਿ ਉੱਥੋਂ ਜਸਰਾਜ ਮੁੰਡਾ ਜਿਹੜਾ ਗਾਇਕ ਹੈ ਜਸਰਾਜ, ਉਹ ਆਮ ਆਦਮੀ ਪਾਰਟੀ ਵੱਲੋਂ ਖੜਾ ਤੇ ਜਿੰਨੀ ਵੋਟ ਉਹ ਲੈ ਕੇ ਜਾਏਗਾ ਉਹਨਾਂ ਜ਼ਿਆਦਾ ਨੁਕਸਾਨ ਉਹ ਮਨਪ੍ਰੀਤ ਬਾਦਲ ਦਾ ਕਰੇਗਾ। ਸੋ ਬੜੀ ਟਫ ਫਾਈਟ ਹੈ ਤੇ ਚੋਣ ਕਮਿਸ਼ਨ ਨੂੰ ਬਕਾਇਦਾ ਇਸ ਸੀਟ ਦੇ ਉੱਤੇ ਜਿਹੜਾ ਬਹੁਤ ਧਿਆਨ ਦੇਣਾ ਪਏਗਾ। ਪੈਸੇ ਦੇ ਲਿਹਾਜ਼ ਦੇ ਨਾਲ ਵੀ ਬਾਦਲਾਂ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕੈਂਡੀਡੇਟ ਬੀਬੀ ਹਰਸਿਮਰਤ ਕੌਰ ਬਾਦਲ ਲਈ ਪਾਣੀ ਵਾਂਗ ਪੈਸਾ ਬਹਾ ਦਿੱਤਾ ਹੈ। ਮੁਕਾਬਲੇ 'ਚ ਮਨਪ੍ਰੀਤ ਸਿੰਘ ਬਾਦਲ ਨੇ 2% ਵੀ ਉਹਨਾਂ ਦੇ ਮੁਕਾਬਲੇ ਜਿਹੜਾ ਪੈਸਾ ਉੱਥੇ ਨਹੀਂ ਖਰਚਿਆ। ਸੋ ਇਹ ਸਾਰੀਆਂ ਚੀਜ਼ਾਂ ਕਾਊਂਟ ਹੋਣਗੀਆਂ ਤੇ ਆਖਰੀ ਦਿਨ ਤੱਕ ਜਾਂਦਿਆਂ ਸਥਿਤੀਆਂ ਜਿਹੜੀਆਂ
ਹੋਰ ਰੂਪ ਵੀ ਅਖਤਿਆਰ ਕਰ ਸਕਦੀਆਂ। ਜੀ ਜੀ ਤੇ ਸਰੋਤੇ, ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਸੁਸ਼ੀਲ ਦੋਸਾਂਝ ਜੀ ਦੇ ਲਈ, ਤਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਅਤੇ ਅਗਲੀ ਜਿਹੜੀ ਸੁਸ਼ੀਲ ਜੀ ਆਪਾਂ ਗੱਲ ਕਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਬਿਆਨ ਆ ਪ੍ਰਕਾਸ਼ ਬਾਦਲ ਚੀਫ ਮਿਨਿਸਟਰ ਮੁੱਖ ਮੰਤਰੀ ਪੰਜਾਬ ਦੇ ਆ, ਉਹ ਦੇ ਰਹੇ ਆ ਇੱਕ ਰੈਲੀ ਦੇ ਵਿੱਚ। ਇਹ ਕਹਿ ਰਹੇ ਆ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੱਕ ਕੋਹੜ ਦੀ ਬਿਮਾਰੀ ਆ, ਅਤੇ ਉਸ ਨੂੰ ਜਿਹੜਾ ਜੀ ਜਿੱਦਾਂ ਆਪਾਂ ਪਹਿਲੋਂ ਕੋਹੜ ਦੀ ਜਿਹੜੀ ਬਿਮਾਰੀ ਆ ਉਸ ਨੂੰ ਭਜਾਤਾ ਸੀ, ਆਪਾਂ ਇੱਦਾਂ ਇਸ ਨੂੰ ਭਜਾ ਦੇਣਾ ਆ। ਉਹ ਕਹਿੰਦੇ ਆ ਵੀ ਜਿਹੜਾ ਕਦੀ ਮੁੱਖ ਮੰਤਰੀ ਉਹਨੇ ਵੀ ਕਦੀ ਧਰਨਾ ਦਿੱਤਾ ਆ ਕਿ ਸਰਕਾਰਾਂ ਇੱਦਾਂ ਚੱਲਦੀਆਂ ਆ ਵੀ ਜਿਹੜੀ ਗੱਡੀ ਦੇ ਉੱਤੇ ਜਿਹੜਾ ਡਰਾਈਵਰ ਆ ਜਿਹਨੂੰ ਚਲਾਉਣੀ ਆਉਂਦੀ ਉਸ ਨੂੰ ਹੀ ਜਿਹੜਾ ਗੱਡੀ ਚਲਾਉਣ ਦਿੱਤੀ ਜਾਵੇ, ਉਹੀ ਸਰਕਾਰ ਚਲਾ ਸਕਦਾ ਆ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ? ਦੇਖੋ, ਗੱਲ ਇਹ ਹੈ ਵੀ ਡਰਾਈਵਰ ਤਾਂ ਅਟਲ ਬਿਹਾਰੀ ਵਾਜਪੇਈ ਬਹੁਤ ਚੰਗੇ ਸੀਗੇ। NDA ਵੱਲੋਂ ਪ੍ਰਧਾਨ ਮੰਤਰੀ ਦੇ ਉਮੀਦਵਾਰ ਵੀ ਰਹੇ, ਪ੍ਰਧਾਨ ਮੰਤਰੀ ਬਣੇ ਵੀ, ਤੇ ਬਾਦਲ ਸਾਹਿਬ ਉਸੇ ਗੱਡੀ 'ਚ ਸਵਾਰ ਰਹੇ। ਤੇ ਬਾਦਲ ਸਾਹਿਬ ਨੂੰ ਯਾਦ ਹੋਏਗਾ ਕਿ ਇੱਕ ਵਾਰ 13 ਦਿਨ ਸਰਕਾਰ ਚੱਲੀ ਸੀ ਅਟਲ ਬਿਹਾਰੀ ਵਾਜਪੇਈ। ਡਰਾਈਵਰ ਤਾਂ ਚੰਗੇ ਸੀ ਜੀ, ਪਰ 13 ਦਿਨ ਸਰਕਾਰ ਕਿਉਂ ਚੱਲੀ ਸੀ, ਉਹ 5 ਸਾਲ ਕਿਉਂ ਨਹੀਂ ਚੱਲੀ? ਇਹ ਇੱਕ ਵੱਡਾ ਸਵਾਲ ਹੈ। ਉਹ 5 ਸਾਲ ਇਸ ਕਰਕੇ ਨਹੀਂ ਚੱਲੀ ਕਿਉਂਕਿ ਉਹਨਾਂ ਦੀ ਗੱਡੀ ਦੇ ਵਿੱਚ ਬਾਦਲ ਸਾਹਿਬ ਤਾਂ ਸਵਾਰ ਸੀ, ਪਰ ਬਾਕੀ ਹੋਰ ਲੋਕ ਬਹੁਤੇ ਸਵਾਰ ਨਹੀਂ ਸੀ ਜਿਹੜੇ ਉਸ ਗੱਡੀ ਨੂੰ ਧੱਕਾ ਲਾ ਸਕਦੇ ਜਦੋਂ ਗੱਡੀ ਆ ਰਹੀ ਸੀ। ਇੰਨੇ ਅਰਵਿੰਦ ਕੇਜਰੀਵਾਲ ਨਾਲ ਹੋਇਆ, ਉਹਨਾਂ ਦੇ 28 MLA ਸੀ, ਕਾਂਗਰਸ ਨੇ ਬਾਹਰੋਂ ਹਮਾਇਤ ਦਿੱਤੀ, ਤੇ ਜੋ ਕਰਨਾ ਚਾਹੁੰਦੇ ਸੀ ਉਹਨੂੰ ਕਰਨ ਨਹੀਂ ਸੀ ਦਿੱਤਾ ਜਾ ਰਿਹਾ। ਦੂਜੀ ਉਹਦੀ ਆਪਣੀ ਦਾਤ ਵਿੱਚ ਆਪਣੀ ਰਣਨੀਤੀ ਹੈ। ਸਗੋਂ ਮੈਂ ਕਹਿੰਦਾ ਅਰਵਿੰਦ ਕੇਜਰੀਵਾਲ ਨੇ ਤਾਂ ਸਿਆਸਤ ਕਰਨੀ ਸਿਖਾ ਦਿੱਤੀ ਆ ਵੱਡੀਆਂ ਪਾਰਟੀਆਂ ਨੂੰ। ਜੀ, ਜਿਹੜੇ ਲੋਕ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕਦੇ ਕਰਪਸ਼ਨ ਦੀ ਗੱਲ ਨਹੀਂ ਸੀ ਕਰਦੇ, ਜਾਂ ਜਿਹੜੇ ਇੱਕ ਆਦਰਸ਼ ਕਿਸਮ ਦੀ ਜਿਹੜੀ ਸਿਚੁਏਸ਼ਨ ਕ੍ਰੀਏਟ ਕਰਨੀ ਹੁੰਦੀ ਹੈ ਰਾਜਨੀਤੀ ਦੇ ਵਿੱਚ, ਉਹ ਨਹੀਂ ਸੀ ਕਰਦੇ। ਉਹਨਾਂ ਸਾਰਿਆਂ ਦੇ ਜਿਹੜੇ ਚੋਣ ਏਜੰਡੇ ਤੁਸੀਂ ਦੇਖ ਲਓ, ਉਹ ਅਰਵਿੰਦ ਕੇਜਰੀਵਾਲ ਵਾਲੇ ਆ। ਸੋ ਬਾਦਲ ਸਾਹਿਬ ਨੂੰ ਇਹ ਨਹੀਂ ਕਿ ਉਹ ਕੋਹੜ ਦੀ ਬਿਮਾਰੀ ਉਹਨੂੰ ਸਾਫ਼ ਤੋਂ, ਬਾਦਲ ਸਾਹਿਬ ਨੂੰ ਇਹ ਫਿਕਰ ਹੈ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਨਾਲੋਂ ਜ਼ਿਆਦਾ ਨੁਕਸਾਨ ਉਹਨਾਂ ਦਾ ਕਰੇਗੀ, ਕਿਉਂਕਿ ਐਂਟੀ ਇਨਕੰਬੈਂਸੀ ਹੈ। ਐਂਟੀ ਇਨਕੰਬੈਂਸੀ ਦੋ ਤਰ੍ਹਾਂ ਦੀ ਹੈ ਪੰਜਾਬ ਦੇ ਵਿੱਚ। ਇੱਕ ਤਾਂ ਨੈਸ਼ਨਲ ਐਂਟੀ ਇਨਕੰਬੈਂਸੀ ਹੈ, ਉਹਦਾ ਨੁਕਸਾਨ ਹੋਏਗਾ ਕਾਂਗਰਸ ਪਾਰਟੀ ਨੂੰ। ਇੱਕ ਜਿਹੜੀ ਸਟੇਟ ਦੀ ਇਨਕੰਬੈਂਸੀ ਹੈ, ਤੇ ਇੱਕ ਜਿਹੜੀ ਕੰਸਟੀਚੁਐਂਸੀ ਦੀ ਇਨਕੰਬੈਂਸੀ ਹੁੰਦੀ ਹੈ, ਉਹਦਾ ਨੁਕਸਾਨ ਵੀ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਆਦਾ ਹੋਇਆ। ਸੋ ਅਲਟੀਮੇਟਲੀ ਸਾਹਿਬ ਨੂੰ ਲੱਗਦਾ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਜਿੰਨੀਆਂ ਜ਼ਿਆਦਾ ਵੋਟਾਂ ਪੈਣਗੀਆਂ, ਇੱਕ ਅੱਧੀ ਸੀਟ ਨੂੰ ਛੱਡ ਕੇ ਬਹੁਤੀਆਂ ਸੀਟਾਂ ਤੇ ਉਹ BJP ਤੇ ਕਾਂਗਰਸ ਅਕਾਲੀਆਂ ਨੂੰ ਨੁਕਸਾਨ ਪਹੁੰਚਾਉਣ ਜਾ ਰਹੀ ਹੈ। ਜਿੱਦਾਂ ਪਟਿਆਲੇ ਦੇ ਵਿੱਚ ਕਾਂਗਰਸ ਨੂੰ ਨੁਕਸਾਨ ਪਹੁੰਚਾ ਰਹੀ ਹੈ ਆਮ ਆਦਮੀ ਪਾਰਟੀ ਬਹੁਤਾ ਜੀ, ਪਰ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਭਗਵੰਤ ਮਾਨ ਜਿਹੜਾ ਆ ਉਹ ਸੁਖਬੀਰ ਸਿੰਘ ਢੀਂਡਸਾ ਦੀ ਜੜ੍ਹਾਂ 'ਚ ਬੈਠ ਚੁੱਕਾ। ਜਾਂ ਲੁਧਿਆਣੇ ਦੇ ਵਿੱਚ HS ਫੂਲਕਾ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਹਰਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਆ। ਜਾਂ ਸੁੱਚਾ ਸਿੰਘ ਛੋਟੇਪੁਰ ਜਿਹੜਾ ਆ ਉੱਥੇ ਗੁਰਦਾਸਪੁਰ ਦੇ ਵਿੱਚ ਵਿਨੋਦ ਖੰਨਾ ਦੀ ਬੇੜੀਆਂ 'ਚ ਬੱਟੇ ਪਾਉਣ ਡਿਆ। ਸੋ ਅਲਟੀਮੇਟਲੀ ਇਹ ਤਕਲੀਫ ਹੈ ਬਾਦਲ ਸਾਹਿਬ ਨੂੰ, ਇਸ ਕਰਕੇ ਆਮ ਆਦਮੀ ਪਾਰਟੀ ਦੇ ਖਿਲਾਫ ਇਸ ਕਿਸਮ ਦੇ ਲਫ਼ਜ਼ ਜਿਹੜੇ ਉਹਨਾਂ ਦੇ ਵਰਤੇ ਹੈ। ਜੀ ਜੀ, ਤੇ ਸੁਸ਼ੀਲ ਜੀ ਆਪਾਂ ਜਿਹੜੇ ਕੁਝ ਕਾਲਰ ਲੈਂਦੇ ਆ, ਸਾਡੇ ਨਾਲ ਜੁੜੇ ਨੇ ਰਵਿੰਦਰ ਸਿੰਘ ਜੀ। ਰਵਿੰਦਰ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਕੀ ਸਵਾਲ ਹੈ ਤੁਹਾਡਾ? ਹਾਂਜੀ, ਸਤਿ ਸ੍ਰੀ ਅਕਾਲ ਜੀ, ਤੇ ਸਤਿ ਸ੍ਰੀ ਅਕਾਲ ਸਰਦਾਰ ਇਹਨਾਂ ਨੂੰ ਸਾਹਿਬ ਨੂੰ ਵੀ ਜੀ। ਤੇ ਮੇਰਾ ਇੱਕ ਸਵਾਲ ਆ, ਮੈਂ ਥੋੜਾ ਜਿਹਾ ਸਿਆਸਤ ਤੋਂ ਉੱਪਰ ਉੱਠ ਕੇ ਇੱਕ ਸਵਾਲ ਇਹਨਾਂ ਕੋਲੋਂ ਪੁੱਛਣਾ ਚਾਹੁੰਦਾ ਵਾ। ਬੜਾ ਦੁੱਖ ਹੋਇਆ ਵਾ ਜਦੋਂ ਕੋਈ ਗੋਲ-ਮੋਲ ਜਿਹਾ ਜਵਾਬ ਦਿੰਦਾ, ਜਿੱਦਾਂ ਕਿ ਕੋਬਰਾ ਪੋਸਟ ਵਾਲਿਆਂ ਨੇ ਇੱਕ ਖੁਲਾਸਾ ਕੀਤਾ ਵਾ ਕਿ ਕਾਂਗਰਸ ਪਾਰਟੀ ਔਰ ਪੁਲਿਸ ਵਾਲੇ 84 ਦੇ ਦੰਗਿਆਂ ਦੇ ਵਿੱਚ ਇਨਵੋਲਵ ਸੀ, ਜਿਹੜਾ ਕਿ ਸਾਨੂੰ ਪਹਿਲਾਂ ਵੀ ਪਤਾ ਸੀ। ਰਾਜੀਵ ਗਾਂਧੀ ਦਾ ਉਸ ਟਾਈਮ ਤੇ ਬਿਆਨ ਵੀ ਆਇਆ ਸੀ। ਔਰ ਇੱਕ ਸਿੱਖ ਹੋਣ ਦੇ ਨਾਤੇ ਹਿਰਦਾ ਦੁਖਦਾ ਵਾ, ਵਲੂੰਦਰਿਆ ਜਾਂਦਾ ਵਾ, ਕਿਸੇ ਕਿਤੇ ਕਤਲ ਹੁੰਦਾ ਵਾ, ਤੇ ਉਸ ਪਰਿਵਾਰ ਦਾ ਪੂਰਾ ਪਰਿਵਾਰ ਹੀ ਮਰਨ ਨੂੰ ਤਿਆਰ ਹੋ ਜਾਂਦਾ ਵੀ ਇਹ ਕੀ ਹੋ ਗਿਆ। ਤੇ 10,000 ਦੇ ਕਰੀਬ ਸਾਡੇ ਕਤਲ ਹੋਏ, ਤੇ ਅੱਜ ਵੀ ਉਹਨਾਂ ਚੀਜ਼ਾਂ ਦਾ ਗੋਲ-ਮੋਲ ਜਵਾਬ ਹੀ ਸਾਨੂੰ ਮਿਲਦਾ ਪਿਆ ਵਾ। ਰਾਜਕਰਨ ਜੀ ਨੇ ਤੁਹਾਨੂੰ ਸਵਾਲ ਪੁੱਛਿਆ ਗੋਲ-ਮੋਲ, ਤੇ ਤੁਸੀਂ ਵੀ ਜਵਾਬ ਗੋਲ-ਮੋਲ ਜਿਹਾ ਦਿੱਤਾ, ਤੇ ਬੜਾ ਹੀ ਦੁੱਖ ਹੋਇਆ ਵਾ। ਅੱਜ ਮੇਰੇ ਵੀਰ, ਉਹਨਾਂ ਲੋਕਾਂ ਦਾ ਕੀ ਕਸੂਰ ਸੀ ਜਿਹੜੇ ਇੰਨੇ ਮਾਰੇ ਗਏ, ਤੇ ਅੱਜ ਅਸੀਂ ਫਿਰ ਉਸੇ ਹੀ ਪਾਰਟੀ ਦੇ ਨਾਲ ਔਰ ਉਹਨਾਂ ਲੋਕਾਂ ਦੇ ਨਾਲ ਖੜੇ ਆ। ਮੈਨੂੰ ਸਿਰਫ ਇਸ ਗੱਲ ਦਾ ਜਵਾਬ ਚਾਹੀਦਾ। ਬੜਾ ਦੁੱਖ ਹੋਇਆ। ਰਵਿੰਦਰ ਜੀ, ਮੈਨੂੰ ਨਹੀਂ ਪਤਾ ਵੀ ਤੁਸੀਂ ਕਿਸ ਜਵਾਬ ਨੂੰ ਗੋਲ-ਮੋਲ ਕਹਿ ਰਹੇ ਹੋ। ਅਸੀਂ ਤਾਂ ਬੜਾ ਸਪਸ਼ਟ ਕਿਹਾ ਕਿ ਇਹਨਾਂ ਚੀਜ਼ਾਂ ਦਾ ਪਹਿਲਾਂ ਵੀ ਪਤਾ ਸੀ ਤੇ ਇਹਨਾਂ ਚੀਜ਼ਾਂ ਨੂੰ ਐਵੀਡੈਂਸ ਦੇ ਤੌਰ ਤੇ ਹੁਣ ਵਰਤਿਆ ਜਾ ਸਕਦਾ ਹੈ। ਜਿਹੜੇ ਉਸ ਵੇਲੇ ਦੇ ਥਾਣੇਦਾਰ ਸੀ
ਉਸ ਸਟਿੰਗ ਆਪਰੇਸ਼ਨ ਦੇ ਵਿੱਚ ਕੋਬਰਾ ਨੇ ਜਿਹੜੇ ਉਹਨਾਂ ਤੋਂ ਸਵਾਲ ਪੁੱਛੇ ਤੇ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ, ਉਹ ਸਗੋਂ ਜਿਹੜੇ ਪੀੜਤ ਲੋਕ ਆ ਉਹਨਾਂ ਦੇ ਇਨਸਾਫ ਵਾਸਤੇ ਬਹੁਤ ਜ਼ਰੂਰੀ ਐਵੀਡੈਂਸ ਬਣ ਸਕਦੇ ਆ। ਅਸੀਂ ਤਾਂ ਸਗੋਂ ਰੰਜ ਜ਼ਾਹਰ ਕੀਤਾ ਵੀ 30 ਸਾਲ ਬਾਅਦ ਵੀ ਜੇ ਸਾਡੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਮੁੱਦਾ ਆ ਰਿਹਾ ਤੇ ਇਹਦਾ ਭਾਵ ਹੈ ਕਿ 30 ਸਾਲ ਤੱਕ ਅਸੀਂ ਇਸ ਪਾਸੇ ਵੱਲ ਧਿਆਨ ਹੀ ਨਹੀਂ ਦਿੱਤਾ, ਲੜਨ ਵੱਲ ਨਹੀਂ ਧਿਆਨ ਦਿੱਤਾ, ਪੀੜਤ ਲੋਕਾਂ ਦੀ ਬਾਂਹ ਵੱਲ ਧਿਆਨ ਨਹੀਂ ਦਿੱਤਾ। ਬਾਂਹ ਫੜਨ ਦੀ ਥਾਂ ਦੇ ਉੱਤੇ ਰੋਣ ਵਾਲੀ ਰਾਜਨੀਤੀ ਜਿਹੜੀ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਖੇਡੀ ਹੈ। ਇਹਦੇ 'ਚ ਮੈਂ ਸਾਫ਼ ਤੌਰ ਤੇ ਦੱਸ ਚੁੱਕਿਆ ਸੀ, ਤੁਹਾਨੂੰ ਬਾਰ-ਬਾਰ ਦੱਸ ਚੁੱਕੇ ਵੀ ਇਹਦੇ ਵਿੱਚ ਜਿਹੜੇ ਲੋਕ ਇਨਵੋਲਵ ਸੀ, ਜਿਹੜੇ ਸ਼ਾਮਲ ਸੀ, ਉਹਨਾਂ ਨੂੰ ਤਾਜ ਬਖਸ਼ੇ ਗਏ ਆ। ਹੁਣ ਇਹਦੇ 'ਚ ਗੋਲਮੋਲ ਜਵਾਬ ਦੇਣ ਵਾਲੀ ਗੱਲ ਮੈਨੂੰ ਸਮਝ ਨਹੀਂ ਆਈ ਵੀ ਤੁਸੀਂ ਕਿਸ ਐਂਗਲ ਤੋਂ ਕਹਿ ਰਹੇ ਹੋ ਵੀ ਅਸੀਂ ਕੋਈ ਗੋਲਮੋਲ ਜਵਾਬ ਦਿੱਤਾ। ਅਸੀਂ ਤਾਂ ਕਹਿੰਦੇ ਕਸੂਰਵਾਰ ਜਿਹੜੇ ਲੋਕ ਆ ਸਾਫ਼ ਦਿਖਾਈ ਦੇ ਰਹੇ ਆ ਜੀ। ਉਹਨਾਂ ਨੂੰ ਸਜ਼ਾਵਾਂ ਦੇਣ ਦੀ ਥਾਂ ਦੇ ਉੱਤੇ, ਪੀੜਤਾਂ ਨੂੰ ਇਨਸਾਫ ਦੇਣ ਦੀ ਥਾਂ ਦੇ ਉੱਤੇ ਪੀੜਤ ਲੋਕਾਂ ਦੀ ਤੀਜੀ ਪੀੜ੍ਹੀ ਵੀ ਬਰਬਾਦ ਹੋ ਗਈ, ਉਹਨਾਂ ਦਾ ਭਵਿੱਖ ਕੋਈ ਨਹੀਂ ਬਚਿਆ। ਅਸੀਂ ਤਾਂ ਇਹੀ ਗੱਲਾਂ ਕੀਤੀਆਂ। ਉਹ ਇਨਸਾਫ ਦੇਣ ਦੀ ਥਾਂ ਤੇ ਜਿਹੜੇ ਲੋਕ ਕਸੂਰਵਾਰ ਆ ਉਹਨਾਂ ਨੂੰ ਤਾਜ ਬਖਸ਼ੇ ਗਏ, ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਗਿਆ, ਉਹਨਾਂ ਨੂੰ ਮੰਤਰੀ ਬਣਾਇਆ ਗਿਆ ਜੀ। ਇਹਦੀ ਖਿਲਾਫਤ ਜਿਹੜੀ ਆ ਅਸੀਂ ਲਗਾਤਾਰ ਆਪਣੇ ਪ੍ਰੋਗਰਾਮਾਂ 'ਚ ਕਰਦੇ ਰਹੇ ਹਾਂ ਜੀ। ਤੇ ਆਪਾਂ ਜਿਹੜੇ ਆਪਣੀ ਅਗਲੀ ਸਵਾਲ ਉਸ ਦੇ ਵੱਲ ਵਧਦੇ ਹਾਂ, ਜਿਸ ਦੇ ਲਈ ਸਾਨੂੰ ਕਾਲ ਆਈ ਹੈ ਜਗਪ੍ਰੀਤ ਸਿੰਘ ਬੱਲ ਹੁਣਾਂ ਦੀ। ਜਗਪ੍ਰੀਤ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਤੇ ਕੀ ਸਵਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ ਰਾਜਕਰਨ ਭਾਜੀ, ਸਤਿ ਸ੍ਰੀ ਅਕਾਲ ਦਸਾਂਝ ਸਾਹਿਬ ਜੀ। ਸਤਿ ਸ੍ਰੀ ਅਕਾਲ। ਹਾਂਜੀ ਸਰ, ਮੇਰਾ ਸਵਾਲ ਇਹ ਆ ਕਿ ਗੁਰਦਾਸਪੁਰ ਹਲਕੇ ਬਾਰੇ ਤੇ ਖਡੂਰ ਸਾਹਿਬ ਹਲਕੇ ਬਾਰੇ ਜ਼ਰੂਰ ਦੱਸਿਓ ਕਿ ਕੀ ਸਿਚੁਏਸ਼ਨ ਚੱਲ ਰਹੀ ਹੈ ਇਸ ਵੇਲੇ। ਦੇਖੋ, ਗੱਲ ਇਹ ਆ ਕਿ ਜਿੱਥੇ ਖਡੂਰ ਸਾਹਿਬ ਦਾ ਮਾਮਲਾ ਤੇ ਬ੍ਰਹਮਪੁਰਾ ਉਹਨਾਂ ਜਿਹੜਾ ਉੱਥੇ ਟਿਕਟ ਜਿਹੜੀ ਉਹਨਾਂ ਨੂੰ ਮਿਲੀ ਹੈ, ਡਾਕਟਰ ਰਤਨ ਸਿੰਘ ਅਜਨਾਲਾ ਨੂੰ ਬਾਹਰ ਕੀਤਾ ਗਿਆ ਕਿਉਂਕਿ ਉਹਨਾਂ ਦਾ ਡਰੱਗ ਰੈਕਡ ਦੇ ਵਿੱਚ ਨਾਂ ਆ ਰਿਹਾ ਸੀ। ਇਹਦਾ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਕੈਂਡੀਡੇਟ ਬ੍ਰਹਮਪੁਰਾ ਹੋਰਾਂ ਨੂੰ ਥੋੜ੍ਹਾ ਬਹੁਤ ਨੁਕਸਾਨ ਲਾਜ਼ਮੀ ਤੌਰ ਤੇ ਇਹਦਾ ਹੈਗਾ। ਦੂਜਾ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੀ ਸਥਿਤੀ ਬਣੀ ਹੈ ਤੇ ਉਹਦਾ ਪ੍ਰਭਾਵ ਪਿਛਲੇ ਦਿਨਾਂ ਦੇ ਵਿੱਚ ਹਰਮਿੰਦਰ ਗਿੱਲ ਦੇ ਪੱਖ ਦੇ ਵਿੱਚ ਇਸ ਐਂਗਲ ਤੋਂ ਗਿਆ ਕਿ ਕੈਪਟਨ ਅਮਰਿੰਦਰ ਦੀ ਰਾਈਟ ਹੈਂਡ ਸਮਝ ਜਾਂਦੇ ਹਰਮਿੰਦਰ ਗਿੱਲ ਕਿਸੇ ਵੇਲੇ ਸਿੱਖ ਵਿਦਿਆਰਥੀਆਂ ਦੀ ਰਾਜਨੀਤੀ ਦੇ ਵਿੱਚ ਬੜੇ ਐਕਟਿਵ ਰਹੇ ਨੇ ਉਹ। ਸੋ ਉੱਥੇ ਲੜਾਈ ਤਾਂ ਭਾਵੇਂ ਬੜੀ ਨੈਕ ਟੂ ਨੈਕ ਦਿਖਾਈ ਦੇ ਰਹੀ ਹੈ, ਪਰ ਫਿਰ ਵੀ ਬ੍ਰਹਮਪੁਰਾ ਹੋਰਾਂ ਨੂੰ ਕੁਝ ਮੁਸ਼ਕਿਲਾਂ ਉੱਥੇ ਆਉਣ ਵਾਲੀਆਂ ਕਿਉਂਕਿ ਰਤਨ ਸਿੰਘ ਨਾਲੇ ਦਾ ਧੜਾ ਵੀ ਉਹਨਾਂ ਨਾਲ ਖੁੱਲ੍ਹ ਕੇ ਨਹੀਂ ਚੱਲਿਆ ਜੀ। ਗੁਰਦਾਸਪੁਰ ਦੇ ਵਿੱਚ ਐਤਕਾ ਟੱਕਰ ਜਿਹੜੀ ਹੈ ਉਹ ਭਾਵੇਂ ਬਰਾਬਰ ਦੀ ਦਿਖਾਈ ਦੇ ਰਹੀ ਹੈ। ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ, ਸੁੱਚਾ ਸਿੰਘ ਛੋਟੇਪੁਰ ਕਿੱਦਾਂ ਦੀ ਉੱਥੋਂ ਪਰਫੋਰਮੈਂਸ ਦਿੰਦੇ ਹੈ ਕਿਉਂਕਿ ਵਿਰੋਧ ਖੰਨਾ ਪਿਛਲੀ ਵਾਰ 85-100 ਵੋਟਾਂ ਤੇ ਹਾਰੇ ਸੀ ਪ੍ਰਤਾਪ ਸਿੰਘ ਬਾਜਵੇ ਤੋਂ। ਐਤਕੀ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਤੋਂ ਚੋਣ ਹੀ ਨਹੀਂ ਸੀ ਲੜਨਾ ਚਾਹੁੰਦੇ ਜੀ, ਪਰ ਕਾਂਗਰਸ ਪਾਰਟੀ ਦੀ ਹਾਈ ਕਮਾਨ ਨੇ ਉਹਨਾਂ ਨੂੰ ਘੂਰਿਆ ਤੇ ਫਿਰ ਉਹ ਚੋਣ ਤਾਂ ਲੜਨ ਲਈ ਤਿਆਰ ਹੋ ਗਏ। ਪਰ ਕੈਪਟਨ ਅਮਰਿੰਦਰ ਇਹ ਚਾਹੁੰਦੇ ਆ ਕਿ ਪ੍ਰਤਾਪ ਸਿੰਘ ਬਾਜਵਾ ਜਿੱਤਣ ਨਾ, ਤੇ ਪ੍ਰਤਾਪ ਸਿੰਘ ਬਾਜਵਾ ਚਾਹੁੰਦੇ ਅੰਮ੍ਰਿਤਸਰ ਤੋਂ ਕੈਪਟਨ ਨਾ ਜਿੱਤੇ। ਉਹਨਾਂ ਦੀ ਆਪੋ ਵਿੱਚ ਲੜਾਈ ਹੈ ਕਿਉਂਕਿ ਸਰਦਾਰੀ ਪੰਜਾਬ ਕਾਂਗਰਸ ਤੇ ਕਿਹਨੇ ਕਰਨੀ, ਉਹਦੇ 'ਚ ਇਹ ਇਸ਼ੂ ਹੈ। ਸੋ ਇੱਕ ਧੜਾ ਜਿਹੜਾ ਆ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਵੀ ਭੁਗਤ ਸਕਦਾ ਹੈ, ਪਰ ਸੁੱਚਾ ਸਿੰਘ ਛੋਟੇਪੁਰ ਉੱਥੇ ਸਭ ਤੋਂ ਵੱਡਾ ਫੈਕਟਰ ਹੈ। ਜਿਹੜੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਹੈ ਉਹ ਕਿਹਦੀ ਵੋਟ ਕਿੰਨੀ ਕੱਟਦੇ ਆ ਦੇਖਣ ਵਾਲੀ ਗੱਲ ਹੈ। ਯਾਨੀ ਇਹ ਫਾਈਟ ਸੌਖੀ ਫਾਈਟ ਨਹੀਂ ਹੈ। ਪ੍ਰਤਾਪ ਸਿੰਘ ਬਾਜਵਾ ਮੁਸ਼ਕਿਲ 'ਚ ਦਿਖਾਈ ਦੇ ਰਹੇ ਆ, ਪਰ ਵਿਨੋਦ ਖੰਨਾ ਵੀ ਬਹੁਤ ਸੌਖੇ ਤਰੀਕੇ ਨਾਲ ਸੀਟ ਜਿੱਤ ਜਾਣਗੇ ਕਿਹਾ ਨਹੀਂ ਜਾ ਸਕਦਾ। ਸੁੱਚਾ ਸਿੰਘ ਛੋਟੇਪੁਰ ਉੱਥੇ ਸਭ ਤੋਂ ਵੱਡਾ ਫੈਕਟਰ ਹੈ ਜੀ। ਜੀ ਤੇ ਅਗਲੇ ਕਾਲਰ ਲੈਣੇ ਆ ਨਰਿੰਦਰ ਸਿੰਘ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਨਰਿੰਦਰ ਜੀ ਆਇਆਂ ਨੂੰ, ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੈਂ ਹੁਸ਼ਿਆਰਪੁਰ ਦੀ ਸੀਟ ਬਾਰੇ ਪੁੱਛਣਾ ਚਾਹੁੰਦਾ ਕਿ ਉੱਥੇ ਤ੍ਰਿਸ਼ੂਲ ਦਾ ਕੀ ਰੋਲ ਹੈ ਬੀਜੇਪੀ ਵਿੱਚ? ਰਾਜਕਰਨ ਜੀ, ਇਹਨਾਂ ਨੇ ਕਿਹਦਾ ਰੋਲ ਪੁੱਛਿਆ? ਮੈਨੂੰ ਆਵਾਜ਼ ਕੱਟ ਗਈ ਸੀ। ਨਰਿੰਦਰ ਜੀ ਦੁਬਾਰਾ ਪੁੱਛਿਓ, ਕਿਸ ਦਾ ਰੋਲ ਕਹਿ ਰਹੇ ਹੋ? ਤ੍ਰਿਸ਼ਨ ਸੂਦ ਹੋਣਾ ਦਾ। ਜੀ ਜੀ ਜੀ। ਦੇਖੋ, ਹੁਸ਼ਿਆਰਪੁਰ ਦੇ ਵਿੱਚ ਜਿਹੜਾ ਉਮੀਦਵਾਰ ਲਿਆਂਦਾ ਗਿਆ ਵਿਜੇ ਸਾਂਪਲਾ ਦੇ ਰੂਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ, ਉਹ ਬਹੁਤ ਪਾਪੂਲਰ ਕਿਸਮ ਦਾ ਚਿਹਰਾ ਨਹੀਂ ਹੈ ਜੀ। ਉਥੋਂ ਸੋਮ ਪ੍ਰਕਾਸ਼ ਜਿਹੜੇ ਹੈ ਉਹ ਪਹਿਲਾਂ ਉਮੀਦਵਾਰ ਬਣਨ ਦੀ ਉਹਨਾਂ ਦੀ ਤਵੱਕੋ ਕੀਤੀ ਜਾਂਦੀ ਸੀ। ਉਸ ਤੋਂ ਵੀ ਪਹਿਲਾਂ ਮਿਸ ਪੂਜਾ ਨੂੰ ਜਿਹੜੀ ਗਾਇਕਾ ਉਹਨੂੰ ਬੀਜੇਪੀ ਸ਼ਾਮਲ ਕੀਤਾ ਗਿਆ ਸੀ ਵੀ ਉੱਥੋਂ ਕੈਂਡੀਡੇਟ ਬਣਾਇਆ ਜਾਏਗਾ ਜੀ ਜੀ। ਪਰ ਅਲਟੀਮੇਟਲੀ ਉੱਥੋਂ ਵਿਜੇ ਸਾਂਪਲਾ ਨੂੰ ਉਮੀਦਵਾਰ ਬਣਾਇਆ ਗਿਆ ਤੇ ਤੀਕਸ਼ਣ ਸੂਦ ਦਾ ਉੱਥੇ ਇੱਕ ਵੱਖਰਾ ਅਸਰ ਰਸੂਖ ਹੈ ਤੇ ਉਹਨਾਂ ਦਾ ਵਿਜੇ ਸਾਂਪਲਾ ਦੇ ਨਾਲ ਜਿਹੜਾ ਹੈ ਕੋਈ ਬਹੁਤ ਚੰਗਾ ਵਿਹਾਰ ਨਹੀਂ ਹੈ ਆਪੋ ਵਿੱਚ ਹੀ, ਇਸ ਕਰਕੇ ਉਹਦਾ ਅਸਰ ਤਾਂ ਰਹੇਗਾ। ਤੇ ਦੂਜੀ ਗੱਲ, ਪਰ ਜਿਹੜੇ ਕਾਂਗਰਸ ਦੇ ਕੈਂਡੀਡੇਟ ਹੈ ਜਿਹੜੇ ਜਲੰਧਰੋਂ ਭੇਜੇ ਗਏ ਆ ਉਹਨਾਂ ਵਾਸਤੇ ਵੀ ਕੋਈ ਬਹੁਤ ਸੌਖਾ ਨਹੀਂ ਹੈ। ਉੱਥੇ ਵੀ ਦਿੱਕਤ ਹੈ ਕਿਉਂਕਿ ਉਹ ਜਲੰਧਰ ਤੋਂ ਆਏ ਆ। ਮਹਿੰਦਰ ਸਿੰਘ KP ਵੱਡੇ ਲੀਡਰ ਆ ਕਾਂਗਰਸ ਦੇ, ਤੇ ਪਰ ਜਿਹੜੀ ਹੁਸ਼ਿਆਰਪੁਰ ਦੀ ਲੀਡਰਸ਼ਿਪ ਹੈ ਕਾਂਗਰਸ ਪਾਰਟੀ ਦੀ, ਉਹਦੇ ਵਿੱਚ ਜਿਹੜਾ ਸੰਤੋਸ਼ ਚੌਧਰੀ ਦਾ ਧੜਾ ਜਿਹੜੀ ਪਹਿਲਾਂ ਤੋਂ ਸਿਟਿੰਗ MP ਸੀ, ਉਹ ਧੜਾ ਮਹਿੰਦਰ ਸਿੰਘ KP ਨਾਲ ਖੁੱਲ੍ਹ ਕੇ ਨਹੀਂ ਚੱਲ ਰਿਹਾ।
ਸੋ ਦੋਵਾਂ ਪਾਰਟੀਆਂ ਦੇ ਉਮੀਦਵਾਰ ਜਿਹੜੇ ਆ ਉਹਨਾਂ ਨੂੰ ਕਿਸੇ ਨੂੰ ਤੀਕਸ਼ਣ ਸੂਰਜੀ ਤੇ ਕਿਸੇ ਨੂੰ ਸੰਤੋਸ਼ ਚੌਧਰੀ ਦੀ ਦਿੱਕਤ ਇਸ ਵੇਲੇ ਆਈ ਹੋਈ ਹੈ ਹੁਸ਼ਿਆਰਪੁਰ ਦੇ ਵਿੱਚ। ਜੀ ਤੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਬਲਵਿੰਦਰ ਜੀ ਜੁੜੇ ਨੇ। ਬਲਵਿੰਦਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਜੀ ਬਲਵਿੰਦਰ ਜੀ। ਹਾਂਜੀ, ਮੇਰਾ ਕੁਐਸਚਨ 3 ਹੈਗੇ ਆ। ਨੰਬਰ 1 ਬਈ ਤਿੰਨੇ ਪਾਰਟੀਆਂ ਜਿਹੜੀਆਂ ਇਸ ਵੇਲੇ ਹੈਗੀਆਂ, ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਤੇ ਆਮ ਆਦਮੀ ਪਾਰਟੀ, ਤੁਸੀਂ ਇਹਨਾਂ ਦਾ ਬੇਸਿਕ ਪ੍ਰਿੰਸੀਪਲ ਕਿਉਂ ਨਹੀਂ ਦੱਸਦੇ ਲੋਕਾਂ ਨੂੰ? ਕੀ ਤਜਰਬੇ ਆ ਇਹਨਾਂ ਦੇ? ਦੂਜੀ ਗੱਲ, ਤੀਜੀ ਗੱਲ ਇਹ ਆ ਕਿ ਇੱਕ ਅਣਜਾਣ ਪਾਇਲਟ ਨੂੰ ਜਹਾਜ਼ ਫੜਾਉਣਾ ਠੀਕ ਹੈ? ਉਹਨਾਂ ਕੋਲ ਤਜਰਬਾ ਇੰਨਾ ਹੈ? ਜੇ ਇੰਨਾ ਹੈ ਸੀ ਤਾਂ ਦਿੱਲੀ ਸਰਕਾਰ ਕਿਉਂ ਡਿੱਗੀ? ਨੰਬਰ 3 ਬਈ ਇਹ ਜਿਹੜਾ ਕਹਿੰਦੇ ਲੋਕ, ਮੇਰੇ ਵੀਰ ਕਈ ਕਹਿੰਦੇ ਆ ਕਿ ਕੈਪਟਨ ਨੇ ਪਾਣੀਆਂ ਦਾ ਮਸਲਾ ਹੱਲ ਕਰਤਾ, ਕੀ ਉਹਨਾਂ ਨੇ ਇਤਿਹਾਸ ਪੜ੍ਹਿਆ? ਜੇ ਇਤਿਹਾਸ ਪੜ੍ਹਿਆ ਤੇ ਫਿਰ ਇਹ ਕੀ ਲੋਕਾਂ ਨੂੰ ਇਹ ਬਿਆਨ ਉਲਟੇ ਸਿੱਧੇ ਦੇਈ ਜਾਂਦੇ ਆ? ਤੀਜੀ ਗੱਲ, ਜੇ ਕੈਪਟਨ ਨੇ ਅਸਤੀਫਾ ਦਿੱਤਾ ਸੀਗਾ ਉਦੋਂ 84 'ਚ, ਫਿਰ ਉਹ ਕਾਤਲ ਪਾਰਟੀ ਨਾਲ ਰਲ ਗਿਆ, ਤੇ ਜੇ ਉਹ ਕਾਤਲ ਪਾਰਟੀ ਨਾਲ ਰਲ ਕੇ ਨਾਲ ਕਹੀ ਜਾਂਦਾ ਇਹ 'ਚ ਅਕਾਲੀ ਵੀ ਜ਼ਿੰਮੇਵਾਰ ਹੈ, ਫਲਾਣੇ ਵੀ ਜ਼ਿੰਮੇਵਾਰ ਹੈ, 21 ਸਿਆਣਪ ਹੈ ਇਹ? ਥੋੜ੍ਹੀ ਅਕਲ ਨਾਲ ਗੱਲ ਕਰਨੀ ਚਾਹੀਦੀ ਇਹਨਾਂ ਨੂੰ। ਤੁਸੀਂ ਸਿਧਾਂਤ ਆਪਣੇ TV ਤੇ ਦੱਸੋ ਵੀ ਆਹ ਪਾਰਟੀ ਦਾ ਆਹ ਕੀਤਾ, ਆਹ ਪਾਰਟੀ ਨੇ ਆਹ ਕੀਤਾ, ਇਹ ਸਾਰਾ ਨਸਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਥੈਂਕ ਯੂ। ਸਵਾਲ ਜਿਹੜੇ ਬੜੇ ਮਹੱਤਵਪੂਰਨ ਹੈ ਉਸ ਐਂਗਲ ਤੋਂ ਵੀ ਬੇਸਿਕ ਜਿਹੜੀ ਬੁਨਿਆਦੀ ਤੌਰ ਦੇ ਉੱਤੇ ਸਮਝ ਹੈ ਕਿਸੇ ਵੀ ਪਾਰਟੀ ਦੀ, ਉਹ ਕਿਸ ਕਿਸਮ ਦੀ ਹੈ। ਜੇ ਸਾਡਾ ਇਲੈਕਸ਼ਨ ਐਕਸਪ੍ਰੈਸ ਦਾ ਹੁਣ ਪ੍ਰੋਗਰਾਮ ਚੱਲਿਆ, ਜੇ ਇਸ ਤੋਂ ਪਹਿਲਾਂ ਜਿਹੜਾ ਖਬਰਸਾਰ ਅਸੀਂ ਪ੍ਰੋਗਰਾਮ ਕਰਦੇ ਰਹੇ ਹਾਂ ਤੇ ਉਹਦੇ 'ਚ ਇਹਨਾਂ ਪਾਰਟੀਆਂ ਦਾ ਜਿਹੜੇ ਇਸ਼ੂ ਆਉਂਦੇ ਰਹੇ, ਜਿਹੜੀ ਅਸੀਂ ਗੱਲਬਾਤ ਕਰਦੇ ਰਹੇ, ਜੇ ਸਾਡੇ ਮਿੱਤਰ ਸੁਣਦੇ ਰਹੇ ਹੋਣ ਤਾਂ ਜ਼ਰੂਰ ਇਹਨਾਂ ਨੇ ਇਹ ਦੇਖਿਆ ਹੋਏਗਾ ਜਾਂ ਸੁਣਿਆ ਹੋਏਗਾ ਵੀ ਅਸੀਂ ਹਰ ਪਾਰਟੀ ਦਾ ਜਿਹੜਾ ਬੇਸਿਕ ਜਿਹੜੀ ਉਹਦੀ ਲਾਈਨ ਹੈ ਜਾਂ ਪਾਲਿਸੀ ਹੈ ਉਹਦੇ ਵਿੱਚ ਟਿੱਪਣੀਆਂ ਕਰਦੇ ਰਹੇ ਹਾਂ। ਤੇ ਕਿਉਂਕਿ ਸਮਾਂ ਸਾਡੇ ਕੋਲ ਸੀਮਿਤ ਹੋਇਆ ਤੇ ਲੰਮਾ ਸਮਾਂ ਅਸੀਂ ਇੱਥੇ ਗੱਲ ਨਹੀਂ ਕਰ ਸਕਦੇ। ਥੋੜੇ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਤੁਹਾਨੂੰ ਇਸ ਗੱਲ ਦਾ ਪਤਾ ਵੀ ਹੈ, ਦੱਸਣ ਦੀ ਵੀ ਲੋੜ ਨਹੀਂ ਵੀ ਇਸ ਵੇਲੇ ਮੁੱਖ ਧਾਰਾ ਦੀਆਂ 100 ਜਿਹੜੀਆਂ ਪਾਰਟੀਆਂ ਕਹੀਆਂ ਜਾਂਦੀਆਂ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ। ਤੁਸੀਂ ਭਾਰਤੀ ਜਨਤਾ ਪਾਰਟੀ, ਕਾਂਗਰਸ ਤੇ ਆਮ ਆਦਮੀ ਪਾਰਟੀ ਬਾਰੇ ਪੁੱਛਿਆ ਜੀ, ਪਰ ਸੂਬੇ ਦੇ ਵਿੱਚ ਜਿਹੜੀ ਪਾਰਟੀ ਉਹਨੂੰ ਤੁਸੀਂ ਛੱਡ ਗਏ ਹੋ ਜੀ, ਅਸੀਂ ਉਹਨੂੰ ਵੀ ਵਿੱਚ ਸ਼ਾਮਲ ਕਰ ਦਿੰਦੇ ਹਾਂ। ਉਹ ਹੈ ਸ਼੍ਰੋਮਣੀ ਅਕਾਲੀ ਦਲ। ਇਹ ਜਿਹੜੀਆਂ ਮੁੱਖ ਧਾਰਾ ਦੀਆਂ 100 ਪਾਰਟੀਆਂ, ਇਹਨਾਂ ਦੀ ਰਾਜਨੀਤੀ ਜਿਹੜੀ ਹੈ ਉਹ ਸਾਰੀ ਰਾਜਨੀਤੀ ਲਗਭਗ ਇੱਕੋ ਜਿਹੀ ਬਣ ਚੁੱਕੀ ਹੈ ਜੀ। ਇਹਨਾਂ ਪਾਰਟੀਆਂ ਦੇ ਨਾਂ ਵੱਖਰੇ ਵੱਖਰੇ ਆ। ਹੁਣ ਤੁਸੀਂ ਜਾਂ ਅਸੀਂ ਇਸ ਮੌਕੇ ਦੇ ਉੱਤੇ ਕਿਸੇ ਇੱਕ ਪਾਰਟੀ ਨੂੰ ਵੱਖਰਾ ਨਹੀਂ ਕਰ ਸਕਦੇ ਉਹਨਾਂ ਦੀ ਰਾਜਨੀਤੀ ਦੇ ਲਿਹਾਜ਼ ਦੇ ਨਾਲ। ਹੁਣ ਸਿਰਫ ਨਾਂ ਵੱਖਰੇ ਹੈ। ਇਕਨੋਮਿਕ ਪਾਲਿਸੀ ਤੋਂ ਲੈ ਕੇ ਖੇਤਰੀ ਜਿਹੜੀਆਂ ਸਾਡੀਆਂ ਭਾਸ਼ਾਵਾਂ ਆ ਉੱਥੋਂ ਤੱਕ, ਜਾਂ ਜਿਹੜਾ ਪਾਣੀਆਂ ਦਾ ਵੀ ਤੁਸੀਂ ਜ਼ਿਕਰ ਕੀਤਾ, ਉਹ ਸਾਰੇ ਇਸ਼ੂਜ਼ ਦੇ ਉੱਤੇ ਇਹਨਾਂ ਦੇ ਕੋਈ ਵੱਖਰੀ ਰਾਏ ਨਹੀਂ ਹੈ। ਇਸੇ ਕਰਕੇ ਦੇਸ਼ ਦੇ ਵਿੱਚ ਸਰਕਾਰਾਂ ਤਾਂ ਬਦਲ ਜਾਂਦੀਆਂ, ਸੂਬਿਆਂ ਦੇ ਵਿੱਚ ਵੀ ਸਰਕਾਰਾਂ ਬਦਲ ਜਾਂਦੀਆਂ, ਲੋਕਾਂ ਦੀ ਕਿਸਮਤ ਨਹੀਂ ਬਦਲਦੀ। ਨੰਬਰ 1 ਗੱਲ ਤਾਂ ਇਹ ਹੋ ਗਈ। ਨੰਬਰ 2, ਆਮ ਆਦਮੀ ਪਾਰਟੀ ਬਾਰੇ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਜੀ, ਉਹਦੇ ਬਾਰੇ ਵੀ ਤੁਸੀਂ ਸੁਣਿਆ ਹੁੰਦਾ ਸਾਡੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ। ਅਸੀਂ ਇਸ ਗੱਲ ਨੂੰ ਤਾਂ ਐਪਰੀਸ਼ੀਏਟ ਕੀਤਾ ਹੈ ਕਿ ਘੱਟੋ ਘੱਟ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੇ ਖਿਲਾਫ ਇੱਕ ਬਦਲ ਜਿਹਾ ਲੋਕਾਂ ਨੂੰ ਦਿਸਣ ਲੱਗ ਪਿਆ। ਇਹ ਇੱਕ ਚੰਗੀ ਗੱਲ ਹੈ, ਪਰ ਇਹ ਬਦਲ ਸਥਾਈ ਰੂਪ ਲੈ ਲਏਗਾ? ਇਹਦੇ ਤੇ ਅਸੀਂ ਸ਼ੰਕੇ ਖੜੇ ਕੀਤੇ ਆ, ਸਵਾਲ ਖੜੇ ਕੀਤੇ, ਕੁਐਸਚਨ ਖੜੇ ਕੀਤੇ, ਬਾਰ-ਬਾਰ ਖੜੇ ਕੀਤੇ ਆ। ਨਾਲ ਅਸੀਂ ਇਹ ਵੀ ਕਿਹਾ ਬੜੇ ਬੇਲਿਹਾਜ਼ ਹੋ ਕੇ ਵੀ ਜਿੱਦਾਂ ਪੰਜਾਬ ਦੇ ਵਿੱਚ ਪੀਪਲਸ ਪਾਰਟੀ ਜਿਹੜੀ ਹੈ ਉਹਦਾ ਭੋਗ ਪਿਆ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ, ਜੇ ਜਥੇਬੰਦਕ ਤੌਰ ਤੇ ਵੀ ਤੇ ਜੇ ਰਾਜਨੀਤਿਕ ਤੌਰ ਤੇ ਵੀ ਆਪਣੀ ਵਿਚਾਰਧਾਰਾ ਸਪਸ਼ਟ ਨਹੀਂ ਕੀਤੀ। ਹਰ ਖੇਤਰ ਦੇ ਵਿੱਚ ਹਰ ਮਸਲੇ ਦੇ ਉੱਤੇ ਉਹਨਾਂ ਨੇ ਆਪਣਾ ਇੱਕ ਲੌਜਿਕ ਜਾਂ ਆਪਣਾ ਤਰਕ ਜਾਂ ਆਪਣਾ ਪ੍ਰੋਗਰਾਮ ਜਿਹੜਾ ਸਾਹਮਣੇ ਨਾ ਰੱਖਿਆ, ਤਾਂ ਇਹ ਪਾਰਟੀ ਦਾ ਹਸ਼ਰ ਵੀ ਹੌਲੀ ਹੌਲੀ ਦੇਸ਼ ਪੱਧਰ ਦੇ ਉੱਤੇ, ਜੋ ਪੰਜਾਬ 'ਚ ਪੀਪਲਸ ਪਾਰਟੀ ਦਾ ਆਇਆ, ਦੇਸ਼ ਪੱਧਰ ਤੇ ਦਾ ਇਹ ਹਸ਼ਰ ਹੋਏਗਾ। ਅਸੀਂ ਗੱਲਾਂ ਕਹਿ ਚੁੱਕੇ ਹਾਂ। ਐਵੇਂ ਤੁਸੀਂ ਹੁਣ ਸਵਾਲ ਪੁੱਛ ਲਿਆ ਤਾਂ ਅਸੀਂ ਇਸ ਕਰਕੇ ਦੁਹਰਾ ਰਹੇ ਹਾਂ। ਪਾਣੀਆਂ ਦੇ ਇਸ਼ੂ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪੱਤਾ ਖੇਡਿਆ ਸੀ ਵਿਧਾਨ ਸਭਾ ਦੇ ਵਿੱਚ, ਤੇ ਕਿਉਂਕਿ ਲੋਕਾਂ ਦੇ ਕੋਲ ਉਹ ਸਮਝ ਆਉਂਦੀ ਨਹੀਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਬਿਲਕੁਲ ਦਰੁਸਤ ਕਹਿ ਰਹੇ ਹੋ। ਇਸ ਕਰਕੇ ਲੋਕਾਂ ਨੂੰ ਲੱਗਦਾ ਵੀ ਪਤਾ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਇਸ਼ੂ ਦੇ ਉੱਤੇ ਸ਼ਹਾਦਤ ਦੇ ਦਿੱਤੀ, ਇੱਕ ਕਿਸਮ ਦੀ ਆਪਣੀ ਹੀ ਪਾਰਟੀ ਦੇ ਖਿਲਾਫ ਸਟੈਂਡ ਲੈ ਲਿਆ। ਕੁਝ ਵੀ ਇੱਦਾਂ ਦਾ ਨਹੀਂ, ਕਿਉਂਕਿ ਪਾਣੀਆਂ ਦਾ ਮੁੱਦਾ ਕੇਵਲ ਵਿਧਾਨ ਸਭਾ ਦੇ ਵਿੱਚ ਮਤਾ ਰੱਖਣ ਦੇ ਨਾਲ ਹੱਲ ਨਹੀਂ ਹੋਣਾ। ਪਾਣੀਆਂ ਦੇ ਮੁੱਦੇ ਕੇਂਦਰ ਤੇ ਰਾਜਾਂ ਨਾਲ ਸੰਬੰਧਿਤ ਮੁੱਦੇ ਆ, ਤੇ ਇਸ ਕਰਕੇ ਉਹਨੂੰ ਹੱਲ ਕਰਨ ਵਾਸਤੇ ਜਿਹੜੇ ਰਿਲੇਟ ਕਰਦੇ ਮੁੱਦੇ ਆ ਜਾਂ ਜਿਹੜੇ ਸੰਬੰਧਿਤ ਜਿਹੜੇ ਸੂਬੇ ਆ, ਉਹਨਾਂ ਦੀ ਸ਼ਮੂਲੀਅਤ ਤੇ ਕੇਂਦਰ ਦੀ ਸ਼ਮੂਲੀਅਤ ਤੋਂ ਬਿਨਾਂ, ਇੱਕ ਪਿੱਚ ਤੇ ਪਹੁੰਚਣ ਤੋਂ ਬਿਨਾਂ ਇਹ ਮਸਲੇ ਹੱਲ ਹੋਣ ਵਾਲੇ ਨਹੀਂ। ਆਖਰੀ ਗੱਲ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਹੈ ਕਿ ਉਹਨਾਂ ਨੇ ਅਸਤੀਫਾ ਦਿੱਤਾ ਸੀ, ਠੀਕ ਹੈ, ਉਹਨਾਂ ਨੇ ਅਸਤੀਫਾ ਦੇ ਕੇ ਉਹ ਅੰਮ੍ਰਿਤਸਰ ਅਕਾਲੀ ਦਲ 'ਚ ਵੀ ਚਲ ਗਿਆ, ਆਪਣੇ ਸਾਧੂ ਦੇ ਨਾਲ, ਸਿਮਰਜੀਤ ਸਿੰਘ ਮਾਨ ਹੋਰਾਂ ਦੇ ਨਾਲ। ਪਰ ਸਵਾਲ ਤੇ ਬੜਾ ਵਾਜਬ ਹੈ ਵੀ ਜੇ ਉਦੋਂ ਕਸੂਰਵਾਰ ਸੀ ਕਾਂਗਰਸ, ਤਾਂ ਅੱਜ ਉਹ ਕਸੂਰਵਾਰ ਕਿਉਂ ਨਹੀਂ?
ਅੱਜ ਉਹ ਦੋਸ਼ਾਂ ਤੋਂ ਮੁਕਤ ਕਿਉਂ ਹੋ ਗਈ? ਤੁਸੀਂ ਉਸੇ ਪਾਰਟੀ ਦੇ ਮੁੜ ਕੇ ਪ੍ਰਧਾਨ ਬਣ ਜਾਂਦੇ ਹੋ, ਉਸੇ ਪਾਰਟੀ ਵੱਲੋਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਹੋ। ਪਰ ਜਿਹੜੀ ਨਾਲ ਦੀ ਨਾਲ ਤੁਸੀਂ ਇਹ ਗੱਲਾਂ ਕਰਦੇ ਹੋ ਅਕਾਲੀ ਦਲ ਨੂੰ ਬਰੀ ਕਰਦੇ ਹੋ, ਅਸੀਂ ਅਕਾਲੀ ਦਲ ਨੂੰ ਵੀ ਨਹੀਂ ਬਰੀ ਕਰਦੇ ਇਹਨਾਂ ਮਾਮਲਿਆਂ 'ਚ, ਕਿਉਂਕਿ ਅਕਾਲੀ ਦਲ ਵੀ ਪੰਜਾਬ ਦੀਆਂ ਪ੍ਰੋਬਲਮ ਜਿਹੜੀਆਂ ਉਹਨਾਂ ਤੇ ਲਗਭਗ ਉਸੇ ਤਰ੍ਹਾਂ ਦੀ ਅਵੇਸਲਾਪਣ ਦੀ ਜਿਹੜੀ ਨੀਤੀ ਅਪਣਾ ਕੇ ਹੁਣ ਤੱਕ ਰੱਖੀ ਹੋਈ ਹੈ। ਜੇ ਅਕਾਲੀ ਦਲ ਹੀ ਇਹਦੇ ਸਿਹਤ ਹੁੰਦਾ ਤਾਂ ਪੰਜਾਬ ਦੇ ਮਸਲੇ ਤਾਂ ਵੀ ਹੱਲ ਹੋ ਸਕਦੇ ਸੀ। ਜੀ ਤੇ ਅਖੀਰਲੀਆਂ ਜਿਹੜੀਆਂ ਕੁਛ ਹੋਰ ਗੱਲਾਂ ਜਿਹੜੀਆਂ ਸੁਸ਼ੀਲ ਜੀ ਆਪਾਂ ਕਰਾਂਗੇ, ਫਿਰ ਆਪਾਂ ਇਜਾਜ਼ਤ ਲਵਾਂਗੇ ਆਪਣੇ ਸਰੋਤਿਆਂ ਤੋਂ। ਜਿਹੜੀ ਅਗਲੀ ਗੱਲ ਇਹ ਕਰਨਾ ਚਾਹੁੰਦੇ ਹਾਂ, ਜਿਹੜੇ ਇੱਕ ਹੋਰ ਗੱਲਬਾਤ ਰੈਲੀ ਦੇ ਵਿੱਚ ਪ੍ਰਕਾਸ਼ ਬਾਦਲ ਹੋਣਾ ਨੇ ਜਿਹੜੀ ਕੀਤੀ ਆ, ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਸਾਡੀਆਂ ਗਲਤੀਆਂ ਦੀ ਸਜ਼ਾ ਆ ਉਹ ਨਰਿੰਦਰ ਮੋਦੀ ਨੂੰ ਨਾ ਦਿਓ। ਇਸ ਤੋਂ ਇਹਨਾਂ ਦਾ ਕੀ ਭਾਵ ਆ ਤੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਕੀ ਸਮਝਣਾ ਚਾਹੀਦਾ ਇਸ ਤੋਂ? ਦੇਖੋ, ਗੱਲ ਇਹ ਆ ਵੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ, ਭਾਰਤੀ ਜਨਤਾ ਪਾਰਟੀ 3 ਸੀਟਾਂ ਲੜ ਰਹੀ ਹੈ ਜੀ, ਤੇ ਭਾਰਤੀ ਜਨਤਾ ਪਾਰਟੀ ਇਹਨਾਂ 3 ਸੀਟਾਂ ਤੇ ਬਹੁਤ ਵਧੀਆ ਪੋਜੀਸ਼ਨ 'ਚ ਨਹੀਂ ਹੈ ਇਸ ਵੇਲੇ। ਤੇ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਮੋਢਿਆਂ ਤੇ ਚੜ੍ਹ ਕੇ ਲੜ ਰਹੀ ਹੈ ਜੀ। ਜਦੋਂ ਪਿੱਛੇ ਮਿੱਤਰ ਸਵਾਲ ਪੁੱਛ ਰਹੇ ਸੀ ਨਾ, ਮੈਂ ਨਾਲ ਹੀ ਇੱਕ ਟਿੱਪਣੀ ਹੁਣ ਕਰਦਾ, ਕਿਉਂਕਿ ਗੱਲ ਚੱਲ ਪਈ ਬੀਜੇਪੀ ਤੇ ਅਕਾਲੀ ਦੀ ਜੀ। ਵੀ ਜਦੋਂ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦਾ ਜ਼ਿਕਰ ਕਰ ਰਹੇ ਸੀ ਤੇ ਅਕਾਲੀਆਂ ਨੂੰ ਬਰੀ ਕਰ ਰਹੇ ਸੀ, ਤੇ ਮੈਂ ਦੱਸਦਾ ਕਿ ਅਕਾਲੀ ਇਸ ਕਰਕੇ ਵੀ ਦੋਸ਼ੀ ਹੈ ਪੰਜਾਬ ਦੇ ਕਿ ਅਕਾਲੀਆਂ ਨੇ ਜਿਸ ਭਾਰਤੀ ਜਨਤਾ ਪਾਰਟੀ ਦਾ ਜ਼ਿਕਰ ਕਰ ਰਹੇ ਆ ਉਸ ਭਾਰਤੀ ਜਨਤਾ ਪਾਰਟੀ ਦੇ ਨਾਲ ਜਾਂ ਉਸ ਤੋਂ ਪਹਿਲਾਂ ਜਨਸੰਘ ਦੇ ਨਾਲ ਪਿਛਲੇ 40 ਸਾਲ ਤੋਂ ਸਾਂਝ ਪਾਈ ਹੋਈ ਹੈ, ਜਿਨ੍ਹਾਂ ਦਾ ਦੂਰ ਦਾ ਵੀ ਵਾਸਤਾ ਨਹੀਂ ਜਿਹੜੇ ਵਿਚਾਰਧਾਰਕ ਮਸਲੇ ਉਹਨਾਂ ਦੇ ਉੱਤੇ ਇੱਕ ਦੂਜੇ ਦੇ ਨਾਲ ਜੀ ਜੀ ਬਿਲਕੁਲ 100% ਵੱਖਰੇ ਹੈ। ਭਾਰਤੀ ਜਨਤਾ ਪਾਰਟੀ ਸਾਰੀ ਤਾਕਤ ਕੇਂਦਰ ਕੋਲ ਰੱਖਣ ਦੀ ਹਾਮੀ ਹੈ। ਭਾਰਤੀ ਜਨਤਾ ਪਾਰਟੀ ਹਿੰਦੁਸਤਾਨ ਦਾ ਨਾਅਰਾ ਦਿੰਦੀ ਹੈ ਤੇ ਪੰਜਾਬ ਦੀ ਰਾਜ ਕਰਦੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਉਹ ਸੂਬਿਆਂ ਨੂੰ ਦੇਖੋ ਮੁਖਤਿਆਰੀ ਦੇਣ ਦੀ ਮੰਗ ਦੀ ਹਮਾਇਤੀ ਹੈ। ਇਹਨਾਂ ਲੋਕਾਂ ਦਾ ਸਿਰਫ ਕੁਰਸੀ ਮੋਹ ਕਰਕੇ ਜਿਹੜੀ ਸਾਂਝ ਹੈ ਪਿਛਲੇ 40 ਸਾਲ ਤੋਂ, ਇਸ ਕਰਕੇ ਬਰਾਬਰ ਦੇ ਦੋਸ਼ੀ ਆ ਸਾਰੇ। ਹੁਣ ਜਿਹੜੀ ਗੱਲ ਮੈਂ ਕਹਿ ਰਿਹਾ ਸੀ, ਜਿਹੜਾ ਤੁਹਾਡਾ ਸਵਾਲ ਹੈ ਕਿ ਭਾਰਤੀ ਜਨਤਾ ਪਾਰਟੀ 3 ਸੀਟਾਂ ਤੇ ਚੋਣ ਲੜ ਰਹੀ ਹੈ, 3 ਦੇ ਉੱਤੇ ਅਕਾਲੀ ਦਲ ਦੇ ਮੋਢਿਆਂ ਤੇ ਚੜ੍ਹ ਕੇ ਲੜ ਰਹੀ ਹੈ, ਕਿਉਂਕਿ ਆਪ ਦਾ ਉਹਦਾ ਜਥੇਬੰਦਕ ਢਾਂਚਾ ਭਾਰਤੀ ਜਨਤਾ ਪਾਰਟੀ ਪੰਜਾਬ ਛਿੱਲ ਗਿਆ ਜੀ ਜੀ। ਔਰ ਜਿਹੜੀ ਬਾਦਲ ਸਾਹਿਬ ਦਾ ਬਿਆਨ ਹੈ ਉਹ ਇਹ ਹੈ ਕਿ ਬਾਕੀ ਸੀਟਾਂ ਦੇ ਉੱਤੇ ਅਕਾਲੀ ਦਲ ਨੂੰ ਵੀ ਮੁਸ਼ਕਲ ਆ ਰਹੀ ਹੈ, ਇਸ ਕਰਕੇ ਅਕਾਲੀ ਦਲ ਮੋਦੀ ਲਹਿਰ ਦੇ ਨਾਂ ਦੇ ਉੱਤੇ, ਮੋਦੀ ਵੇਵ ਦੇ ਨਾਂ ਦੇ ਉੱਤੇ ਲੋਕਾਂ ਨੂੰ ਵੋਟਾਂ ਮੰਗ ਰਿਹਾ। ਜਿਹੜੀ ਪੰਜਾਬ ਦੇ ਵਿੱਚ 7 ਸਾਲ ਦੀ ਜਿਹੜੀ ਹਕੂਮਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਤੇ ਬੀਜੇਪੀ ਗੱਠਜੋੜ ਦੀ, ਉਸ ਹਕੂਮਤ ਤੋਂ ਲੋਕ ਅੱਕੇ ਹੋਏ ਸੀ। ਇਹ ਨਹੀਂ ਕਿ ਪਿਛਲੀ ਵਾਰੀ ਜਿੱਤ ਗਏ ਆ ਅਕਾਲੀ ਤੇ ਇਹ ਜਿਹੜਾ ਦੋਸ਼ ਜਾਂ ਇਲਜ਼ਾਮ ਜਿਹੜਾ ਉਹਨਾਂ ਤੇ ਉੱਤੋਂ ਬਰੀ ਹੋ ਜਾਂਦੇ, ਉਹ ਇਸ ਕਰਕੇ ਜਿੱਤੇ ਕਿਉਂਕਿ ਉਹਨਾਂ ਦੇ ਆਪਣੇ ਮੁੰਡੇ ਨੇ ਮਨਪ੍ਰੀਤ ਬਾਦਲ ਨੇ ਅਚੇਤ ਤੌਰ ਤੇ ਉਹਨਾਂ ਨੂੰ ਜਿਤਾਇਆ। ਜਿਹੜੀ ਐਂਟੀ ਇਨਕੰਬੈਂਸੀ ਦੀ ਵੋਟ ਸੀ ਮਨਪ੍ਰੀਤ ਬਾਦਲ ਲੈ ਗਿਆ, ਕਾਂਗਰਸ ਨੂੰ ਵੋਟ ਜਾਣੀ ਸੀ, ਇਸ ਕਰਕੇ ਅਕਾਲੀ ਦਲ ਦੀ ਦੁਬਾਰਾ ਸਰਕਾਰ ਬਣੀ, ਇਤਿਹਾਸ ਸਿਰਜਿਆ ਗਿਆ ਪੰਜਾਬ ਦੇ ਵਿੱਚ। ਆਪਣੀਆਂ ਪ੍ਰਾਪਤੀਆਂ ਕਰਕੇ ਨਹੀਂ ਅਕਾਲੀ ਜਿੱਤੇ ਪੰਜਾਬ 'ਚ, ਕਾਂਗਰਸ ਦੀਆਂ ਨਲਾਇਕੀਆਂ ਕਰਕੇ ਤੇ ਮਨਪ੍ਰੀਤ ਬਾਦਲ ਦੀ ਅਚੇਤ ਤੌਰ ਤੇ ਹਮਾਇਤ ਕਰਕੇ ਜਿੱਤੇ ਅਕਾਲੀ ਪੰਜਾਬ 'ਚ। ਤੇ 7 ਸਾਲਾਂ 'ਚ ਹੁਣ ਅੱਕ ਗਏ ਨੇ ਲੋਕ ਅਕਾਲੀਆਂ ਤੋਂ ਵੀ ਅਕਾਲੀਆਂ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ। ਬਠਿੰਡੇ ਦੇ ਵਿੱਚ 350 ਪਿੰਡ ਬਾਈਕਾਟ ਹੋ ਗਿਆ ਬੀਬੀ ਬਾਦਲ ਦਾ। ਇਸ ਕਰਕੇ ਹੁਣ ਮੋਦੀ ਵੇਵ ਦਾ ਸਹਾਰਾ ਲੈ ਕੇ ਬਾਦਲ ਸਾਹਿਬ ਆਪਣੀ ਬੇੜੀ ਪਾਰ ਲਾਉਣਾ ਚਾਹੁੰਦੇ ਆ ਜੀ। ਤੇ ਜਾਣ ਤੋਂ ਪਹਿਲਾਂ ਜਿਹੜੀ ਅਖੀਰਲੀ ਗੱਲ ਜ਼ਰੂਰ ਕਰਦੇ ਜਾਵਾਂਗੇ, ਜਿਹੜੇ ਕਾਫੀ ਜਿਹੜੇ ਸਰੋਤਿਆਂ ਦੇ ਉਹ ਸਵਾਲ ਵੀ ਆਉਂਦੇ ਆ ਤੇ ਉਹ ਗੱਲ ਸਾਹਮਣੇ ਵੀ ਰੱਖਦੇ ਆ, ਜਿਸ ਦੇ ਵਿੱਚ ਇਹ ਹੁੰਦਾ ਵੀ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਮੈਂ ਕਹਿਣਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਜਿਹੜੇ ਹੋਰਡਿੰਗ ਲੱਗੇ ਆ ਜਿਸ ਦੇ ਵਿੱਚ ਭਾਜਪਾ ਜਿਹੜੇ ਤੇ ਅਕਾਲੀਆਂ ਉਹਨਾਂ ਦੇ ਗੱਠਜੋੜ ਆ, ਉਸ ਦੇ ਵਿੱਚ ਮੋਦੀ ਦੀਆਂ ਵੱਡੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ। ਤੇ ਜਦ ਹੀ ਇਹ ਚੀਜ਼ ਆਪਾਂ ਮਲੇਰਕੋਟਲੇ 'ਚ ਵੜ ਜਾਂਦੇ ਹਾਂ ਤੇ ਉੱਥੇ ਮੋਦੀ ਦੀ ਜਿਹੜੀ ਤਸਵੀਰ ਆ ਉਹ ਗਾਇਬ ਆ। ਇਸ ਦੇ ਉੱਤੇ ਬਹੁਤ ਜ਼ਿਆਦਾ ਪ੍ਰਸ਼ਨ ਚਿੰਨ੍ਹ ਕੀ ਹੈ ਇਸ ਦਾ ਕਾਰਨ? ਕਾਨਪੁਰ ਦੇ ਵਿੱਚ ਮਲੇਰਕੋਟਲੇ ਦਾ ਜ਼ਿਕਰ ਮੈਂ ਕਰਦਾ, ਕਾਨਪੁਰ ਦੇ ਵਿੱਚ ਪੋਸਟਰ 2 ਤਰ੍ਹਾਂ ਦੇ ਲੱਗੇ ਆ। ਕਾਨਪੁਰ ਤੋਂ ਮੁਰਲੀ ਮਨੋਹਰ ਜੋਸ਼ੀ ਲੜ ਰਹੇ ਆ, ਭਾਰਤੀ ਜਨਤਾ ਪਾਰਟੀ ਦੇ ਐਕਸ ਪ੍ਰੈਜ਼ੀਡੈਂਟ ਰਹਿ ਚੁੱਕੇ ਆ ਜੀ, ਤੇ ਮੁਰਲੀ ਮਨੋਹਰ ਜੋਸ਼ੀ ਨੂੰ ਬਨਾਰਸ ਛੱਡ ਕੇ ਕਾਨਪੁਰ ਜਾਣਾ ਪਿਆ। ਨਰਿੰਦਰ ਮੋਦੀ ਕਰਕੇ ਸੀਟ ਛੱਡੀ ਉਹਨਾਂ ਨੇ ਜੀ, ਉਹਨਾਂ ਦੇ ਪ੍ਰੈਸ਼ਰ ਪਾ ਕੇ ਸੀਟ ਛਡਵਾਈ ਗਈ, ਜਿੱਥੇ ਵਾਰਾਣਸੀ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਮੁਕਾਬਲਾ ਕਰ ਰਿਹਾ ਨਰਿੰਦਰ ਮੋਦੀ ਦਾ। ਕਾਨਪੁਰ 'ਚ 2 ਤਰ੍ਹਾਂ ਦੇ ਪੋਸਟਰ, ਇੱਕ ਪੋਸਟਰ ਤੇ ਲਿਖਿਆ ਅਬ ਕੀ ਬਾਰ ਭਾਜਪਾ ਸਰਕਾਰ ਜੀ, ਦੂਜੇ ਪੋਸਟਰ ਤੇ ਲਿਖਿਆ ਅਬ ਕੀ ਬਾਰ ਮੋਦੀ ਸਰਕਾਰ। ਬਾਕੀ ਸਾਰੇ ਮੁਲਕ 'ਚ ਇਹੀ ਲੱਗੇ ਅਬ ਕੀ ਬਾਰ ਮੋਦੀ ਸਰਕਾਰ। ਸਿਰਫ ਕਾਨਪੁਰ ਦੇ ਵਿੱਚ ਇੱਕ ਬਰਾਬਰ ਪੋਸਟਰ ਹੋਰ ਲੱਗਾ ਅਬ ਕੀ ਬਾਰ ਭਾਜਪਾ ਸਰਕਾਰ, ਯਾਨੀ ਸਾਰੇ ਮੁਲਕ ਦੇ ਵਿੱਚ ਬੀਜੇਪੀ ਤੋਂ ਵੱਡੇ ਹੋ ਗਏ ਨਰਿੰਦਰ ਮੋਦੀ। ਕਾਨਪੁਰ ਦੇ ਵਿੱਚ ਜਿਹੜਾ ਉਹਨਾਂ ਦੀ ਆਪਣੀ ਲੜਾਈ ਆ ਮੁਰਲੀ ਮਨੋਹਰ ਜੋਸ਼ੀ ਦੀ ਨਰਿੰਦਰ ਮੋਦੀ ਨੇ, ਇਸ ਕਰਕੇ ਉੱਥੇ ਨਰਿੰਦਰ ਮੋਦੀ ਅਬ ਕੀ ਬਾਰ ਮੋਦੀ ਸਰਕਾਰ ਦੀ ਥਾਂ ਤੇ ਅਬ ਕੀ ਬਾਰ ਭਾਜਪਾ ਸਰਕਾਰ ਦੇ ਪੋਸਟਰ ਜਾ ਰਿਹਾ। ਜਦੋਂ ਇਹ ਸਵਾਲ ਜ਼ੀ ਟੀਵੀ ਵਾਲੇ ਨੇ ਪੁੱਛਿਆ ਮੁਰਲੀ ਮਨੋਹਰ ਜੋਸ਼ੀ ਨੂੰ, ਉਹ ਜ਼ੀ ਟੀਵੀ ਦੇ ਜਿਹੜਾ ਪੱਤਰਕਾਰ ਹੈ ਉਹਦਾ ਕੈਮਰਾ ਖੋਲ ਤੱਕ ਚਲੇ ਗਿਆ ਜੀ। ਇਹ ਵੀ ਲੋਕਾਂ ਨੇ 2 ਦਿਨ ਪਹਿਲਾਂ ਦੇਖਿਆ।
ਇੱਥੇ ਪੰਜਾਬ ਦੇ ਵਿੱਚ ਇਹਦਾ ਮਤਲਬ ਇਹ ਹੈ ਵੀ ਜਿੱਥੇ ਜਿਹਨੂੰ ਜਿਹੜੀ ਸੂਟ ਕਰਦੀ ਗੱਲ ਉਹ ਕਰਦਾ। ਇੱਥੇ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਬਾਦਲ ਸਾਹਿਬ ਕਹਿੰਦੇ ਆ ਕਿ ਮੋਦੀ ਵੇਵ ਹੈ ਜੀ, ਮੋਦੀ ਵੇਵ ਹੈ, ਉਹਦੇ ਕਰਕੇ ਸਾਡਾ ਬੇੜਾ ਪਾਰ ਲੱਗ ਜਾਵੇ। ਦੂਜੇ ਪਾਸੇ ਮਲੇਰਕੋਟਲੇ ਜਾ ਕੇ ਮੋਦੀ ਦਾ ਜ਼ਿਕਰ ਤੱਕ ਨਹੀਂ ਕਰਦੇ। ਕਾਰਨ ਕੀ ਹੈ? ਕਾਰਨ ਬਿਲਕੁਲ ਸਾਫ਼ ਹੈ ਕਿ ਮਲੇਰਕੋਟਲਾ ਮੁਸਲਿਮ ਆਬਾਦੀ ਵਾਲਾ ਜਿਹੜਾ ਸ਼ਹਿਰ ਹੈ ਤੇ ਉੱਥੇ ਕਿਉਂਕਿ ਮੁਸਲਿਮ ਆਬਾਦੀ ਜਿਹੜੀ ਹੈ ਉਹਦੇ 'ਚ ਹਾਲੇ ਵੀ ਜਿਹੜਾ ਉਹਦੇ ਮਨ ਦੇ ਵਿੱਚ ਰੰਜ ਹੈ, ਗੁੱਸਾ ਆ ਗੁਜਰਾਤ ਦੇ ਵਿੱਚ ਜੋ ਕੁਝ ਹੋਇਆ ਗੋਧਰਾ ਕਾਂਡ ਤੋਂ ਬਾਅਦ। ਇਸ ਕਰਕੇ ਉਹ ਜਿਹੜੀਆਂ ਇੱਕ ਭਾਵਨਾਵਾਂ ਹੈ ਉਹਨਾਂ ਭਾਵਨਾਵਾਂ ਨੂੰ ਐਕਸਪਾਇਰ ਕਰਨ ਦਾ ਜਿਹੜਾ ਟੇਢੇ ਢੰਗ ਦੇ ਨਾਲ ਯਤਨ ਹੈ ਬਾਦਲ ਸਾਹਿਬ ਦਾ ਵੀ ਇੱਥੇ ਨਰਿੰਦਰ ਮੋਦੀ ਦਾ ਨਾਂ ਨਾ ਲਓ ਤੇ ਵੋਟਾਂ ਇੱਥੋਂ ਵੀ ਆਪਣੇ ਹੱਕ ਵਿੱਚ ਪਾ ਲਓ। ਸੋ ਇਹ ਰਾਜਨੀਤੀ ਹੈ ਇਸ ਵੇਲੇ ਸਾਰੇ ਦੇਸ਼ ਵਿੱਚ ਇੱਕੋ ਜਿਹੀ ਰਾਜਨੀਤੀ ਹੈ। ਇਹ ਰਾਜਨੀਤੀ ਵੋਟਾਂ ਬਟੋਰਨ ਦੀ ਰਾਜਨੀਤੀ ਹੈ। ਜਿਸ ਇਲਾਕੇ 'ਚ ਜਾਓ ਉਸ ਇਲਾਕੇ ਦੀ ਭਾਸ਼ਾ ਦੇ 2-4 ਸ਼ਬਦ ਬੋਲੋ, ਉਸ ਇਲਾਕੇ ਦਾ ਵੇਸ਼ਭੂਸ਼ਾ ਪਾ ਲਓ, ਕੋਈ ਟੋਪੀ ਰੱਖ ਲਓ, ਕੋਈ ਪੱਗ ਰੱਖ ਲਓ, ਕੋਈ ਤਲਵਾਰ ਖਿੱਚ ਲਓ ਤੇ ਉਹ ਉਸ ਇਲਾਕੇ ਦੇ ਜਿਹੜੇ ਲੋਕ ਹੈ ਉਹਨਾਂ ਦੀ ਭਾਸ਼ਾ 'ਚ ਇੱਕ ਦੀ ਗੱਲ ਕਰਕੇ ਤੇ ਕੋਸ਼ਿਸ਼ ਕਰੋ ਵੀ ਅਸੀਂ ਤਾਂ ਤੁਹਾਡੇ ਵਿੱਚ ਹੀ ਹੈ, ਸਾਨੂੰ ਵੋਟ ਕਰੋ। ਇਹ ਰਾਜਨੀਤੀ ਸਾਰੇ ਮੁਲਕ ਦੇ ਵਿੱਚ ਚੱਲੀ ਹੋਈ ਹੈ ਜੀ। ਸੁਸ਼ੀਲ ਜੀ ਬਹੁਤ ਬਹੁਤ ਜਿਹੜਾ ਜੀ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜਿਹੜੇ ਜੀ ਕਾਲਾਂ ਕੀਤੀਆਂ, ਸਵਾਲ ਪੁੱਛੇ ਤੇ ਤੁਸੀਂ ਜਿਹੜੇ ਸਾਰਿਆਂ ਦੇ ਜਿਹੜੇ ਜਵਾਬ ਦਿੱਤੇ ਆ। ਤੇ ਅਗਲੀ ਵਾਰ ਤੱਕ ਲਈ ਆਪਾਂ ਇਜਾਜ਼ਤ ਲੈਂਦੇ ਹਾਂ। ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ ਫਿਰ ਲੈ ਕੇ ਹਾਜ਼ਰ ਹੋਵਾਂਗੇ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ।